ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰਉ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸੇ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਮੂਕ ਉਚ ਰਹੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ। ਸ਼ਲੋਕ ਇਕ ਓੰਕਾਰ ਸਤਿਗੁਰ ਪ੍ਰਸਾਦ।
ਆਦ ਗੁਰ ਏ ਨਮः ਜੁਗਾਦ ਗੁਰ ਏ ਨਮः ਸਤਿਗੁਰ ਏ ਨਮः ਸ੍ਰੀ ਗੁਰਦੇਵ ਏ ਨਮः ਆਦ ਗੁਰ ਏ ਨਮः ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਤਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ 52 ਅੱਖਰੀ ਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਸਮਾਪਤ ਹੋਈ ਸੀ। ਅੱਗੇ ਹੁਣ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਸੁਖਮਨੀ ਸਾਹਿਬ ਪਾਵਨ ਗੁਰਬਾਣੀ ਦੀ ਪ੍ਰਾਰੰਭਤਾ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 262 ਅੰਗ ਤੇ ਸੁਸ਼ੋਭਿਤ ਹੈ। ਇਸ ਪਾਵਨ ਗੁਰਬਾਣੀ ਦੀ ਜੋ ਉਥਾਨਕਾ ਹੈ, ਜਿਸ ਸਮੇਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਨ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਆਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਵਰੂਪ ਤਿਆਰ ਕਰਵਾ ਰਹੇ ਸੀ। ਗਰੀਬ ਨਵਾਜ ਸਤਿਗੁਰੂ ਜੀ ਦੇ ਪਿਆਰ ਵਾਲੇ ਅਨੰਨ ਗੁਰੂ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਜੋ ਗੁਰਸਿੱਖ ਭਾਈ ਕਲਿਆਣਾ ਜੀ, ਭਾਈ ਬਰਾਗਾ ਜੀ, ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿਹੜੇ ਜੀਵਨ ਮੁਕਤ ਗੁਰੂ ਕੇ ਪਿਆਰ ਵਾਲੇ ਸਿੱਖ ਸਨ, ਤਿਨਾਂ ਦੇ ਚਰਨਾਂ ਵਿੱਚ ਸੰਗਤਾਂ ਨੇ ਬੇਨਤੀ ਕੀਤੀ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਉਪਦੇਸ਼ ਦਿਆ ਕਰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਲਿਖਵਾ ਰਹੇ ਸਨ। ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੰਗਤਾਂ ਦੇ ਪ੍ਰੇਰੇ ਹੋਏ ਬਾਬਾ ਬੁੱਢਾ ਸਾਹਿਬ ਜੀ, ਭਾਈ ਕਲਿਆਣਾ ਜੀ, ਭਾਈ ਪ੍ਰਾਣਾ ਦੇ ਆਜਿਕ ਹੋਰ ਵੀ ਜਿਹੜੇ ਗੁਰੂ ਕੇ ਪਿਆਰ ਵਾਲੇ ਮੁਖੀ ਸਿੱਖ ਸਨ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕਰਕੇ ਤਿਨਾਂ ਨੇ ਬੇਨਤੀ ਕੀਤੀ, ਹੇ ਗਰੀਬ ਨਵਾਜ ਸਤਿਗੁਰੂ ਜੀ, ਅਸੀਂ ਕਲਯੁਗੀ ਜੀਵ ਹਾਂ। ਆਪ ਜੀ ਦਾ ਹੁਕਮ ਹੈ ਕਿ 8 ਪਹਿਰ ਪ੍ਰਮਾਤਮਾ ਦਾ ਸਿਮਰਨ ਕਰਦੇ ਰਹਿਣਾ। ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਦਾ ਚਿੰਤਨ ਕਰਨਾ ਚਾਹੀਦਾ ਹੈ। ਸਾਸ ਸਾਸ ਸਿਮਰਹੁ ਗੋਬਿੰਦ, ਪ੍ਰਮਾਤਮਾ ਦੇ ਸਿਮਰਨ ਕਰਨ ਦਾ ਮਹਾਰਾਜ ਸਾਹਿਬ ਜੀ ਆਪ ਜੀ ਦਾ ਹੁਕਮ ਹੈ। ਪਰ ਕੋਈ ਵਿਰਲਾ ਹੀ ਕੋਈ ਬੰਦਗੀ ਕਰਨ ਵਾਲਾ, ਭਾਗਾਂ ਵਾਲਾ ਕੋਈ ਮਹਾਰਾਜ ਗੁਰਸਿੱਖ ਹੋਵੇਗਾ, ਜਿਸ ਹਿਰਦੇ ਅੰਦਰ ਹਰ ਸਮੇਂ ਪ੍ਰਮਾਤਮਾ ਦੀ ਯਾਦ ਰਹਿੰਦੀ ਹੈ, ਹਰ ਸਵਾਸ ਦੇ ਨਾਲ ਉਹ ਪ੍ਰਮਾਤਮਾ ਦਾ ਚਿੰਤਨ ਕਰਦਾ ਹੈ। ਮਹਾਰਾਜ ਅਸੀਂ ਕਲਯੁਗੀ ਜੀਵ ਹਾਂ, ਸੰਸਾਰ ਦੇ ਅੰਦਰ ਹੋਰ ਵੀ ਕੰਮ ਧੰਦੇ ਕਰਨੇ ਹੁੰਦੇ ਐ, ਕਿਰਤ ਵੀ ਕਰਨੀ ਹੁੰਦੀ ਹੈ। ਇਸ ਲਈ ਹਰ ਇੱਕ ਸਵਾਸ ਦੇ ਨਾਲ ਸਾਡੇ ਤੋਂ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਆਪ ਕਿਰਪਾ ਕਰਕੇ ਐਸੀ ਸਰਲ ਗੁਰਬਾਣੀ ਉਚਾਰਨ ਕਰੋ ਜਿਸ ਕਰਕੇ
ਅੱਠਾਂ ਪਹਿਰਾਂ ਦੇ ਜੋ 24,000 ਸਵਾਸ ਹਨ ਉਹ ਸਫਲੇ ਹੋ ਜਾਇਆ ਕਰਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਰੋਜ਼ ਦੀ ਤਰ੍ਹਾਂ ਜੋ ਅੰਮ੍ਰਿਤ ਵੇਲੇ ਪਿਛਲੇ ਪਹਿਰ ਉੱਠ ਕਰਕੇ ਜੋ ਰਾਮਸਰ ਸਾਹਿਬ ਪਾਵਨ ਸਰੋਵਰ ਹੈ, ਉੱਥੇ ਹੀ ਸਤਿਗੁਰੂ ਜੀ ਇਸ਼ਨਾਨ ਕਰਕੇ ਜੋ ਬੇਰ ਸਾਹਿਬ ਵਾਲਾ ਪਾਵਨ ਸਥਾਨ ਹੈ ਨਾ, ਮਹਾਰਾਜ ਜੀ ਚੌਂਕੜਾ ਲਗਾ ਕਰਕੇ ਸਮਾਧੀ ਵਿੱਚ ਅੰਤਰਲੀਨ ਹੋ ਜਾਇਆ ਕਰਦੇ ਸਨ। ਉਸ ਅਸਥਾਨ ਤੇ ਆ ਕਰਕੇ ਹੀ ਬਾਬਾ ਬੁੱਢਾ ਸਾਹਿਬ ਜੀ ਆਦਿਕ ਪਿਆਰ ਵਾਲੇ ਅਨਿਨ ਗੁਰੂ ਕੇ ਪਿਆਰ ਵਾਲੇ ਸਿੱਖਾਂ ਨੇ ਬੇਨਤੀ ਕੀਤੀ ਸੀ। ਜਦੋਂ ਮਹਾਰਾਜ ਸਾਹਿਬ ਜੀ ਨੇ ਨੇਤਰਾਂ ਦੀਆਂ ਪਲਕਾਂ ਖੋਲੀਆਂ ਤੇ ਸਾਹਮਣੇ ਗੁਰਸਿੱਖ ਬੈਠੇ ਹੋਏ ਨਜ਼ਰ ਆਏ, ਤਿਨਾਂ ਦੇ ਬੇਨਤੀ ਕਰਨ ਤੇ ਮਹਾਰਾਜ ਸਾਹਿਬ ਜੀ ਨੇ ਬੇਰ ਸਾਹਿਬ ਵਾਲੇ ਪਾਵਨ ਅਸਥਾਨ ਤੇ ਸੁਖਮਨੀ ਸਾਹਿਬ ਗੁਰਬਾਣੀ ਉਚਾਰਨ ਕੀਤੀ ਹੈ। ਇਹ ਗੁਰਸਿੱਖੋ, ਆਉਣ ਵਾਲੇ ਸਮੇਂ ਵਿੱਚ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਪਿਆਰ ਦੇ ਨਾਲ ਇਸ ਗੁਰਬਾਣੀ ਨੂੰ ਪੜ੍ਹਿਆ ਕਰੇਗਾ, ਪ੍ਰੀਤ ਰੂਪ ਰਸਨਾ ਦੇ ਨਾਲ ਪਿਆਰ ਦੇ ਵਿੱਚ ਭਿੱਜ ਕਰਕੇ ਪੜ੍ਹਿਆ ਕਰੇਗਾ, ਮਹਾਰਾਜ ਕਹਿੰਦੇ ਉਹਦੀ ਕਲਿਆਣ ਹੋ ਜਾਵੇਗੀ। ਜੋ ਨਿਤ ਦੇ ਅੱਠਾਂ ਪਹਿਰਾਂ ਦੇ ਜੋ ਸਵਾਸ ਹਨ, 24,000 ਸਵਾਸ ਸਫਲੇ ਹੋ ਜਾਣਗੇ। ਸਾਧ ਸੰਗਤ ਜੀ, ਇਸ ਪਾਵਨ ਗੁਰਬਾਣੀ ਦੇ 24 ਸ਼ਲੋਕ ਅਤੇ 24 ਅਸ਼ਟਪਦੀਆਂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀਆਂ ਹਨ। ਔਰ ਇਹਨਾਂ 24 ਅਸ਼ਟਪਦੀਆਂ ਦੇ ਅੰਦਰ ਸਮੁੱਚੀ ਇਹ ਪਾਵਨ ਗੁਰਬਾਣੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ 24 ਪ੍ਰਕਾਰ ਦੇ ਪ੍ਰਕਰਨ ਉਚਾਰਨ ਕੀਤੇ ਹਨ। ਹਰ ਇੱਕ ਅਸ਼ਟਪਦੀ ਦੇ ਵਿੱਚ ਵੱਖੋ ਵੱਖਰਾ ਮਹਾਰਾਜ ਸਾਹਿਬ ਜੀ ਨੇ ਪ੍ਰਕਰਨ ਉਚਾਰਨ ਕੀਤਾ ਹੈ। ਜਿਵੇਂ ਪਹਿਲੀ ਅਸ਼ਟਪਦੀ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਨੇ ਸਿਮਰਨ ਦੀ ਮਹਾਨਤਾ ਦਰਸਾਈ ਹੈ। ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਕਿਹੜੀਆਂ ਕਿਹੜੀਆਂ ਬਰਕਤਾਂ ਪ੍ਰਾਪਤ ਹੁੰਦੀਆਂ ਨੇ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨੇ ਕਰਕੇ ਕਿਹੜੀਆਂ ਕਿਹੜੀਆਂ ਦਾਤਾਂ ਪ੍ਰਾਪਤ ਹੁੰਦੀਆਂ, ਜੀਵਨ ਦੇ ਵਿੱਚ ਕਿੰਨਾ ਵੱਡਾ ਸੁਧਾਰ ਆ ਜਾਂਦਾ ਹੈ, ਮਨੁੱਖ ਦਾ ਜੀਵਨ ਕਿੰਨਾ ਉੱਚਾ ਸੁੱਚਾ ਹੋ ਜਾਂਦਾ ਹੈ। ਜੀਵ ਨੂੰ ਸਭ ਦਾਤਾਂ ਵਾਹਿਗੁਰੂ ਦੀ ਸਿਮਰਨ ਕਰਕੇ ਪ੍ਰਾਪਤ ਹੁੰਦੀਆਂ। ਦੋਹਾਂ ਲੋਕਾਂ ਦੀ, ਲੋਕ ਪਰਲੋਕ ਦੀ ਸਫਲਤਾ ਵੀ ਵਾਹਿਗੁਰੂ ਦੀ ਸਿਮਰਨ ਕਰਕੇ ਪ੍ਰਾਪਤ ਹੁੰਦੀ। ਇਤਿਆਦਿਕ ਮਹਾਰਾਜ ਸਾਹਿਬ ਜੀ ਨੇ ਸਿਮਰਨ ਦਾ ਬਹੁਤ ਵੱਡਾ ਮਹਾਤਮ ਪਹਿਲੀ ਅਸ਼ਟਪਦੀ ਦੇ ਅੰਦਰ ਦਰਸਾਇਆ ਹੈ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਹਰ ਇੱਕ ਅਸ਼ਟਪਦੀ ਤੋਂ ਪਹਿਲਾਂ ਜੋ ਸ਼ਲੋਕ ਉਚਾਰਨ ਕਰਕੇ ਮਹਾਰਾਜ ਸਾਹਿਬ ਜੀ ਨੇ ਅਗਲੀ ਅਸ਼ਟਪਦੀ ਦੀ ਪ੍ਰਾਰੰਭਤਾ ਕੀਤੀ ਹੈ। ਐਸੀ ਮਹਾਰਾਜ ਸਾਹਿਬ ਜੀ ਨੇ ਸੁੱਖਾਂ ਦੀ ਮਨੀ ਉਚਾਰਨ ਕੀਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਜਿਸ ਜੀਵ ਦੇ ਹਿਰਦੇ ਅੰਦਰ ਇਹ ਪਾਵਨ ਬਾਣੀ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੈ, ਮਹਾਰਾਜ ਕਹਿੰਦੇ ਉਹਦੀ ਕਲਿਆਣ ਹੋ ਜਾਂਦੀ ਹੈ, ਉਹ ਸੰਸਾਰ ਦੇ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ। ਕੋਈ ਵੀ ਮਾਇਆ ਦਾ, ਲੋਭ ਲਾਲਚ ਦਾ, ਮੋਹ ਮਮਤਾ ਦਾ, ਹੰਕਾਰ ਆਦਿਕ ਦਾ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਉਸ ਜੀਵ ਨੂੰ ਵਿਆਪਦਾ, ਜੋ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਹਿਰਦੇ ਅੰਦਰ ਧਾਰਨ ਕਰ ਲੈਂਦਾ ਹੈ। ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਗੁਰਬਾਣੀ ਪੜ੍ਹਨੇ ਦਾ ਕਿੰਨਾ ਕੁ ਵੱਡਾ ਮਹਾਤਮ ਹੈ। ਸੁਖਮਨੀ ਸਾਹਿਬ ਹੈ, ਜਪਜੀ ਸਾਹਿਬ ਹੈ, ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ। ਕਹਿੰਦੇ ਹਨ ਕਿ ਕਲਯੁਗ ਦੇ ਭਿਆਨਕ ਸਮੇਂ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੈ ਜੋ ਸੁਖਮਨੀ ਸਾਹਿਬ ਬਾਣੀ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਚਾਰਨ ਕੀਤੀ ਹੋ ਜਪਜੀ ਸਾਹਿਬ ਪਾਵਨ ਬਾਣੀ, ਇਹਦਾ ਬਹੁਤ ਵੱਡਾ ਮਹਾਤਮ ਹੋਵੇਗਾ। ਭਾਵੇਂ ਸਾਧ ਸੰਗਤ ਜੀ ਇੱਕ ਓੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਬਾਣੀ ਦਾ ਬਹੁਤ ਵੱਡਾ ਫਲਾਦੇਸ਼ ਹੈ, ਬਹੁਤ ਵੱਡਾ ਮਹਾਤਮ ਹੈ। ਪਿਆਰ ਦੇ ਨਾਲ ਕਿਸੇ ਵੀ ਮਹਾਰਾਜ ਸਾਹਿਬ ਜੀ ਦੇ ਸਤਿਗੁਰੂ ਜੀ ਦੇ ਉਚਾਰਨ ਕੀਤੀ ਹੋਈ ਦੋ ਸ਼ਬਦਾਂ ਦਾ ਜਾਪ ਕਰ ਲਵੇ, ਗੁਰੂ ਕੀ ਬਾਣੀ ਪੜ੍ਹ ਲਵੇ। ਪਰ ਫਿਰ ਵੀ ਸਾਧ ਸੰਗਤ ਜੀ ਸਿੱਖ ਪੰਥ ਦੇ ਅੰਦਰ ਜੋ ਵਿਸ਼ੇਸ਼ ਕਰਕੇ ਮਹਾਰਾਜ ਸਾਹਿਬ ਜੀ ਨੇ ਪਾਵਨ ਗੁਰਬਾਣੀਆਂ ਉਚਾਰਨ ਕੀਤੀਆਂ ਹਨ, ਤਿਨਾਂ ਦਾ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਮਹਾਤਮ ਦਰਸਾਇਆ ਹੈ। ਜਿਵੇਂ ਪ੍ਰਥਮ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਪਜੀ ਸਾਹਿਬ ਪਾਵਨ ਬਾਣੀ ਹੈ, ਉਵੇਂ ਜਪ ਬਾਣੀ ਦਾ ਨਾਮ ਸਾਧ ਸੰਗਤ ਜੀ ਜਪ ਸਾਹਿਬ ਹੈ। ਜਪ ਸਾਹਿਬ ਪ੍ਰਥਮ ਬਾਣੀ ਦਾ ਨਾਮ, ਪਰ ਸਤਿਕਾਰ ਦੇ ਵਜੋਂ ਜਪ ਜੀ ਸਾਹਿਬ ਅਸੀਂ ਬੋਲਦੇ ਹਾਂ, ਮੁਖ ਤੋਂ ਅਸੀਂ ਉਚਾਰਨ ਕਰਦੇ ਹਾਂ। ਉਵੇਂ ਇਸ ਬਾਣੀ ਦਾ ਨਾਮ, ਪ੍ਰਥਮ ਬਾਣੀ ਦਾ ਨਾਮ ਜਪ ਸਾਹਿਬ ਹੈ, ਜੋ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਤੇ ਮਹਾਰਾਜ ਸਾਹਿਬ ਜੀ ਨੇ ਜੋ ਜਪਜੀ ਸਾਹਿਬ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ, ਬ੍ਰਹਮ ਗਿਆਨ ਦੀ ਅਵਸਥਾ ਵਾਸਤੇ ਸਤਿਗੁਰੂ ਜੀ ਨੇ ਉਚਾਰਨ ਕੀਤੀ ਹੈ।
ਔਰ ਇਸੇ ਪ੍ਰਕਾਰ ਇਹ ਸੁਖਮਨੀ ਸਾਹਿਬ ਪਾਵਨ ਬਾਣੀ ਹੈ। ਹਰ ਰੋਜ਼ ਦੇ ਸਵਾਸਾਂ ਦੀ ਸਫਲਤਾ ਲਈ, ਜੀਵਨ ਮੁਕਤੀ ਦੀ ਦਾਤ ਲਈ ਮਹਾਰਾਜ ਸਾਹਿਬ ਜੀ ਨੇ ਪਾਵਨ ਗੁਰਬਾਣੀ ਨੂੰ ਉਚਾਰਨ ਕੀਤਾ ਹੈ। ਨਿਤਨੇਮ ਦੀਆਂ ਜੋ ਪਾਵਨ ਬਾਣੀ ਅਸੀਂ ਪੜ੍ਹਦੇ ਹਾਂ, ਜਾਪ ਸਾਹਿਬ ਨਮਸਕਾਰਾਂ ਦੀ ਬਾਣੀ ਕਿਹਾ ਜਾਂਦਾ ਹੈ। ਤਵੈ ਪ੍ਰਸਾਦ ਸਵਈਏ ਜੋ ਪਾਵਨ ਬਾਣੀ ਪੜ੍ਹਦੇ ਹਾਂ, ਉਹ ਵੈਰਾਗਮਈ ਬਾਣੀ, ਹਿਰਦੇ ਅੰਦਰ ਵੈਰਾਗ ਪ੍ਰਗਟ ਕਰਨ ਵਾਲੀ ਹੈ। ਚੌਪਈ ਸਾਹਿਬ ਜੋ ਪਾਵਨ ਗੁਰਬਾਣੀ ਹੈ, ਬੇਨਤੀਆਂ ਦੀ ਬਾਣੀ ਹੈ। ਆਨੰਦ ਸਾਹਿਬ ਜੀਵਨ ਮੁਕਤੀ ਦੀ ਦਾਤ ਬਖਸ਼ਿਸ਼ ਕਰਨ ਵਾਲੀ ਪਵਿੱਤਰ ਬਾਣੀ ਹੈ। ਕਿਉਂਕਿ ਜਿਵੇਂ ਜਿਵੇਂ ਗੁਰਸਿੱਖ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਹਿਰਦੇ ਅੰਦਰ ਅਰਥਾਂ ਦੀ ਵਿਚਾਰ ਕਰਦਾ ਹੈ, ਤਿਵੇਂ ਤਿਵੇਂ ਸਮਝ ਪੈਂਦੀ ਹੈ ਕਿ ਮਹਾਰਾਜ ਸਾਹਿਬ ਜੀ ਮੈਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵੈਰਾਗਮਈ ਉਪਦੇਸ਼ ਲੈਣਾ ਹੋਵੇ ਤੇ ਸਤਿਗੁਰੂ ਜੀ ਦੀ ਤਵੈ ਪ੍ਰਸਾਦ ਪਵਿੱਤਰ ਗੁਰਬਾਣੀ ਦਾ ਜਾਪ ਕਰਦਾ ਹੈ। ਬੇਨਤੀਆਂ ਕਰਨੀਆਂ ਹੋਣ ਤੇ ਚੌਪਈ ਸਾਹਿਬ ਗੁਰਬਾਣੀ ਦਾ ਪਾਠ ਗੁਰਸਿੱਖ ਕਰਦਾ ਹੈ। ਬ੍ਰਹਮ ਗਿਆਨ ਦੀ ਅਵਸਥਾ ਲਈ ਜਪਜੀ ਸਾਹਿਬ ਪਾਵਨ ਗੁਰਬਾਣੀ ਪੜ੍ਹਦਾ ਹੈ। ਬਾਰ-ਬਾਰ ਨਮਸਕਾਰਾਂ ਕਰਨੇ ਦੇ ਲਈ, ਬਾਰ-ਬਾਰ ਨਤਮਸਤਕ ਹੋਣ ਦੇ ਵਾਸਤੇ ਜਾਪ ਸਾਹਿਬ ਪਾਵਨ ਗੁਰਬਾਣੀ ਦਾ ਜਾਪ ਕੀਤਾ ਜਾਂਦਾ ਹੈ। ਇਸ ਲਈ ਭਾਵੇਂ ਸਮੁੱਚੀ ਗੁਰਬਾਣੀ ਬਹੁਤ ਸਤਿਕਾਰਯੋਗ ਹੈ ਔਰ ਸਾਧ ਸੰਗਤ ਜੀ ਬਹੁਤ ਵੱਡਾ ਮਹਾਤਮ ਹੈ ਮਹਾਰਾਜ ਸਾਹਿਬ ਜੀ ਦੀ ਸੰਪੂਰਨ ਗੁਰਬਾਣੀ ਦਾ, ਪਰ ਫਿਰ ਵੀ ਕੁਝ ਜੋ ਗੁਰਬਾਣੀਆਂ ਮਹਾਰਾਜ ਸਾਹਿਬ ਜੀ ਨੇ ਵਿਸ਼ੇਸ਼ ਕਰਕੇ ਤਿਨਾਂ ਦਾ ਮਹਾਤਮ ਦਰਸਾਇਆ ਹੈ। ਤਿਨਾਂ ਦੇ ਵਿੱਚੋਂ ਸਾਧ ਸੰਗਤ ਜੀ ਸੁਖਮਨੀ ਸਾਹਿਬ ਜੀ ਜੋ ਪ੍ਰਮੁੱਖ ਗੁਰੂ ਕੀ ਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ ਸਿੱਖਾਂ ਦੇ ਬੇਨਤੀ ਕਰਨੇ ਤੇ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਔਰ ਜਿਵੇਂ ਗਰੀਬ ਨਵਾਜ ਸਤਿਗੁਰੂ ਜੀ ਰਾਮਸਰ ਸਾਹਿਬ ਜੋ ਬੇਰ ਸਾਹਿਬ ਵਾਲਾ ਪਾਵਨ ਅਸਥਾਨ ਹੈ, ਹਜੂਰ ਅਡੋਲ ਚੌਂਕੜਾ ਲਗਾ ਕਰਕੇ ਬੈਠੇ ਹਨ। ਬਾਬਾ ਬੁੱਢਾ ਜੀ, ਭਾਈ ਕਲਿਆਣਾ ਜੀ, ਭਾਈ ਪਿਰਾਣਾ ਜੀ ਆਦਿਕ ਜਿਹੜੇ ਜੀਵਨ ਮੁਕਤੀ ਪ੍ਰਾਪਤ ਕਰਨ ਵਾਲੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਮਹਾਰਾਜ ਸਾਹਿਬ ਜੀ ਦੀ ਸਨਮੁਖ ਚੌਂਕੜੇ ਲਾ ਕਰਕੇ ਬੈਠੇ ਹਨ। ਹਜੂਰ ਦੇ ਮੁਖ ਦੇ ਵੱਲ ਜਿਵੇਂ ਚਕੋਰ ਚੰਦਰਮਾ ਦੇ ਵੱਲ ਇੱਕ ਟਕ ਨਿਗਾਹ ਲਗਾ ਕਰਕੇ ਦੇਖਦੀ ਹੈ, ਤਿਵੇਂ ਮਹਾਰਾਜ ਸਾਹਿਬ ਜੀ ਦੇ ਪਿਆਰ ਵਾਲੇ ਗੁਰਸਿੱਖ ਸਤਿਗੁਰੂ ਜੀ ਦੇ ਮੁਖ ਨੂੰ ਚੰਦਰਮਾ ਵੱਤ ਜਾਣ ਕਰਕੇ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰ ਰਹੇ ਹਨ। ਜਿਵੇਂ ਚੰਦਰਮਾ ਦੇ ਨਾਲ ਚਕੋਰ ਦੀ ਪ੍ਰੀਤ ਹੁੰਦੀ ਹੈ, ਤਿਵੇਂ ਮਹਾਰਾਜ ਸਾਹਿਬ ਜੀ ਦੇ ਸਿੱਖਾਂ ਦਾ ਪਿਆਰ ਗੁਰੂ ਚਰਨਾਂ ਦੇ ਨਾਲ ਐਸੀ ਪ੍ਰੀਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖ ਨੂੰ ਦੇਖਣੇ ਤੋਂ ਚਿੱਤ ਜਿਹੜਾ ਹੈ ਸਾਧ ਸੰਗਤ ਜੀ ਲਾਂਭੇ ਨਹੀਂ ਕਰਦੇ। ਨੇਤਰਾਂ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰੀ ਜਾਂਦੇ ਹਨ। ਇੱਕ ਟਕ ਨਿਗਾਹ ਲਗਾ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ। ਔਰ ਹਜੂਰ ਨੇ ਆਪਣੇ ਸ਼੍ਰੀ ਕੰਠ ਤੋਂ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਸਾਧ ਸੰਗਤ ਜੀ, ਇਹ ਪਾਵਨ ਗੁਰਬਾਣੀ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨੇ ਦੇ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗਣੀ ਅੰਦਰ ਸੁਖਮਨੀ ਇਹ ਪਾਵਨ ਬਾਣੀ ਦਾ ਨਾਮ ਹੈ। ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਜਿਵੇਂ ਸਾਧ ਸੰਗਤ ਜੀ ਇੱਕ ਚੰਦਰਕਾਂਤਾ ਮਣੀ ਹੁੰਦੀ ਹੈ, ਜਿਹੜੇ ਇੱਛਾਧਾਰੀ ਨਾਗ ਹੁੰਦੇ ਆ ਨਾ, ਉਹਨਾਂ ਦੇ ਵਿੱਚੋਂ ਵੱਖੋ ਵੱਖਰੀਆਂ ਮਣੀਆਂ ਦੀਆਂ ਕਿਸਮਾਂ ਹੁੰਦੀਆਂ ਨੇ। ਤਿੰਨਾਂ ਮਣੀਆਂ ਦੀਆਂ ਕਿਸਮਾਂ ਦੇ ਵਿੱਚੋਂ ਇੱਕ ਚੰਦਰਕਾਂਤਾ ਮਣੀ ਹੁੰਦੀ ਹੈ, ਜਿਸ ਨੂੰ ਪ੍ਰਗਟ ਕਰਕੇ ਚੰਦਰਮਾ ਦੀਆਂ ਜਦੋਂ ਕਿਰਨਾਂ ਪੈਂਦੀਆਂ ਨੇ, ਸਾਧ ਸੰਗਤ ਜੀ ਭਾਰੀ ਜਿਹੜੇ ਫਨ ਵਾਲੇ ਜੋ ਨਾਗ ਹੁੰਦੇ ਹਨ ਬਹੁਤ ਜ਼ਹਿਰ ਦੇ ਨਾਲ ਭਰੇ ਹੁੰਦੇ ਹੈ। ਜਦੋਂ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਨੇ ਉਹਦੇ ਵਿੱਚ ਅੰਮ੍ਰਿਤ ਸਿਮਦਾ ਹੈ ਤੇ ਲਗਭਗ 1 ਮਹੀਨੇ ਦੀ ਜਿਹੜੀ ਜ਼ਹਿਰ ਆ ਨਾ ਸੱਪ ਉਹਨੂੰ ਮਿਟਾ ਲੈਂਦੇ ਆ। ਫਿਰ ਉਹ ਸ਼ਾਂਤ ਹੋ ਜਾਂਦੇ ਨੇ ਤੇ ਆਪਣੀ ਜ਼ਹਿਰ ਦੇ ਨਾਲ ਇਹ ਵਡੇਰੀ ਉਮਰ ਦੇ ਸੱਪ ਸੜਦੇ ਰਹਿੰਦੇ, ਕ੍ਰਿਜਦੇ ਰਹਿੰਦੇ ਹਨ।
ਇਹ ਮਹਾਰਾਜ ਹਜੂਰ ਕਹਿੰਦੇ ਹਨ, ਇਹ ਮਣੀ ਦੀ ਤਰ੍ਹਾਂ, ਚੰਦਰਕਾਂਤਾਂ ਦੀ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਇਹ ਮਣੀ ਦੀ ਤਰ੍ਹਾਂ ਅੰਮ੍ਰਿਤ ਦਾ ਰਸ ਦੇਣ ਵਾਲੀ ਗੁਰੂ ਕੀ ਬਾਣੀ ਹੈ। ਸੁਖ ਮਣੀ ਐਸਾ ਮਹਾਰਾਜ ਕਹਿੰਦੇ ਹਨ ਜੋ ਹਿਰਦੇ ਅੰਦਰ ਗਿਆਨ ਰੂਪੀ ਮੰਤਰ ਦੀ ਦਾਤ ਬਖਸ਼ਿਸ਼ ਕਰਕੇ, ਅਮਰ ਕਰ ਦੇਣ ਵਾਲਾ ਅੰਮ੍ਰਿਤ ਬਖਸ਼ਿਸ਼ ਕਰਕੇ ਮਹਾਰਾਜ ਕਹਿੰਦੇ ਜੀਵ ਦੇ ਹਿਰਦੇ ਦੇ ਵਿਕਾਰਾਂ ਰੂਪੀ ਜ਼ਹਿਰ ਨੂੰ ਮਿਟਾਉਣ ਵਾਲੀ ਗੁਰੂ ਕੀ ਬਾਣੀ ਹੈ। ਹਿਰਦੇ ਨੂੰ ਸ਼ਾਂਤ ਕਰਨ ਵਾਲੀ ਹੈ। ਵਿਕਾਰਾਂ ਦੀ ਤਪਸ਼ ਕਰਕੇ ਜੋ ਬਾਰ-ਬਾਰ ਇਹ ਮਨ ਸੜਦਾ ਰਹਿੰਦਾ, ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਦੇ ਪਾਵਨ ਗੁਰਬਾਣੀ ਨੂੰ ਹਿਰਦੇ ਅੰਦਰ ਧਾਰਨ ਕਰਦਾ ਹੈ, ਵੈਰਾਗ ਰੂਪ ਚੰਦਰਮਾ ਜਿਸ ਹਿਰਦੇ ਅੰਦਰ ਚੜ ਜਾਂਦਾ, ਹਿਰਦੇ ਰੂਪ ਆਕਾਸ਼ ਦੇ ਵਿੱਚ ਮਹਾਰਾਜ ਕਹਿੰਦੇ ਫਿਰ ਉਥੋਂ ਗਿਆਨ ਰੂਪੀ ਅੰਮ੍ਰਿਤ ਫੁਰਦਾ ਹੈ। ਜਦੋਂ ਗਿਆਨ ਰੂਪ ਅੰਮ੍ਰਿਤ ਦੀਆਂ ਕਿਰਨਾਂ ਦੇ ਨਾਲ ਮਹਾਰਾਜ ਕਹਿੰਦੇ ਸਿੱਖ ਦੇ ਹਿਰਦੇ ਅੰਦਰ ਐਸੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਫਿਰ ਵਿਕਾਰਾਂ ਰੂਪੀ ਜਿਹੜੀ ਤਪਸ਼ ਹੈ, ਸੜਾਨ ਦੇ ਸਰ ਮਿਟ ਜਾਂਦੀ ਹੈ, ਜ਼ਹਿਰ ਮਿਟ ਜਾਂਦੀ ਹੈ, ਜੀਵ ਅਮਰ ਹੋ ਜਾਂਦਾ ਹੈ। ਔਰ ਸੁਖ ਮਨੀ, ਮੰਨੀ ਸਾਧ ਸੰਗਤ ਜੀ, ਜਿਵੇਂ ਤੋਸੇ ਨੂੰ ਵੀ ਕਿਹਾ ਜਾਂਦਾ ਹੈ। ਦੂਰ ਕਿਤੇ ਜਾਣਾ ਹੋਵੇ ਨਾ, ਤੋਸਾ ਬਣਾਇਆ ਜਾਂਦਾ। ਪੁਰਾਣੇ ਬਜ਼ੁਰਗ ਉਹਨੂੰ ਮੰਨੀ ਵੀ ਕਹਿ ਦਿੰਦੇ ਆ ਕਿ ਜਿਵੇਂ ਮੈਦਾ, ਘਿਓ ਤੇ ਖੰਡ ਪਾ ਕੇ ਇਹਨੂੰ ਤਿਆਰ ਕੀਤਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਤੋਸੇ ਦੀ ਤਰ੍ਹਾਂ ਇਹ ਗੁਰੂ ਕੀ ਬਾਣੀ ਹੈ। ਇਹ ਜੀਵ ਤੋਂ ਪਰਲੋਕ ਦੇ ਵਿੱਚ ਪਹੁੰਚਣਾ ਹੈ, ਪਰਮਾਤਮਾ ਦੇ ਘਰ ਦੇ ਵਿੱਚ ਪਹੁੰਚਣਾ ਹੈ, ਬਹੁਤ ਲੰਬੇਰਾ ਸਫ਼ਰ ਹੈ। ਇਸ ਕਰਕੇ ਇਹ ਗੁਰੂ ਕੀ ਬਾਣੀ ਰੂਪ ਮੰਨੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲੈ। ਜੇ ਇਹ ਗੁਰੂ ਕੀ ਬਾਣੀ ਦਾ ਤੋਸਾ ਤੇਰੇ ਕੋਲ ਹੋਵੇਗਾ, ਫਿਰ ਤੈਨੂੰ ਭੁੱਖਿਆਂ ਤਿਹਾਇਆਂ ਕੋਲ ਮਹਾਰਾਜ ਕਹਿੰਦੇ ਜਾਮਾਂ ਦੇ ਕੋਲ ਫਿਰ ਬਾਰ-ਬਾਰ ਫਰਿਆਦਾਂ ਨਹੀਂ ਕਰਨੀਆਂ ਪੈਣਗੀਆਂ, ਦਰ-ਦਰ ਤੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਐਸਾ ਗੁਰੂ ਕੀ ਬਾਣੀ ਦਾ ਇਹ ਵਿਸ਼ਾਲ ਤੋਸਾ ਹੈ, ਐਸੀ ਇਹ ਮੰਨੀ ਹੈ। ਇਸ ਪਾਵਨ ਗੁਰਬਾਣੀ ਰੂਪ ਤੋਸੇ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਭਗਤੀ ਰੂਪ ਖੰਡ ਪਾਈ ਹੈ, ਗਿਆਨ ਰੂਪੀ ਘਿਓ ਪਾਇਆ ਹੈ, ਔਰ ਇਸੇ ਤਰ੍ਹਾਂ ਨਾਮ ਰੂਪੀ ਮਹਾਰਾਜ ਸਾਹਿਬ ਜੀ ਨੇ ਜਲ ਪਾਵਨਾ ਕੀਤਾ ਹੈ। ਔਰ ਮੈਦਾ ਜਿਹੜਾ ਹੈ ਸਾਧ ਸੰਗਤ ਜੀ, ਪਰਮੇਸ਼ਰ ਦਾ ਗਿਆਨ, ਗਿਆਨ ਰੂਪੀ ਮੈਦਾ ਮਹਾਰਾਜ ਸਾਹਿਬ ਜੀ ਨੇ ਇਸ ਵਿੱਚ ਪਾਇਆ ਹੈ। ਇਸ ਲਈ ਸੁਖ ਮੰਨੀ ਐਸੀ ਤੋਸੇ ਦੀ ਤਰ੍ਹਾਂ ਗੁਰੂ ਕੀ ਬਾਣੀ ਹੈ। ਫਿਰ ਜੋ ਸਾਰੇ ਸੁੱਖਾਂ ਨੂੰ ਸਾਧ ਸੰਗਤ ਜੀ ਸਾਂਭਣ ਵਾਲੇ, ਜਿਵੇਂ ਜੋ ਪ੍ਰਸ਼ਤੀ ਹੁੰਦੀ ਹੈ ਨਾ, ਬਜ਼ੁਰਗਾਂ ਨੂੰ ਪਤਾ ਹੋਵੇਗਾ, ਪੁਰਾਣੇ ਘਰਾਂ ਦੇ ਵਿੱਚ ਪ੍ਰਸ਼ਤੀ ਦੇ ਉੱਪਰ ਜਿਹੜੇ ਕੋਈ ਪਦਾਰਥ ਵਸਤੂਆਂ ਹੁੰਦੀਆਂ ਉਹਨਾਂ ਨੂੰ ਸਾਂਭ ਕਰਕੇ ਰੱਖ ਦਿੱਤਾ ਜਾਂਦਾ, ਉਹਨੂੰ ਪ੍ਰਸ਼ਤੀ ਕਿਹਾ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਸੁਖਦਾਇਕ ਗੁਰੂ ਕੀ ਬਾਣੀ ਪ੍ਰਸ਼ਤੀ ਰੂਪ ਹੈ। ਜੋ ਆਪਣੇ ਹਿਰਦੇ ਅੰਦਰ ਸਤਿਗੁਰੂ ਜੀ ਦੀ ਇਸ ਸੁਖਮਨੀ ਗੁਰੂ ਕੀ ਬਾਣੀ ਨੂੰ ਧਾਰਨ ਕਰ ਲੈਂਦਾ ਹੈ, ਹਜੂਰ ਕਹਿੰਦੇ ਹਨ ਉਹ ਜਿੰਨੇ ਵੀ ਸੁੱਖ ਹੈ ਨਾ ਜੀਵਨ ਦੇ ਵਿੱਚ ਪ੍ਰਾਪਤ ਹੋਣ ਵਾਲੇ ਜਾਂ ਸ਼ੁਭ ਗੁਣਾ ਰੂਪੀ ਸੁੱਖ ਹਨ, ਉਹ ਇਹ ਗੁਰੂ ਕੀ ਬਾਣੀ ਨੂੰ ਸਾਂਭ ਕਰਕੇ ਰੱਖਦੀ ਹੈ। ਜਿਹੜੇ ਸੁੱਖ ਹਨ ਉਹਨਾਂ ਨੂੰ ਬਰਕਰਾਰ ਰੱਖਦੀ ਹੈ, ਕਦੇ ਦੁੱਖਾਂ ਦੇ ਵਿੱਚ ਤਬਦੀਲ ਨਹੀਂ ਹੋਣ ਦਿੰਦੀ। ਐਸੀ ਪ੍ਰਸ਼ਤੀ ਰੂਪ ਮਹਾਰਾਜ ਸਾਹਿਬ ਜੀ ਦੀ ਇਹ ਪਾਵਨ ਗੁਰਬਾਣੀ ਹੈ। ਔਰ ਗੌੜੀ ਸਾਧ ਸੰਗਤ ਜੀ ਰਾਗਣੀ ਦਾ ਨਾਮ ਹੈ, ਸੁਖਮਨੀ ਪਾਵਨ ਬਾਣੀ ਦਾ ਨਾਮ ਹੈ। ਮਹੱਲਾ ਪੰਜਵਾ, ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਹਨ। ਕਈ ਵਾਰ ਸਾਧ ਸੰਗਤ ਜੀ ਸਮਝ ਨਾ ਹੋਣੇ ਕਰਕੇ, ਗੁਰਬਾਣੀ ਦੀ ਸੰਥਿਆ ਨਾ ਕਰਨੇ ਕਰਕੇ ਅਸੀਂ ਮਹਿਲਾ ਬੋਲ ਦਿੰਦੇ ਹਾਂ, ਪਰ ਮਹਿਲਾ ਇਸਤਰੀ ਦਾ ਵਾਚਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਇਸ ਲਈ ਮਹਿਲਾ ਨਹੀਂ ਮਹੱਲਾ ਉਚਾਰਨ ਕਰਨਾ ਚਾਹੀਦਾ ਹੈ। ਸੁਖਮਨੀ ਸਾਹਿਬ ਗੁਰੂ ਕੀ ਬਾਣੀ ਦਾ ਜਾਪ ਬਹੁਤ ਸਾਰੇ ਪ੍ਰੇਮੀ ਗੁਰਸਿੱਖ ਬੜੇ ਪਿਆਰ ਦੇ ਨਾਲ ਪੜ੍ਹਿਆ ਕਰਦੇ ਹੈ, ਪਰ ਸਮਝ ਨਾ ਹੋਣੇ ਕਰਕੇ ਮਹੱਲਾ ਦੀ ਥਾਂ ਮਹਿਲਾ ਸ਼ਬਦ ਉਚਾਰਨ ਕਰ ਦਿੰਦੇ ਹੈ। ਪਰ ਜੋ ਸ਼ੁੱਧ ਉਚਾਰਨ ਹੈ ਉਹ ਮਹੱਲਾ ਦਾ ਹੈ। ਮਹੱਲਾ ਦਾ ਅਰਥ ਹੁੰਦਾ ਸਰੂਪ। ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੁਖਮਨੀ ਸਾਹਿਬ ਪਾਵਨ ਗੁਰਬਾਣੀ ਮਹਾਰਾਜ ਉਚਾਰਨ ਕਰ ਰਹੇ ਹਨ। ਸਲੋਕ ਸਲੋਕ ਜੋ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਹੈ, ਸਵੈ ਸਰੂਪ ਪਰਮਾਤਮਾ ਦੇ ਤੱਕ ਪਹੁੰਚਣ ਦੇ ਲਈ ਜੋ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਐਸਾ ਮਹਾਰਾਜ ਸਾਹਿਬ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਸ਼ਲੋਕ ਉਚਾਰਨ ਕੀਤਾ ਹੈ। ਇੱਕ ਓੰਕਾਰ, ਇੱਕ ਅਦਵੈਤ ਸਰੂਪ ਹੈ, ਇੱਕ ਅਦੁੱਤੀ ਸਰੂਪ ਹੈ,
ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਸਭ ਜੀਵਾਂ ਨੂੰ ਪ੍ਰਕਾਸ਼ ਦੇਣ ਵਾਲਾ, ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਜਿੰਨੀਆਂ ਵੀ ਦੈਵੀ ਸ਼ਕਤੀਆਂ ਹਨ ਤਿੰਨਾਂ ਨੂੰ ਸ਼ਕਤੀਆਂ ਦਾ ਬਲ ਦੇਣ ਵਾਲਾ ਜੋ ਇੱਕ ਪਰਮਾਤਮਾ ਹੈ। ਜਾਤੀ ਵਿਜਾਤੀ ਸਵੈਗਤ ਪ੍ਰਸ਼ੇਦਾਂ ਭੇਦਾਂ ਤੋਂ ਰਹਿਤ ਜੋ ਪਰਮਾਤਮਾ ਦਾ ਸਰੂਪ ਹੈ। ਦੇਸ਼ ਕਾਲ ਵਸਤੂ ਤੋਂ ਰਹਿਤ ਤੋਂ ਪਰਮਾਤਮਾ ਦੀ ਹਸਤੀ ਹੈ। ਐਸਾ ਮਹਾਰਾਜ ਕਹਿੰਦੇ ਸਰਬ ਦਾ ਪ੍ਰਕਾਸ਼ਕ, ਸਭ ਥਾਵਾਂ ਤੇ ਸਰਬ ਵਿਆਪਕ ਉਹ ਪਰਮਾਤਮਾ ਓੰਕਾਰ ਹੈ। ਮਹਾਰਾਜ ਕਹਿੰਦੇ ਜਿਸ ਜੈਸਾ ਕੋਈ ਦੂਜਾ ਹੋਰ ਨਹੀਂ ਸੀ, ਨਾ ਹੈ, ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਐਸਾ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ, ਉਸ ਜੈਸਾ ਕੋਈ ਦੂਜਾ ਨਹੀਂ ਹੈ। ਜੋ ਪਰਮਾਤਮਾ ਦੇ ਓੰਕਾਰ ਦੀ ਸ਼ਕਤੀ ਦੀ ਸਮਸਤ ਹੋ ਸਕੇ, ਐਸਾ ਓੰਕਾਰ ਉਹ ਪਰਮਾਤਮਾ ਹੈ। ਸਤਿਗੁਰ ਪ੍ਰਸਾਦ। ਸਤ ਚੇਤਨ ਸਰੂਪ ਹੈ ਔਰ ਇਸ ਪ੍ਰਕਾਰ ਸਤ ਸਦੀਵੀ ਕਾਲ ਵਾਸਤੇ ਸੱਚਾ ਹੈ। ਸਤ ਉਹ ਪਰਮੇਸ਼ਰ ਦਾ ਨਾਮ ਸਦਾ ਲਈ ਸੱਚਾ ਹੈ। ਪਰਮਾਤਮਾ ਆਪ ਵੀ ਸੱਚਾ ਹੈ, ਗੁਰ ਚੇਤਨ ਸਰੂਪ ਹੈ। ਮਹਾਰਾਜ ਕਹਿੰਦੇ ਪ੍ਰਸਾਦ ਉਹ ਸਦਾ ਹੀ ਆਨੰਦ ਸਰੂਪ ਹੈ, ਕਦੇ ਵੀ ਦੁੱਖਾਂ ਵਿੱਚ ਤਬਦੀਲ ਹੋਣ ਵਾਲਾ ਨਹੀਂ, ਇੱਕ ਰਸ ਰਹਿਣ ਵਾਲਾ ਉਹ ਪਰਮਾਤਮਾ ਜੀ ਦਾ ਸਰੂਪ ਹੈ। ਫਿਰ ਹਜੂਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਮਹਾਰਾਜ ਉਸ ਓੰਕਾਰ ਦੀ ਸ਼ਕਤੀ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਸਤਿਗੁਰੂ ਜੀ ਕਹਿੰਦੇ ਸਤਿਗੁਰ ਪ੍ਰਸਾਦ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ, ਕਿਰਪਾ ਤੋਂ ਬਿਨਾਂ ਨਹੀਂ ਉਹ ਪਰਮਾਤਮਾ ਦੀ ਸ਼ਕਤੀ ਪ੍ਰਾਪਤ ਹੁੰਦੀ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜੀਵ ਤੇ ਤਰਸ ਕਰਨ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ, ਤਾਂ ਹੀ ਉਹ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਨਹੀਂ ਤਾਂ ਆਪੋ ਵਿੱਚ ਮਨੁੱਖ ਜਿੰਨੇ ਮਰਜ਼ੀ ਜਨਮ ਧਾਰਨ ਕਰਕੇ ਯਤਨ ਕਰਦਾ ਰਹੇ, ਜਿੰਨੇ ਮਰਜ਼ੀ ਕਰਮ ਕਾਂਡ, ਦੁਨੀਆ ਦੇ ਤਪ ਸਾਧਨਾ ਆਦਿਕ ਜਲ ਧਾਰਾ ਬਹੁਤੇ ਯਤਨ ਕਰ ਕਰਕੇ ਦੇਖ ਲਵੇ, ਪਰ ਫਿਰ ਵੀ ਓੰਕਾਰ ਦੀ ਸ਼ਕਤੀ ਨੂੰ ਨਹੀਂ ਪਾਇਆ ਜਾ ਸਕਦਾ। ਪੂਰੇ ਸਤਿਗੁਰੂ ਜੀ ਇਹ ਵਿਛੜੇ ਹੋਏ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਣੇ ਦੇ ਸਮਰੱਥ ਹਨ। ਮਹਾਰਾਜ ਸਾਹਿਬ ਜੀ ਦਾ ਬਚਨ ਪੜ੍ਹਦੇ ਹਨ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਮਹਾਰਾਜ ਸਾਹਿਬ ਜੀ ਵਿਛੜਿਆ ਹੋਇਆਂ ਨੂੰ ਮਿਲਾਉਣ ਵਾਲੇ ਹੈ, ਇਸ ਲਈ ਸਤਿਗੁਰੂ ਜੀ ਦੀ ਕਿਰਪਾ ਕਰਕੇ ਓੰਕਾਰ ਨੂੰ ਪਾਇਆ ਜਾ ਸਕਦਾ ਹੈ। ਆਦ ਗੁਰ ਏ ਨਮਹਿ। ਹਜੂਰ ਕਹਿੰਦੇ ਹਨ ਆਦ ਰੂਪ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸਾਡੀ ਨਮਸਕਾਰ ਹੈ। ਜੋ ਸ੍ਰਿਸ਼ਟੀ ਦੇ ਆਕਾਰ ਬਣਨੇ ਤੋਂ ਪਹਿਲਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ। ਆਦ ਗੁਰ ਏ ਨਮਹਿ। ਸਤ ਸੰਗਤ ਜੀ ਇਹ ਵੀ ਵੱਖਰਾ ਕਰਕੇ ਉਚਾਰਨ ਕਰੀਦਾ, ਕਈ ਵਾਰ ਗੁਰੇ ਪਾਠ ਕਰ ਦਿੱਤਾ ਜਾਂਦਾ, ਪਰ ਆਦ ਗੁਰ ਏ ਨਮਹਿ ਇਹ ਵੱਖਰਾ ਕਰਕੇ ਉਚਾਰਨ ਕਰੀਦਾ ਹੈ। ਮਹਾਰਾਜ ਕਹਿੰਦੇ ਸਾਡੀ ਨਮਸਕਾਰ ਹੈ ਜਗਤ ਗੁਰੂ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਹੈ। ਜੁਗਾਦ ਗੁਰ ਏ ਨਮਹਿ। ਜੁਗਾਂ ਜੁਗਾਂ ਵਿੱਚ ਵਰਤਣ ਵਾਲੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਨੂੰ ਸਾਡੀ ਨਮਸਕਾਰ ਹੈ। ਜੁਗਾਦ ਜੁਗ ਆਦਿਕ ਜੁਗਾਂ ਵਿੱਚ ਵਰਤਣ ਵਾਲੇ ਪਰਮੇਸ਼ਰ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਹੋਏ ਬਾਬਾ ਲਹਿਣਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਸਤਿਗੁਰ ਏ ਨਮਹਿ। ਫਿਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਹੈ, ਜੋ ਸਤ ਪ੍ਰਤੱਗੀ ਹਨ। ਸਤਿਗੁਰ ਏ ਨਮਹਿ ਜੋ ਸਤ ਪ੍ਰਤੱਗੀ ਹਨ, ਜੀਵਨ ਪਰਯੰਤ ਜਿਨ੍ਹਾਂ ਨੇ ਸੱਚ ਨੂੰ ਧਾਰਨ ਕਰਕੇ ਰੱਖਿਆ, ਐਸੇ ਸਤ ਪ੍ਰਤੱਗੀ ਹਨ। ਇਤਿਹਾਸ ਅੰਦਰ ਜ਼ਿਕਰ ਆਉਂਦਾ ਹੈ, ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਸਤਿਗੁਰੂ ਅਮਰਦਾਸ ਸਾਹਿਬ ਜੀ ਨੂੰ ਭੇਜ ਦਿੱਤਾ ਸੀ ਕਿ ਨਗਰ ਵਸਾਓ, ਫਿਰ ਆਪਣਾ ਪਰਿਵਾਰ ਵੀ ਮਹਾਰਾਜ ਨੇ ਬਚਨ ਕੀਤਾ ਸੀ ਉੱਥੇ ਹੀ ਲੈ ਆਵੋ। ਫਿਰ ਬਹੁਤ ਸਾਰੇ ਲੋਕ ਵੀ ਦੂਰੋਂ ਦੂਰੋਂ ਆ ਕੇ ਗੋਇੰਦਵਾਲ ਸਾਹਿਬ ਨਗਰ ਵਿੱਚ ਵਸੇ ਸਨ। ਮਹਾਰਾਜ ਸਾਹਿਬ ਜੀ ਨੇ ਕਾਲ ਨੂੰ ਵੀ ਸਾਧ ਸੰਗਤ ਜੀ ਪ੍ਰਵੇਸ਼ ਨਹੀਂ ਸੀ ਹੋਣ ਦਿੱਤਾ ਗੋਇੰਦਵਾਲ ਨਗਰ ਦੇ ਅੰਦਰ। ਐਸਾ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਸਤ ਪ੍ਰਤੱਗੀ ਹੈ। ਹਜੂਰ ਦੇ ਚਰਨਾਂ ਵਿੱਚ ਇੱਕ ਜੋ ਬਜ਼ੁਰਗ ਮਾਤਾ ਮਰੇ ਹੋਏ ਪੁੱਤਰ ਨੂੰ ਲੈ ਕੇ ਆਈ ਸੀ ਕਿ ਮਹਾਰਾਜ ਮੇਰਾ ਨੌਜਵਾਨ ਪੁੱਤਰ ਚੜ੍ਹਾਈ ਕਰ ਗਿਆ, ਮਰ ਗਿਆ ਹੈ, ਤੁਸੀਂ ਜਿਉਂਦਾ ਕਰੋ, ਤੁਸੀਂ ਸਮਰੱਥ ਹੋ, ਪਰਮੇਸ਼ਰ ਸਰੂਪ ਹੋ, ਤੇ ਮਹਾਰਾਜ ਆਪ ਤੋਂ ਬਿਨਾਂ ਮੇਰਾ ਕੌਣ ਹੈ।
ਤੇ ਹਜੂਰ ਨੇ ਦਇਆ ਦੇ ਘਰ ਵਿੱਚ ਆ ਕੇ ਬਜ਼ੁਰਗ ਮਾਤਾ ਦਾ ਪੁੱਤਰ ਜਿਉਂਦਾ ਕਰ ਦਿੱਤਾ ਸੀ। ਤੇ ਨਾਲ ਇਹ ਵਿਚਾਰ ਕੇ ਬਚਨ ਕੀਤਾ, ਹੈ ਗੁਰਸਿੱਖੋ, ਅੱਜ ਇਹ ਮਾਂ, ਇਹ ਬਜ਼ੁਰਗ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਆਈ, ਇੱਥੇ ਤਾਂ ਰੋਜ਼ ਪੰਗਤਾਂ ਲਾਈਨਾਂ ਬਣੀਆਂ ਰਿਹਾ ਕਰਨਗੀਆਂ। ਇਸ ਕਰਕੇ ਮਹਾਰਾਜ ਕਹਿੰਦੇ ਜਿੰਨਾ ਸਮਾਂ ਵੀ ਅਸੀਂ ਗੋਇੰਦਵਾਲ ਸਾਹਿਬ ਵਿੱਚ ਹਾਂ, ਉਹਨਾਂ ਸਮਾਂ ਕਾਲ ਇੱਥੇ ਪ੍ਰਵੇਸ਼ ਹੀ ਨਹੀਂ ਕਰ ਸਕੇਗਾ। ਐਸੇ ਸਤਿਪ੍ਰਤੱਗੀ ਮਹਾਰਾਜ ਜੀ ਹਨ। 22 ਸਾਲ ਗੋਇੰਦਵਾਲ ਸਾਹਿਬ ਸਤਿਗੁਰੂ ਜੀ ਰਹੇ ਹੈ, ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ। ਤੇ 22 ਸਾਲਾਂ ਦੇ ਵਿੱਚ ਕੋਈ ਮਨੁੱਖ ਤਾਂ ਕੀ, ਪਸ਼ੂ ਪਰਿੰਦਾ ਵੀ ਕੋਈ ਮਰਿਆ ਨਹੀਂ ਸੀ। ਮਹਾਰਾਜ ਜੀ ਨੇ ਕਾਲ ਨੂੰ ਬੰਨ ਕਰਕੇ ਰੱਖਿਆ। ਐਸੇ ਸਤਿਪ੍ਰਤੱਗੀ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਹਨ। ਇੱਕ ਵਾਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸੱਜੀ ਬਾਹ ਮਹਾਰਾਜ ਸਾਹਿਬ ਜੀ ਦੀ ਫੜੀ ਹੋਈ ਤੇ ਤੁਰੇ ਜਾ ਰਹੇ ਨੇ। ਗਰੀਬ ਨਵਾਜ ਸਤਿਗੁਰੂ ਜੀ ਅਚਨਚੇਤ ਮਹਾਰਾਜ ਸਾਹਿਬ ਦੀ ਜਿਹੜੀ ਖੱਬੀ ਬਾਹ ਸੀ ਨਾ, ਸਤਿਗੁਰੂ ਜੀ ਤੋਂ ਅੱਗੇ ਹੋ ਗਈ। ਤੇ ਮਨ ਵਿੱਚ ਇੰਨਾ ਜ਼ਿਆਦਾ ਵੈਰਾਗ ਪੈਦਾ ਹੋਇਆ ਕਿ ਸਤਿਗੁਰੂ ਜੀ ਦੀ ਅਸੀਂ ਕਦੇ ਵੀ ਨਿਰਾਦਰੀ ਨਹੀਂ ਕੀਤੀ, ਬਾਹ ਨੇ ਨਿਰਾਦਰੀ ਕੀਤੀ, ਇਹਨੂੰ ਛਾਤੀ ਦੇ ਨਾਲ ਲਾ ਕੇ ਸਾਧ ਸੰਗਤ ਜੀ ਸੁਕਾ ਦਿੱਤਾ ਸੀ। ਪਹਿਲਾਂ ਕਹਿੰਦੇ ਕਿ ਇਹਨੂੰ ਕੱਟ ਦੇਣਾ, ਇਹਨੇ ਮਹਾਰਾਜ ਜੀ ਦਾ ਨਿਰਾਦਰ ਕੀਤਾ। ਫਿਰ ਵਿਚਾਰ ਕੀਤੀ ਕਿ ਸਤਿਗੁਰੂ ਜੀ ਨਾਰਾਜ਼ ਹੋ ਜਾਣਗੇ ਜੇ ਬਾਹ ਨੂੰ ਕੱਟ ਦਿੱਤਾ। ਕੱਟ ਦੇਣਾ, ਉਹਦੇ ਤੋਂ ਕੰਮ ਨਾ ਲੈਣਾ, ਇੱਕੋ ਹੀ ਬਰਾਬਰ ਹੁੰਦਾ ਹੈ। ਇਹ ਮਹਾਰਾਜ ਸਾਹਿਬ ਜੀ ਐਸੇ ਸਤਿਪ੍ਰਤੱਗੀ ਹੈ। ਇਸ ਲਈ ਹਜੂਰ ਕਹਿੰਦੇ ਹਨ ਸਤਿਗੁਰ ਇਹ ਨਮ ਹੈ, ਸਤ ਸਤਿਪ੍ਰਤੱਗੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਸ੍ਰੀ ਗੁਰਦੇਵ ਏ ਨਮః। ਸ੍ਰੀ ਸ਼੍ਰੋਮਣੀ ਸ੍ਰੀ ਮਾਇਆ ਨੂੰ ਧਾਰਨ ਕਰਨ ਵਾਲੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਸ੍ਰੀ ਸ਼ਬਦ ਸਾਧ ਸੰਗਤ ਜੀ, ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਨਾ ਕਿ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਰਨ ਦਿੱਤੀ ਸੀ ਮਾਇਆ ਨੂੰ। ਸ੍ਰੀ ਨਾਮ ਮਾਇਆ ਦਾ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਤੋਂ 12 ਕੋ ਮਾਇਆ ਦੂਰ ਰਿਹਾ ਕਰਦੇ ਸੀ। ਕਹਿੰਦੇ ਮਹਾਰਾਜ ਧਾਰਨ ਕਰ ਲਓ, ਪਰ 12 ਕੋ ਦੂਰ ਮਹਾਰਾਜ ਸਾਹਿਬ ਜੀ ਨੇ ਇਸ ਨੂੰ ਰੱਖਣਾ ਕੀਤਾ। ਦੂਜੇ ਸਰੂਪ ਦੇ ਅੰਦਰ 6 ਕੋ ਤੱਕ ਮਹਾਰਾਜ ਸਾਹਿਬ ਜੀ ਨੇ ਦੂਰ ਰੱਖਿਆ ਹੈ। ਤੀਜੇ ਸਰੂਪ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਸਮੇਂ ਇਹ ਮਾਇਆ ਸਾਧ ਸੰਗਤ ਜੀ ਦਰਵਾਜ਼ੇ ਦੇ ਆ ਕਰਕੇ ਖੜ ਗਈ, ਦਰਵਾਜ਼ੇ ਤੱਕ ਇਸ ਨੂੰ ਸੀਮਿਤ ਰੱਖਿਆ। ਤੇ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਨੂੰ ਧਾਰਨ ਕੀਤਾ। ਭਾਵ ਜੋ ਸ਼ਰਨ ਦੇ ਵਿੱਚ ਆਈ ਹੋਈ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਦਰ ਪ੍ਰਵੇਸ਼ ਹੋਣ ਦੇਣਾ ਕੀਤਾ। ਤਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਚੌਹਾਂ ਦਰਵਾਜ਼ਿਆਂ ਤੋਂ ਸਾਧ ਸੰਗਤ ਜੀ ਬੇਅੰਤ ਸੰਗਤਾਂ ਮਾਇਆ ਭੇਟ ਕਰਦੀਆਂ ਹਨ। ਜੋ ਗੁਰੂ ਕੀ ਸੰਗਤ ਦੇ ਵਾਸਤੇ, ਗੁਰੂ ਘਰ ਦੇ ਵਾਸਤੇ ਸਾਧ ਸੰਗਤ ਜੀ ਪਿਆਰ ਦੇ ਨਾਲ ਸਿੱਖ ਸੰਗਤਾਂ ਗੁਰੂ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਮਹਾਰਾਜ ਸਾਹਿਬ ਜੀ ਨੇ ਇਹਨੂੰ ਅੰਗੀਕਾਰ ਕੀਤਾ। ਇਸ ਲਈ ਸ੍ਰੀ ਗੁਰਦੇਵ ਏ ਨਮః ਹੈ। ਮਹਾਰਾਜ ਸਾਹਿਬ ਜੀ ਨੇ ਸ੍ਰੀ ਸ਼ਬਦ ਨਾਲ ਉਚਾਰਨ ਕੀਤਾ ਹੈ। हे ਮਹਾਰਾਜ, ਆਪ ਜੀ ਮਾਇਆ ਨੂੰ ਵੀ ਧਾਰਨ ਕਰਨ ਵਾਲੇ, ਅੰਗੀਕਾਰ ਕਰਨ ਵਾਲੇ ਹੋ। हे ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ। ਅਸ਼ਟਪਦੀ। ਅਸ਼ਟਪਦੀ ਤੋਂ ਭਾਵ ਅਸ਼ਟ ਕਹਿੰਦੇ ਨੇ 8 ਨੂੰ, ਪਦੀ ਕਿਹਾ ਜਾਂਦਾ ਪਦਿਆਂ ਨੂੰ, ਪੌੜੀਆਂ ਨੂੰ। ਮਹਾਰਾਜ ਸਾਹਿਬ ਜੀ ਇਹ ਸ਼ਲੋਕ ਦੇ ਅੰਦਰ 8 ਪਦੀਆਂ ਵਾਲੇ, 8 ਪੌੜੀਆਂ ਵਾਲੇ ਹੁਣ ਸ਼ਬਦ ਉਚਾਰਨ ਕਰਨ ਲੱਗੇ ਹੈ। 24 ਸ਼ਲੋਕ ਅਤੇ 24 ਅਸ਼ਟਪਦੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਹਨ। ਹਜੂਰ ਫਰਮਾਉਂਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਆ, ਇਹ ਗੁਰਸਿੱਖੋ ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਆਤਮਿਕ ਸੁਖ ਪਾਉਣਾ ਚਾਹੁੰਦੇ ਹੋ, ਸਦੀਵੀ ਕਾਲ ਰਹਿਣ ਵਾਲਾ ਜੇ ਪਰਮ ਸੁਖ ਪ੍ਰਾਪਤ ਕਰਨਾ ਚਾਹੁੰਦੇ ਹੋ, ਤੇ ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕਰਿਆ ਕਰੋ। ਯਾਦ ਵਿੱਚ ਜੁੜਨ ਦੀ ਯੋਗ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰੋ। ਜਿਸ ਵਾਹਿਗੁਰੂ ਦੀ ਯਾਦ ਵਿੱਚ ਜੁੜਨੇ ਕਰਕੇ ਪਰਮ ਸੁਖ ਪ੍ਰਾਪਤ ਹੋ ਜਾਂਦਾ ਹੈ। ਜਗਤ ਦੀ ਪਦਾਰਥਾਂ ਦੀ, ਵਸਤੂਆਂ ਦੀ, ਧਨ ਦੌਲਤ ਦੀ ਯਾਦ ਵਿੱਚ ਜੁੜਨੇ ਕਰਕੇ ਪ੍ਰਾਪਤ ਹੋ ਜਾਂਦੇ ਯਤਨ ਕਰਨੇ ਦੇ ਨਾਲ, ਪਰ ਉਹ ਸੁਖ ਸਦੀਵੀ ਕਾਲ ਨਹੀਂ ਰਹਿੰਦਾ। ਸਦਾ ਵਾਸਤੇ ਰਹਿਣ ਵਾਲਾ ਸੁਖ ਪਰਮਾਤਮਾ ਦੇ ਸਿਮਰਨ ਦੇ ਵਿੱਚ ਹੈ। ਜੋ ਜੀਵ ਨੂੰ ਆਤਮਾ ਕਰਕੇ ਪਰਮ ਸੁਖ ਪ੍ਰਾਪਤ ਹੋਣ ਵਾਲਾ ਹੈ। ਇਹ ਗੁਰਸਿੱਖੋ
ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਕਾਲ ਕਲੇਸ਼ ਤਨ ਮਾਹਿ ਮਿਟਾਵੋ। ਕਲਯੁਗ ਦੇ ਭਿਆਨਕ ਸਮੇਂ ਵਿੱਚ ਪੈਣ ਵਾਲੇ ਜੋ ਕਲੇਸ਼ ਹਨ, ਝਗੜੇ ਆਦਿਕ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਤਨ ਦੇ ਵਿੱਚੋਂ, ਮਨ ਵਿੱਚੋਂ, ਸੂਖਸ਼ਮ ਤਨ ਦੇ ਵਿੱਚੋਂ ਵੀ ਮਿਟਾ ਦੇਣਾ ਕਰੋ। ਜੋਗੀ ਜਨਾਂ ਨੇ 5 ਪ੍ਰਕਾਰ ਦੇ ਕਲੇਸ਼ ਮੰਨੇ ਆ: ਅਵਿਦਿਆ, ਅਸਮਤਾ, ਅਭਿਨਿਵੇਸ਼, ਰਾਗ ਅਤੇ ਦੁਵੇਸ਼। ਇਹ 5 ਪ੍ਰਕਾਰ ਦੇ ਜੋ ਯੋਗੀਆਂ ਨੇ ਕਲੇਸ਼ ਮੰਨੇ ਹੋਏ ਹਨ। ਮਹਾਰਾਜ ਕਹਿੰਦੇ ਇਹ 5 ਪ੍ਰਕਾਰ ਦੇ ਕਲੇਸ਼ ਵੀ ਮਿਟ ਜਾਂਦੇ ਜੇ ਪਰਮਾਤਮਾ ਦਾ ਸਿਮਰਨ ਕਰੀਏ। ਜੀਵਨ ਕਾਲ ਦੌਰਾਨ ਜ਼ਿੰਦਗੀ ਵਿੱਚ ਪਤਾ ਨਹੀਂ ਕਦੇ ਕਿਸੇ ਗੱਲੋਂ, ਕਦੇ ਕਿਸੇ ਪੱਖ ਤੋਂ ਕਲੇਸ਼ ਪੈ ਜਾਂਦਾ ਹੈ, ਪਰ ਇਹ ਜੀਵ ਜੇ ਪਰਮਾਤਮਾ ਦਾ ਸਿਮਰਨ ਕਰੇ, ਮਹਾਰਾਜ ਕਹਿੰਦੇ ਕਲ ਕਲੇਸ਼ ਤਨ ਮਾਹਿ ਮਿਟਾਵੋ। ਤਨ ਸੂਖਸ਼ਮ ਮਨ ਦੇ ਵਿੱਚ ਪ੍ਰਤੱਖ ਵੀ ਤਨ ਕਰਕੇ ਵੀ ਭਾਵੇਂ ਕਲੇਸ਼ ਪਏ ਹੋਏ ਐ, ਸਭ ਮਿਟ ਜਾਣਾ ਕਰਨਗੇ। ਵਾਹਿਗੁਰੂ ਦਾ ਸਿਮਰਨ ਕਰਕੇ ਕਲ ਕਲੇਸ਼ਾਂ ਨੂੰ, ਝਗੜਿਆਂ ਨੂੰ ਮਿਟਾ ਲੈਣਾ ਕਰ। ਸਿਮਰੋ ਜਾਸ ਬਿਸੁੰਭਰ ਏਕੈ। ਹਜੂਰ ਕਹਿੰਦੇ ਹਨ ਜਿਸ ਪਰਮਾਤਮਾ ਦਾ ਸਿਮਰਨ ਕਰਨੇ ਦੇ ਨਾਲ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਸਭ ਸੁਖ ਪ੍ਰਾਪਤ ਹੋ ਜਾਂਦੇ ਹੈ, ਕਲ ਕਲੇਸ਼ ਮਿਟ ਜਾਂਦੇ ਹਨ। ਹੇ ਜੀਵ, ਪਰਮਾਤਮਾ ਦਾ ਸਿਮਰਨ ਕਰਿਆ ਕਰ ਜੋ ਸਾਰੀ ਸ੍ਰਿਸ਼ਟੀ ਨੂੰ ਭਰਨ ਵਾਲਾ ਹੈ। ਕਰਮਾਂ ਅਨੁਸਾਰ, ਪ੍ਰਾਰਬਧ ਅਨੁਸਾਰ ਸਰਬ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਵਾਲਾ ਹੈ। ਵਿਸ਼ਵਮ ਭਰ, ਵਿਸ਼ਵ ਨਾਮ ਸੰਸਾਰ ਦਾ ਹੈ ਤੇ ਭਰ ਨਾਮ ਭਰਨੇ ਵਾਲੇ ਦਾ, ਦਾਤਾਂ ਦੇਣ ਵਾਲੇ ਦਾ, ਦਾਤੇ ਪਰਮਾਤਮਾ ਦਾ ਹੈ। ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲਾ ਹੈ, ਸਰਬ ਜੀਵਾਂ ਦੇ ਕਰਮਾਂ ਅਨੁਸਾਰ ਝੋਲੀ ਨੂੰ ਭਰਨ ਵਾਲਾ ਹੈ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਸਿਮਰੋ ਜਾਸ ਵਿਸ਼ਵਮ ਭਰ ਏਕੈ। ਜੋ ਪ੍ਰਮਾਤਮਾ ਸਾਰੇ ਵਿਸ਼ਵ ਨੂੰ, ਸਾਰੇ ਸੰਸਾਰ ਦੇ ਸੂਖਸ਼ਮ ਤੇ ਸਥੂਲ ਜੀਵਾਂ ਨੂੰ ਭਰ ਰਿਹਾ ਹੈ। ਸਭ ਜੀਵਾਂ ਨੂੰ ਕਰਮਾਂ ਅਨੁਸਾਰ, ਪ੍ਰਾਰਬਧ ਅਨੁਸਾਰ ਦਾਤਾਂ ਪ੍ਰਦਾਨ ਕਰੀ ਜਾ ਰਿਹਾ ਹੈ, ਕਰਦਾ ਸੀ, ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਕਰਦਾ ਰਹੇਗਾ। ਇਹ ਜੀਵ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਜੋ ਤੈਨੂੰ ਵੀ ਭਰਨ ਵਾਲਾ ਹੈ, ਤੇਰੇ ਹਿਰਦੇ ਨੂੰ ਵੀ ਪ੍ਰੇਮ ਰੂਪੀ ਜਲ ਦੇ ਨਾਲ ਭਰਨ ਵਾਲਾ ਹੈ। ਮਹਾਰਾਜ ਕਹਿੰਦੇ ਜੋ ਪ੍ਰੇਮ ਰੂਪ ਜਲ ਤੋਂ ਬਿਨਾਂ ਹਿਰਦਾ ਰੂਪ ਤਲਾਬ ਤੇਰਾ ਸੁੱਕਾ ਪਿਆ ਹੈ ਨਾ, ਜਿਸ ਕਰਕੇ ਸ਼ੁਭ ਗੁਣਾ ਰੂਪੀ ਕਮਲ ਦੀਆਂ ਪੰਖੜੀਆਂ ਨੇ ਖਿੜਦੀਆਂ ਪਈਆਂ, ਹੰਕਾਰ ਦੀ ਬਦਬੂ ਆ ਰਹੀ ਤੇਰੇ ਹਿਰਦੇ ਰੂਪ ਤਲਾਬ ਦੇ ਵਿੱਚੋਂ, ਪਰਮਾਤਮਾ ਦਾ ਸਿਮਰਨ ਕਰੇਗਾ, ਇਸ ਨੂੰ ਪ੍ਰੇਮ ਰੂਪ ਜਲ ਦੇ ਨਾਲ ਵਾਹਿਗੁਰੂ ਭਰ ਦੇਵੇਗਾ। ਐ ਜੀਵ ਉਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਨਾਮ ਜਪਤ ਆਗੰਤ ਅਨੇਕੈ। ਅਨੇਕਾਂ ਹੀ ਪਰਮਾਤਮਾ ਦੇ ਨਾਮ ਹਨ ਤੇ ਜਪਣ ਵਾਲੇ ਵੀ ਅਨੇਕਾਂ ਹੀ ਹੈ। ਮਹਾਰਾਜ ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ ਨਾ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ। ਅਨੰਤਾ ਸ਼ਬਦ ਦਾ ਅਰਥ ਹੁੰਦਾ ਹੈ ਜਿਹਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਐਂਡਲੈਸ, ਜਿਹਦਾ ਕਦੇ ਐਂਡ ਹੋ ਹੀ ਨਹੀਂ ਸਕਦਾ, ਅੰਤ ਨਹੀਂ ਪੈਂਦਾ ਪਰਮਾਤਮਾ ਦੇ ਨਾਵਾਂ ਦਾ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹੇ ਪਰਮਾਤਮਾ, ਆਪ ਜੀ ਦੇ ਬੇਅੰਤ ਨਾਮ ਹਨ, ਕਿੰਨੇ ਕੋ ਨਾਮ ਕੋ ਕਥਨ ਕਰ ਲਵੇਗਾ। ਸ਼ੇਸ਼ ਨਾਗ ਕਹਿੰਦੇ ਕਿ ਆਪਣੀ ਰਸਨਾ ਤੋਂ ਹਰ ਰੋਜ਼ ਨਿਤ 2000 ਨਾਮ ਪਰਮੇਸ਼ਰ ਦਾ ਲੈਂਦਾ, ਪਰ ਫਿਰ ਵੀ ਮਹਾਰਾਜ ਕਹਿੰਦੇ ਅੰਤ ਨਹੀਂ ਪਾਇਆ ਜਾ ਰਿਹਾ। ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਮਹਾਰਾਜ ਫਿਰ ਵੀ ਆਪ ਜੀ ਦੇ ਭੇਦ ਨੂੰ ਜਾਣਿਆ ਨਹੀਂ, ਤੇ ਫਿਰ ਕਿੰਨਾ ਕੋ ਮਹਾਰਾਜ ਆਪ ਜੀ ਦੇ ਨਾਮ ਕੋ ਉਚਾਰਨ ਕਰ ਲਵੇਗਾ। ਬੇਅੰਤ ਆਪ ਜੀ ਦੇ ਨਾਮ ਹਨ, ਇਸ ਲਈ ਹਜੂਰ ਨੇ ਉਚਾਰਨ ਕੀਤਾ ਹੈ, ਹੇ ਪ੍ਰਮਾਤਮਾ ਜੀ ਨਾਮ ਜਪਤ ਅਗਨਤ ਅਨੇਕ ਹੈ। ਗਿਣਤੀ ਤੋਂ ਰਹਿਤ ਮਹਾਰਾਜ, ਗਿਣਤੀ ਨਹੀਂ ਕੀਤੀ ਜਾ ਸਕਦੀ, ਤੇ ਜਪਣ ਵਾਲੇ ਵੀ ਅਨੇਕਾਂ ਹੀ ਹੈ। ਜੋ ਕੋਈ ਵੀ ਸੰਸਾਰ ਦੇ ਅੰਦਰ ਜਾਪ ਕਰ ਰਿਹਾ ਹੈ, ਮਹਾਰਾਜ ਆਪ ਜੀ ਦਾ ਹੀ ਜਾਪ ਕਰ ਰਿਹਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਮਹਾਰਾਜ ਕੋਈ ਹਿੰਦੂ ਮਤ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪੂਜਨ, ਦਿਵਰੇ ਦਾ ਪੂਜਨ ਕਰਦਾ ਪਿਆ ਹੈ। ਕੋਈ ਮਸੀਤ ਵਿੱਚ ਜਾ ਕਰਕੇ ਮਹਾਰਾਜ ਖੁਦਾ ਦੀ ਇਬਾਦਤ ਕਰ ਰਿਹਾ ਹੈ। ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਢੰਗ ਦੇ ਨਾਲ ਕੋਈ ਯਤਨ ਕਰਦਾ ਪਿਆ, ਨਾਮ ਜਪਦਾ, ਪਰ ਨਾਮ ਮਹਾਰਾਜ ਆਪ ਜੀ ਦਾ ਜਪ ਰਿਹਾ ਹੈ। ਕਿਉਂਕਿ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਲੋਗਾ ਭਰਮ ਨਾ ਭੁੱਲਹੁ ਭਾਈ, ਖਾਲਕ ਖਲਕ ਖਲਕ ਮਹਿ ਖਾਲਕ। ਉਹ ਪ੍ਰਮਾਤਮਾ ਸਾਰੀ ਖਲਕਤ ਦੇ ਅੰਦਰ ਵਸਦਾ ਪਿਆ ਹੈ। ਤੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਆਪਣੇ ਜਾਪ ਉਹ ਆਪ ਹੀ ਪ੍ਰਮਾਤਮਾ ਕਰੀ ਜਾ ਰਿਹਾ ਹੈ, ਆਪ ਹੀ ਜੀਵਨ ਰੂਪ ਹੋ ਕਰਕੇ ਆਪਣਾ ਜਾਪ ਕਰ ਰਿਹਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ ਜੇ ਬੇਅੰਤ ਅਣਗਿਣਤ ਪਰਮੇਸ਼ਰ ਦੇ ਨਾਮ ਹੈ ਨਾ, ਤੇ ਨਾਮ ਜਪਣ ਵਾਲੇ ਵੀ ਅਨੇਕਾਂ ਹੀ ਹਨ। ਬੇਅੰਤ ਪਰਮੇਸ਼ਰ ਦਾ ਨਾਮ ਦਾ ਜਾਪ ਕਰਨ ਵਾਲੇ ਜੀਵ ਹਨ। ਵੇਦ ਪੁਰਾਨ ਸਿਮਰਤ ਸੁਦਾਖਰ। 4 ਵੇਦਾਂ ਨੂੰ, 18 ਪੁਰਾਣਾਂ ਨੂੰ, 27 ਸਿਮਰਤੀਆਂ ਦੇ ਅੱਖਰਾਂ ਅੱਖਰਾਂ ਦਾ ਵਿਖਿਆਨ ਕੀਤਾ ਹੈ। ਸੁਦਾਖਰ ਤਿੰਨਾਂ ਨੂੰ ਸੋਧ ਸੋਧ ਕਰਕੇ ਦੇਖਿਆ ਹੈ। ਇਹ ਮਹਾਰਾਜ ਕਹਿੰਦੇ ਭਾਵੇਂ ਪੁਰਾਣਾਂ ਦਾ, ਵੇਦਾਂ ਦਾ, ਸਿਮਰਤੀਆਂ ਦੇ ਵਿਚਲਾ ਜੋ ਗਿਆਨ ਹੈ, ਤੱਤ ਹੈ, ਹਰ ਇੱਕ ਅੱਖਰ ਨੂੰ ਵਾਚ ਕਰਕੇ ਸੋਧ ਕਰਕੇ ਦੇਖਿਆ ਹੈ। ਕੀਨੇ RAM ਨਾਮ ਇੱਕ ਆਖਰ। ਆਖਰਕਾਰ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਸੱਚਾ ਕੀਤਾ ਹੈ। ਸੱਚੇ ਨਾਮ ਪਰਮੇਸ਼ਰ ਦੇ ਨਾਮ ਨੂੰ ਹੀ ਸੱਚਾ ਗਿਣਿਆ ਹੈ। ਸਭ ਤੋਂ ਉੱਤਮ ਤੇ ਪਰਮ ਪਰਮੇਸ਼ਰ ਦੇ ਨਾਮ ਨੂੰ ਸਭ ਨੇ ਕਿਹਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਕਹਿੰਦੇ ਕਿ ਸਿਮਰਤੀਆਂ ਵੀ, ਪੁਰਾਣ ਵੀ, ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਵੇਦ ਆਦਿਕ ਹੈ, ਇਹ ਸਭ ਪੁਕਾਰ ਪੁਕਾਰ ਕਰਕੇ, ਉੱਚੀ ਕੂਕ ਕੂਕ ਕਰਕੇ ਕਹਿੰਦੇ ਹਨ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਕਿ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਭ ਕੁਝ ਕੂੜਾ ਹੈ, ਝੂਠਾ ਹੈ, ਸਭ ਕੁਝ ਹੋਛਾ ਹੈ, ਸਦਾ ਵਾਸਤੇ ਰਹਿਣ ਵਾਲਾ ਨਹੀਂ ਹੈ। ਪਰਮੇਸ਼ਰ ਦਾ ਨਾਮ ਹੈ ਜੋ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਇਸ ਲਈ ਮਹਾਰਾਜ ਕਹਿੰਦੇ ਸਿਮਰਤ ਸੰਸਾਰ ਦੇ ਅੰਦਰ ਜਿਹੜੇ ਭਾਵੇਂ ਸਿਮਰਤੀਆਂ ਹੈ, ਵੇਦ ਪੁਰਾਣ ਸਿਮਰਤ ਸੁਦਾਖਰ, ਤਿੰਨਾਂ ਨੂੰ ਸੋਧ ਸੋਧ ਕਰਕੇ ਅੱਖਰ ਅੱਖਰ ਨੂੰ ਵਿਚਾਰ ਕਰਕੇ ਵਾਚ ਕੇ ਦੇਖਿਆ। ਕੀਨੇ RAM ਨਾਮ ਇੱਕ ਆਖਿਰ, ਸਭ ਨੇ ਇੱਕ ਪਰਮੇਸ਼ਰ ਦੇ ਨਾਮ ਨੂੰ ਹੀ ਸੱਚਾ ਕਥਨ ਕੀਤਾ ਹੈ। ਔਰ ਇਸੇ ਪ੍ਰਕਾਰ ਜਿਵੇਂ ਸਾਧ ਸੰਗਤ ਜੀ ਵੇਦ ਦੀਆਂ ਲੱਖ ਸੁਰਤੀਆਂ ਮੰਨੀਆਂ ਗਈਆਂ ਹਨ, ਵੇਦ ਦੀਆਂ ਜਦੋਂ ਤਿੰਨਾਂ ਸੁਰਤੀਆਂ ਨੂੰ ਵੰਡਣਾ ਸੀ ਤੇ ਸ਼ਿਵ ਜੀ ਦੀ ਡਿਊਟੀ ਲਗਾਈ ਗਈ। ਸਭ ਦੇਵਤਿਆਂ ਨੇ ਮਿਲ ਕਰਕੇ 33 ਕਰੋੜ ਦੇਵਤੇ ਕਿਹਾ ਕਿ ਇਹਨਾਂ ਦੇਵਤਿਆਂ ਵਿੱਚ ਸੁਰਤੀਆਂ ਨੂੰ ਵੰਡ ਦੇਵੋ। ਤੇ ਜਦੋਂ ਸੁਰਤੀਆਂ ਨੂੰ ਵੰਡਣ ਲੱਗੇ ਤੇ ਇੱਕ ਰਾਰਾ ਤੇ ਇੱਕ ਮਮਾ ਅੱਖਰ ਉਹ ਸ਼ਿਵ ਜੀ ਨੇ ਆਪਣੇ ਕੰਠ ਵਿੱਚ ਧਾਰਨ ਕਰ ਲਿਆ ਸੀ। ਪੁੱਛਿਆ ਕਹਿੰਦੇ 2 ਅੱਖਰ ਕਿਉਂ ਧਾਰਨ ਕਰ ਲਏ? ਕਹਿੰਦੇ ਕਿ ਮੇਰਾ ਵੀ ਹਿੱਸਾ ਬਣਦਾ ਹੀ ਹੈ ਨਾ। ਇਉਂ ਸ਼ਿਵ ਜੀ ਨੇ 2 ਅੱਖਰ ਆਪਣੇ ਕੰਠ ਵਿੱਚ ਧਾਰਨ ਕਰ ਲਏ ਸਨ। ਤੇ ਸਾਧ ਸੰਗਤ ਜੀ ਰਾਰਾ ਤੇ ਮਮਾ ਇਹ ਰਾਮ ਪਰਮੇਸ਼ਰ ਦੇ ਨਾਮ ਦੇ ਅੱਖਰ ਹੋਣੇ ਕਰਕੇ ਇਹ ਕਹਿੰਦੇ ਹਨ ਕਿ ਕੰਠ ਤੱਕ ਹੀ ਜ਼ਹਿਰ ਰਹਿੰਦੀ ਹੈ, ਸਰੀਰ ਦੇ ਅੰਦਰ ਜ਼ਹਿਰ ਨਹੀਂ ਫੈਲਦੀ। ਇਸੇ ਕਰਕੇ ਹੀ ਪਰਮਾਤਮਾ ਦਾ ਨਾਮ ਕੰਠ ਵਿੱਚ ਧਾਰਨ ਕਰਨੇ ਕਰਕੇ, ਇਸ ਕਰਕੇ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਉੱਤਮ ਹੈ। ਮਹਾਰਾਜ ਕਹਿੰਦੇ ਕੀਨੇ RAM ਨਾਮ ਇੱਕ ਆਖਿਰ। ਆਖਰਕਾਰ ਸਭ ਅੱਖਰਾਂ ਨੂੰ ਵਿਚਾਰਨੇ ਦੇ ਬਾਅਦ ਇਹੋ ਤੱਤ ਨਿਕਲਿਆ ਇਹ ਪ੍ਰਮਾਤਮਾ ਦਾ ਨਾਮ ਹੀ ਸਦੀਵੀ ਕਾਲ ਦੇ ਸੱਚਾ ਹੈ, ਪਰਮ ਹੈ, ਸਭ ਤੋਂ ਉੱਚਾ ਹੈ। ਕਿਨ ਕਾ ਏਕ ਜਿਸ ਜੀ ਬਸਾਵੈ। ਜੇ ਐਸਾ ਪ੍ਰਮਾਤਮਾ ਦਾ ਨਾਮ ਕਿਨ ਕਾ ਮਾਤਰ, ਰਾਈ ਮਾਤਰ ਸਮਾਂ ਵੀ ਜੀਵ ਦੇ ਹਿਰਦੇ ਅੰਦਰ ਵਸ ਜਾਵੇ ਪਿਆਰ ਦੇ ਨਾਲ, ਜੇ ਕਿਤੇ ਕਿਨ ਕਾ ਮਾਤਰ ਸਮਾਂ ਵੀ ਆਪਣੇ ਹਿਰਦੇ ਅੰਦਰ ਇਸ ਨੂੰ ਵਸਾ ਲਵੇ, ਤਾ ਕੀ ਮਹਿਮਾ ਗਾਨੀ ਨਾ ਆਵੈ। ਉਸ ਜੀਵ ਦੇ ਜੀਵਨ ਦੀ ਮਹਿਮਾ ਨੂੰ ਕੋਈ ਕਥਨ ਨਹੀਂ ਕਰ ਸਕਦਾ, ਗਿਣਦਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ, ਕਿਸੇ ਨਾਲ ਤੋਲਿਆ ਨਹੀਂ ਜਾ ਸਕਦਾ। ਕਿੰਨਾ ਉੱਚਾ ਸੁੱਚਾ ਜੀਵਨ ਹੈ, ਕਿੰਨੇ ਉਸ ਜੀਵ ਦੇ ਵੱਡੇ ਭਾਗ ਹੈ ਜੇ ਰਾਈ ਮਾਤਰ ਸਮਾਂ ਵੀ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਵਸਾ ਲੈਂਦਾ ਹੈ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਨਾ, ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਕਾਲ ਉਹਨਾਂ ਦੇ ਨੇੜੇ ਨਹੀਂ ਆਉਂਦਾ ਜੋ ਇੱਕ ਵਾਰ ਵੀ ਮੁਖ ਤੋਂ ਵਾਹਿਗੁਰੂ ਉਚਾਰਨ ਕਰ ਦਿੰਦੇ ਹੈ। ਇੱਕ ਚਿਤ ਹੋ ਕਰਕੇ ਜੇ ਪ੍ਰਮਾਤਮਾ ਦਾ ਸਿਮਰਨ ਕਰਦੇ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਾਂ ਕਿ ਮਹਿਮਾ ਗਨੀ ਨਾ ਆਵੇ। ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਕੋਈ ਕਥਨ ਨਹੀਂ ਕਰ ਸਕਦਾ, ਗਿਣਤੀ ਵਿੱਚ ਨਹੀਂ ਆ ਸਕਦੀ। ਐਸੀ ਬੇਅੰਤ ਵਾਹਿਗੁਰੂ ਦੇ ਨਾਮ ਦੀ ਮਹਿਮਾ ਹੈ।
ਕਾਖੀ ਏਕੈ ਦਰਸ ਤੁਹਾਰੋ। ਹਜੂਰ ਕਹਿੰਦੇ ਹਨ ਜਿਨ੍ਹਾਂ ਦੀਆਂ ਦੁਨੀਆ ਦੀਆਂ ਸਭ ਇੱਛਾਵਾਂ ਸਭ ਆਸਾਂ ਮਨ ਦੇ ਵਿੱਚੋਂ ਅਭਾਵ ਹੋ ਗਈਆਂ, ਕੇਵਲ ਕਾਂਖੀ ਇੱਕੋ ਹੀ ਪ੍ਰਮਾਤਮਾ ਦੇ ਦਰਸ਼ਨਾਂ ਦੀ ਆਸਾ ਹੈ। ਮਹਾਰਾਜ ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤਰਿਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ। ਇਹ ਪ੍ਰਭੂ ਜੀ ਕੇਵਲ ਆਪ ਜੀ ਦੇ ਦਰਸ਼ਨਾਂ ਦੀ ਹੀ ਸਾਡੇ ਮਨ ਦੇ ਵਿੱਚ ਪਿਆਸ ਹੈ। ਹੋਰ ਕੋਈ ਦੁਨੀਆ ਦੀ ਜਗਤ ਦੇ ਸੁੱਖਾਂ ਦੀ, ਪਦਾਰਥਾਂ ਦੀ, ਵਸਤੂਆਂ ਦੀ, ਧਨ ਦੀ ਸਾਡੇ ਮਨ ਵਿੱਚ ਆਸਾ ਨਹੀਂ ਹੈ। ਮਹਾਰਾਜ ਕੇਵਲ ਆਪ ਜੀ ਦੇ ਚਰਨਾਂ ਦੀ, ਆਪ ਜੀ ਦੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਪਿਆਸਾ ਹੈ। ਕਾਂਖੀ ਏਕੈ ਦਰਸ ਤੁਹਾਰੋ। ਕਾਂਖੀ ਕਹਿੰਦੇ ਨੇ ਚਾਹਤ ਨੂੰ, ਇੱਛਾ ਨੂੰ। ਜੋ ਮਹਾਰਾਜ ਆਪ ਜੀ ਦੇ ਦਰਸ਼ਨਾਂ ਦੇ ਚਾਹਵਾਨ ਹਨ, ਨਾਨਕ ਓਨ ਸੰਗ ਮੋਹਿ ਉਧਾਰੋ। ਐ ਪ੍ਰਭੂ ਜੀ ਤਿਨਾਂ ਦੀ ਸਾਨੂੰ ਸੰਗਤ ਦੀ ਦਾਤ ਬਖਸ਼ੋ। ਤਿਨਾਂ ਦਾ ਸੰਗ ਕਰਕੇ ਅਸੀਂ ਭਵ ਸਾਗਰ ਤੋਂ ਉਧਰ ਸਕਦੇ ਹਾਂ, ਪਾਰ ਹੋ ਸਕਦੇ ਹਾਂ। ਮਹਾਰਾਜ ਆਪ ਜੀ ਦੇ ਦਰਸ਼ਨਾਂ ਦੇ ਪਿਆਸਿਆਂ ਦੀ ਸਾਨੂੰ ਮਹਾਰਾਜ ਸੰਗਤ ਦੀ ਦਾਤ ਬਖਸ਼ੋ, ਜੋ ਆਪ ਜੀ ਤੋਂ ਹਰ ਸਮੇਂ ਇੱਕ ਚਿੱਤ ਹੋ ਕੇ ਯਾਦ ਕਰਦੇ ਰਹਿੰਦੇ ਹਨ। ਹੋਰ ਕੋਈ ਵੀ ਦੁਨੀਆ ਦਾ ਸੁੱਖ ਮਨ ਨੂੰ ਚੰਗਾ ਨਹੀਂ ਲੱਗਦਾ। ਵੈਰਾਗ ਵਿੱਚ ਭਿੱਜ ਕੇ ਮਹਾਰਾਜ ਆਪ ਜੀ ਦੀ ਯਾਦ ਵਿੱਚ ਜੁੜੇ ਰਹਿੰਦੇ। ਆਪ ਜੀ ਦੇ ਦਰਸ਼ਨਾਂ ਦੇ ਜੋ ਪਿਆਸੇ ਗੁਰਸਿੱਖ ਹਨ, ਨਾਨਕ ਤਿੰਨ ਸੰਗ ਮੋਹ ਉਧਾਰੋ। ਤਿੰਨਾਂ ਦੀ ਸੰਗਤ ਵਿੱਚ ਮਹਾਰਾਜ ਮੈਨੂੰ ਮੇਲ ਕੇ ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇਣਾ ਕਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਹਜੂਰ ਕਹਿੰਦੇ ਐਸੀ ਇਹ ਸੁੱਖਾਂ ਦੀ ਮਨੀ ਹੈ ਜਿਸ ਵਿੱਚ ਨਾਮ ਅੰਮ੍ਰਿਤ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਸੁਖ ਜਾਂ ਆਤਮਿਕ ਸੁਖ ਦੇਣ ਵਾਲੀ ਇਹ ਸੁੱਖਾਂ ਦੀ ਮਨੀ ਹੈ। ਹਿਰਦੇ ਅੰਦਰ ਸਾਰੇ ਸੁੱਖਾਂ ਨੂੰ ਬਰਕਰਾਰ ਰੱਖਣ ਵਾਲੀ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਰੂਪ ਐਸੀ ਮਣੀ ਹੈ। ਫਿਰ ਅੰਮ੍ਰਿਤ ਨਾਮ ਵੀ ਇਸ ਮਣੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਜੇਕਰ ਵੈਰਾਗ ਰੂਪੀ ਚੰਦਰਮਾ ਹਿਰਦੇ ਰੂਪ ਆਕਾਸ਼ ਵਿੱਚ ਚੜ੍ਹ ਜਾਵੇ, ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਮਨ ਵਿੱਚ ਪਿਆਸਾ ਹੋਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਨਾਮ ਰੂਪੀ ਅੰਮ੍ਰਿਤ ਦੀਆਂ ਇਹਦੇ ਵਿੱਚੋਂ ਸਾਧ ਸੰਗਤ ਜੀ ਜੋ ਕਿਰਨਾਂ ਛੁੱਟ ਪੈਂਦੀਆਂ ਹਨ। ਨਾਮ ਰੂਪ ਅੰਮ੍ਰਿਤ ਫਿਰ ਇਹਦੇ ਵਿੱਚੋਂ ਸਿਮਦਾ ਹੈ, ਜਿਸ ਕਰਕੇ ਵਿਕਾਰਾਂ ਰੂਪੀ ਜ਼ਹਿਰ ਮਿਟ ਜਾਂਦੀ ਹੈ। ਭਗਤ ਜਨਾ ਕੈ ਮਨ ਬਿਸਰਾਮ। ਪ੍ਰੇਮਾ ਭਗਤੀ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ ਭਗਤ ਜਨਾਂ ਦੇ ਹਿਰਦੇ ਅੰਦਰ ਇਸ ਸੁਖਮਨੀ ਗੁਰੂ ਕੀ ਬਾਣੀ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਨਿਵਾਸਾ ਹੈ, ਨਿਵਾਸ ਕਰ ਗਈ ਹੈ। ਕਿਹਨਾਂ ਦੇ ਹਿਰਦੇ ਅੰਦਰ? ਜਿਨ੍ਹਾਂ ਨੂੰ ਕੇਵਲ ਪ੍ਰਮਾਤਮਾ ਦੀ ਭਗਤੀ ਦੇ ਨਾਲ ਪਿਆਰ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਇੱਕੋ ਹੀ ਕਾਂਖੀ, ਇੱਕੋ ਹੀ ਚਾਹਨਾ ਹੈ ਪ੍ਰਮਾਤਮਾ ਦੇ ਦੀਦਾਰ ਕਰਨੇ ਦੀ। ਮਹਾਰਾਜ ਸਾਹਿਬ ਜੀ ਦੀ ਐਸੀ ਸੁਖਮਨੀ ਜੋ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਵਾਲੀ ਗੁਰੂ ਕੀ ਬਾਣੀ ਹੈ। ਜਿਵੇਂ ਸਾਧ ਸੰਗਤ ਜੀ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਪਿਆਰ ਵਾਲੇ ਜੋ ਗੁਰਸਿੱਖ ਹਨ, ਭਾਈ ਗੜੀਆ ਜੀ, ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕਸ਼ਮੀਰ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਹਿੱਤ ਭੇਜਿਆ ਸੀ। ਜਦੋਂ ਮੀਆਂ ਲੱਲਾਂ ਦੇ ਨਾਲ ਮਿਲਾਪ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਗੁਰਸਿੱਖ ਜਾਣ ਕਰਕੇ ਬੜਾ ਪਿਆਰ ਅਦਬ ਸਤਿਕਾਰ ਕੀਤਾ। ਤੇ ਜਦੋਂ ਵਿਦਾਇਗੀ ਦੇਣ ਵਾਸਤੇ, ਤੋਰਨ ਵਾਸਤੇ ਨਾਲ ਆ ਰਹੇ ਆ, ਤੇ ਜੋ ਚਰਨਾਂ ਵਿੱਚ ਜੋੜਾ ਪਹਿਨੇ ਹੋਏ ਸੀ ਟੁੱਟਾ ਜਿਹਾ, ਪੁਰਾਣੇ ਜੇ ਕੱਪੜੇ ਪਾਣੇ ਹੋਏ ਸਨ, ਦੇਖ ਕਰਕੇ ਮਨ ਵਿੱਚ ਵਿਚਾਰ ਕੀਤੀ, ਭਾਵੇਂ ਸਾਧ ਸੰਗਤ ਜੀ ਮੀਆਂ ਦੌਲਾ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੂੰ ਪ੍ਰਾਪਤ ਕੀਤਾ ਸੀ, ਪਰ ਕਰਦਾ ਉਹ ਵੀ ਲੋਕਾਂ ਦਾ ਭਲਾ ਹੀ ਸੀਗਾ। ਲੋੜਵੰਦਾਂ ਨੂੰ ਪਦਾਰਥ ਸ਼ਕਤੀ ਦੁਆਰਾ ਧਨ ਦੇ ਦੇਣਾ, ਪਰ ਮਨ ਦੇ ਵਿੱਚ ਹੰਕਾਰ ਆਇਆ ਕਿ ਕਿਉਂ ਨਾ ਮੈਂ ਕੋਈ ਰਿੱਧੀ ਸਿੱਧੀ ਗੁਰਸਿੱਖ ਨੂੰ ਦੇ ਦੇਵਾਂ। ਮਨ ਵਿੱਚ ਵਿਚਾਰ ਕੀਤੀ, ਇੰਨਾ ਲੰਬੇਰਾ ਪੈਂਡਾ ਹੈ, ਕਿੱਥੇ ਅੰਮ੍ਰਿਤਸਰ ਸਾਹਿਬ ਕਦੋਂ ਇਹ ਸਿੱਖ ਨੇ ਪਹੁੰਚਣਾ। ਤੇ ਚਰਨਾਂ ਵਿੱਚ ਜੋੜਾ ਵੀ ਇਹ ਕਿੱਦਾਂ ਦਾ ਪਹਿਨਿਆ ਹੋਇਆ, ਫਟੇ ਜੇ ਕੱਪੜੇ ਪਾਏ ਹੋਏ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਸ਼ੰਕਾ ਕੀਤਾ। ਅੰਤਰਜਾਮਤਾ ਦੇ ਨਾਲ ਭਾਈ ਗੜੀਆ ਜੀ ਨੇ ਉਸੇ ਸਮੇਂ ਨਿਗਾਹ ਫੇਰ ਕਰਕੇ ਸਾਧ ਸੰਗਤ ਜੀ ਥੇ ਜਿਹੜਾ ਸੀ ਸੋਨੇ ਦਾ ਬਣਾ ਦਿੱਤਾ। ਧਰਤੀ ਉੱਪਰ ਪਏ ਹੋਏ ਜਿੰਨੇ ਵੀ ਕੋਈ ਰੋੜ ਸਨ, ਉਹਨਾਂ ਨੂੰ ਹੀਰੇ ਜਵਾਹਰਾਤ ਬਣਾ ਦਿੱਤਾ, ਸੁੱਚੇ ਮੋਤੀ ਨਜ਼ਰ ਆਉਣ ਲੱਗ ਪਏ। ਇਹ ਜਦੋਂ ਸਭ ਕੁਝ ਦੇਖਿਆ ਤੇ ਮੀਆਂ ਦੌਲਾ ਹੈਰਾਨ ਹੋ ਗਿਆ, ਦੰਗ ਰਹਿ ਗਿਆ। ਕਹਿਣ ਲੱਗਾ, ਭਾਈ ਗੁਰਸਿੱਖਾ, ਮਹਾਰਾਜ ਨੇ ਇੰਨੀ ਸ਼ਕਤੀ ਬਖਸ਼ੀ, ਫੇਰ ਵੀ ਤੂੰ ਗਰੀਬਾਂ ਵਾਲਾ ਲਿਬਾਸ ਬਣਾਇਆ ਹੋਇਆ, ਇਹਦਾ ਕਾਰਨ ਕੀ ਹੈ? ਤੇ ਕਹਿਣ ਲੱਗੇ, ਹੇ ਮੀਆਂ ਦੌਲਾ,
ਮਹਾਰਾਜ ਸਾਹਿਬ ਜੀ ਦਾ ਸਾਨੂੰ ਇਹ ਉਪਦੇਸ਼ ਹੈ ਕਿ ਹਿਰਦੇ ਦੀ ਗਰੀਬੀ ਔਰ ਜੇਕਰ ਬਾਹਰ ਵੀ ਅਸੀਂ ਗਰੀਬੀ ਨਿਮਰਤਾ ਧਾਰਨ ਕਰਕੇ ਰੱਖਾਂਗੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪ੍ਰਮਾਤਮਾ ਦੀ ਬਖਸ਼ੀ ਹੋਈ ਸ਼ਕਤੀ ਹੈ ਨਾ, ਆਤਮਿਕ ਬਲ ਹੈ, ਉਸ ਨੂੰ ਵਿਕਾਰ ਜਿਹੜੇ ਵਿਕਾਰਾਂ ਰੂਪੀ ਜਾਨਵਰ ਹੈ, ਨਾਮ ਰੂਪੀ ਬੀਜੇ ਹੋਏ ਬੀਜ ਨੂੰ ਚੁੱਕ ਕਰਕੇ ਨਹੀਂ ਲੈ ਕੇ ਜਾ ਸਕਦੇ। ਮਹਾਰਾਜ ਸਾਹਿਬ ਜੀ ਦਾ ਇਹ ਉਪਦੇਸ਼ ਹੈ ਕਿ ਹਿਰਦੇ ਅੰਦਰ ਭਗਤੀ ਨੂੰ ਧਾਰਨ ਕਰਕੇ ਰੱਖਣਾ, ਵੈਰਾਗ ਧਾਰਨ ਕਰਕੇ ਰੱਖਣਾ, ਮੁਖ ਤੋਂ ਭਗਤੀ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਤੇ ਤਨ ਕਰਕੇ ਵੀ ਗਰੀਬੀ ਰੱਖਣੀ, ਕਿਤੇ ਹੰਕਾਰ ਨਾ ਕੋਈ ਮਨ ਵਿੱਚ ਆ ਜਾਵੇ। ਇਹ ਮਹਾਰਾਜ ਹਜੂਰ ਕਹਿੰਦੇ ਭਗਤ ਜਨਾ ਕੈ ਮਨ ਵਿਸਰਾਮ। ਮਹਾਰਾਜ ਸਾਹਿਬ ਜੀ ਦਾ ਜੋ ਪਵਿੱਤਰ ਨਾਮ ਅੰਮ੍ਰਿਤ ਹੈ ਨਾ, ਉਹ ਭਗਤਾਂ ਦੇ ਹਿਰਦੇ ਅੰਦਰ ਉਹਦਾ ਨਿਵਾਸ ਰਹਿੰਦਾ ਹੈ। ਐਸਾ ਸ਼ਕਤੀਆਂ ਦੇ ਸੰਪੰਨ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦਾ ਨਾਮ ਅੰਮ੍ਰਿਤ ਹੈ। ਰਹਾਉ ਵਿਸਰਾਮ ਦੇ ਕਰਕੇ ਹਜੂਰ ਉਚਾਰਨ ਕਰ ਰਹੇ ਹੈ। ਰਹਾਉ ਤੋਂ ਭਾਵ ਠਹਿਰਾਓ ਵੀ ਹੈ। ਇਹ ਸੰਪੂਰਨ ਗੁਰਬਾਣੀ ਵਿੱਚ ਇੱਕ ਵਾਰ ਮਹਾਰਾਜ ਸਾਹਿਬ ਜੀ ਨੇ ਜੋ ਇਹ ਰਹਾਉ ਸ਼ਬਦ ਉਚਾਰਨ ਕੀਤਾ ਹੈ। ਰਹਾਉ ਤੋਂ ਭਾਵ ਇਹ ਜੀਵ ਜੋ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਨਾ, ਜੋ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਹੈ, ਇਸ ਨੂੰ ਹਿਰਦੇ ਰੂਪ ਧਰਤੀ ਤੇ ਬੀਜਣਾ ਕਰ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਹਿਰਦੇ ਅੰਦਰ ਵਸਾਵਣਾ ਕਰ। ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਮਹਾਰਾਜ ਜੀ ਵਾਹਿਗੁਰੂ ਦੇ ਸਿਮਰਨ ਦਾ ਮਹਾਤਮ ਦੱਸ ਰਹੇ ਹਨ। ਇਹ ਗੁਰਸਿੱਖੋ, ਪਰਮਾਤਮਾ ਦਾ ਸਿਮਰਨ ਕਰਨੇ ਦੇ ਨਾਲ ਜੀਵ ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਨਹੀਂ ਨਿਵਾਸ ਕਰਦਾ, ਭਾਵ ਜੰਮਣ ਮਰਨਾ ਹੀ ਮਿਟ ਜਾਂਦਾ ਹੈ। ਜਿਵੇਂ 9-10 ਮਹੀਨੇ ਪੁੱਠਾ ਲਟਕਿਆ ਰਹਿੰਦਾ ਹੈ, ਜਿਵੇਂ ਸਿਰ ਜਿਹੜਾ ਹੈ ਧਰਤੀ ਵੱਲ ਹੁੰਦਾ ਹੈ, ਪੈਰ ਆਕਾਸ਼ ਦੇ ਵੱਲ ਚੱਕੇ ਹੁੰਦੇ ਹਨ। ਸਿਰ ਤਲੈ ਪੈਰ ਉੱਪਰੇ ਵਸੰਦੋ ਕੋਥੜੈ ਥਾਏ। ਮਹਾਰਾਜ ਕਹਿੰਦੇ ਕੁਝ ਹੀ ਥਾਂ ਤੇ ਜੀਵ ਦਾ ਨਿਵਾਸ ਹੁੰਦਾ ਹੈ, ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਹੁੰਦਾ। ਪਰ ਜੇ ਵਾਹਿਗੁਰੂ ਦਾ ਸਿਮਰਨ ਕਰੇ ਫਿਰ ਇਹ ਗਰਭ ਦੀਆਂ ਜੂਨਾਂ ਵਿੱਚ ਆਉਣਾ ਵੀ ਮਿਟ ਜਾਂਦਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਕਹਿੰਦੇ ਹੋ ਫਿਰ ਜੂਨਾਂ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਉਹਨਾਂ ਨੂੰ ਨਹੀਂ ਆਉਣਾ ਪੈਂਦਾ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਸਾਧ ਸੰਗਤ ਜੀ, ਜੋ ਮਹਾਰਾਜ ਸਾਹਿਬ ਜੀ ਨੇ ਇਹ ਕੱਕੇ ਦੁਲਾਵਾਂ ਦੇ ਨਾਲ ਬਾਰ-ਬਾਰ ਸ਼ਬਦ ਉਚਾਰਨ ਕੀਤਾ ਹੈ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ, ਇਹ ਮਹਾਰਾਜ ਸਾਹਿਬ ਜੀ ਨੇ ਬਾਰ-ਬਾਰ ਉਚਾਰਨ ਕੀਤਾ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪਰ ਗੁਰਬਾਣੀ ਦੀ ਸੰਥਿਆ ਨਾ ਕਰਨ ਕਰਕੇ ਅਸੀਂ ਕੈ ਦੀ ਥਾਂ ਕੇ ਪੜ੍ਹ ਦਿੰਦੇ ਹਾਂ। ਬਹੁਤ ਵਾਰ ਕਈ ਵਾਰ ਪ੍ਰੇਮੀਆਂ ਨੂੰ ਦੇਖੀਦਾ, ਮਨ ਵਿੱਚ ਪਿਆਰ ਤੇ ਬੜਾ ਹੁੰਦਾ ਉਹਨਾਂ ਦੇ ਗੁਰਬਾਣੀ ਪੜ੍ਹਨੇ ਦਾ, ਪਰ ਸੰਥਿਆ ਨਾ ਕਰਨੇ ਕਰਕੇ, ਗੁਰਬਾਣੀ ਨਾ ਸਿੱਖਣੇ ਕਰਕੇ ਕੈ ਦੀ ਥਾਂ ਕੇ ਪੜ੍ਹੀ ਜਾਂਦੇ ਹਨ। ਸਾਧ ਸੰਗਤ ਜੀ, ਕੈ ਤੇ ਕੇ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਕੇ ਤੋਂ ਕਹੀਏ ਕਿ ਹੋਰ ਵੀ ਕੋਈ ਜਾਪ, ਹੋਰ ਵੀ ਕੋਈ ਸਿਮਰਨ ਦੁਨੀਆ ਦਾ ਕੀਤਾ ਜਾ ਸਕਦਾ ਹੈ, ਹੋਰ ਵੀ ਕੋਈ ਸਾਧਨ ਸਾਧਿਆ ਜਾ ਸਕਦਾ ਹੈ, ਪਰ ਕੈ ਜਿਹੜਾ ਕੇਵਲ ਇੱਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਦਾ ਹੀ ਵਾਚਕ ਹੈ। ਕੈ ਨਿਸ਼ਚੈ ਵਾਚਕ ਸ਼ਬਦ ਹੈ ਕਿ ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਇਹ ਜੀਵ ਨਿਸ਼ਚੈ ਕਰਕੇ ਜਾਣ ਕੇ ਪ੍ਰਭੂ ਦਾ ਸਿਮਰਨ ਕਰਨੇ ਦੇ ਨਾਲ ਮਾਤਾ ਦੇ ਗਰਭ ਦੇ ਵਿੱਚ ਫਿਰ ਬਾਰ-ਬਾਰ ਨਿਵਾਸ ਨਹੀਂ ਹੋਣਾ ਕਰਦਾ। ਇਸ ਕਰਕੇ ਸਾਧ ਸੰਗਤ ਜੀ, ਜਿੱਥੇ ਗੁਰਬਾਣੀ ਪ੍ਰਤੀ ਪੜ੍ਹਨੇ ਦਾ ਸਾਡੇ ਮਨ ਵਿੱਚ ਚਾਅ ਤੇ ਪ੍ਰੇਮ ਹੈ ਨਾ, ਉੱਥੇ ਇਹ ਵੀ ਯਤਨ ਕਰੀਏ ਗੁਰਬਾਣੀ ਸ਼ੁੱਧ ਪੜ੍ਹਿਆ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਹੋਰ ਵੀ ਜ਼ਿਆਦਾ ਫਿਰ ਫਲ ਬਖਸ਼ਿਸ਼ ਕਰਦੇ ਹੈ। ਹਜੂਰ ਉਚਾਰਦੇ ਹਨ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਹਜੂਰ ਉਚਾਰਨ ਕਰ ਰਹੇ, ਜੰਮਣ ਮਰਨ ਦਾ ਅਗਿਆਨ ਦਾ ਦੁੱਖ ਮਿਟ ਜਾਂਦਾ ਹੈ। ਫਿਰ ਜਮ ਜਿਹੜੇ ਹਨ ਉਹ ਵੀ ਜੀਵ ਤੋਂ ਦੂਰ ਹੋ ਜਾਂਦੇ ਹੈ। ਜਮਾਂ ਦੇ ਵਸ ਵਿੱਚ ਨਹੀਂ ਪੈਣਾ ਪੈਂਦਾ, ਜਮ ਜੀਵ ਨੂੰ ਛੱਡ ਕੇ ਚਲੇ ਜਾਂਦੇ ਹੈ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਪਰਮਾਤਮਾ ਦਾ ਸਿਮਰਨ ਕਰਨੇ ਕਰਕੇ ਕਾਲ ਵੀ ਜਿਹੜਾ ਉਹ ਪਰ ਹਰੈ, ਵਿਸ਼ੇਸ਼ ਕਰਕੇ ਚਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਮੌਤ ਵੀ ਉਹ ਜੀਵ ਨੂੰ ਮਾਰ ਨਹੀਂ ਸਕਦੀ ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਕਿੰਨੀ ਮਹਾਨ ਸ਼ਕਤੀ ਹੈ ਪਰਮਾਤਮਾ ਦੇ ਸਿਮਰਨ ਦੇ ਵਿੱਚ। ਸਾਧ ਸੰਗਤ,
ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਦੀ ਯਾਦ ਹਰ ਸਮੇਂ ਸਿਮਰਨ ਰਹਿੰਦਾ ਹੈ ਨਾ, ਭਾਵੇਂ ਲੱਖ ਯਤਨ ਕੋਈ ਉਹਨਾਂ ਨੂੰ ਕਰ ਲਵੇ ਤਾਂ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਸਰੀਰ ਕੱਪੜਾ ਭਾਵੇਂ ਫਾੜ ਦੇਵੇ, ਬੰਦ ਵੀ ਕੱਟ ਦਿੱਤਾ ਜਾਵੇ, ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਵੀ ਕੱਟ ਦਿੱਤਾ ਹੈ ਨਾ, ਪਰ ਦੇਖੋ ਮਾਰ ਤਾਂ ਨਹੀਂ ਨਾ ਸਕੇ। ਸੰਪੂਰਨ ਗੁਰਬਾਣੀ ਸੁਖਮਨੀ ਸਾਹਿਬ ਬਾਣੀ ਦਾ ਪਾਠ ਜਦੋਂ ਤੱਕ ਸੰਪੂਰਨ ਨਹੀਂ ਸੀ ਹੋਇਆ, ਉਦੋਂ ਤੱਕ ਸਰੀਰ ਸ਼ਾਂਤ ਨਹੀਂ ਸੀ ਕੀਤਾ। ਜਲਾਦ ਨੇ ਭਾਵੇਂ ਟੋਕੇ ਦੇ ਨਾਲ ਬੰਦ ਕੱਟ ਕਰਕੇ ਟੁਕੜੇ ਕਰਕੇ ਟੋਕਰੇ ਭਰ ਦਿੱਤੇ ਸਨ, ਪਰ ਦੇਖੋ ਕਿੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਮਰਨ ਦਾ, ਗੁਰੂ ਕੀ ਬਾਣੀ ਦਾ ਪ੍ਰਤਾਪ ਹੈ। ਮੌਤ ਮਾਰ ਹੀ ਨਹੀਂ ਸਕੀ। ਹਾਰੇ ਦੇ ਨਾਲ ਭਾਵੇਂ ਸ਼ਹੀਦ ਭਾਈ ਮਤੀ ਦਾਸ ਸਾਹਿਬ ਜੀ ਨੂੰ ਚੀਰ ਦਿੱਤਾ, 2 ਫਾੜ ਸਰੀਰ ਦੇ ਕਰ ਦਿੱਤੇ, ਪਰ ਫਿਰ ਵੀ ਜਪਜੀ ਸਾਹਿਬ ਗੁਰਬਾਣੀ ਦਾ ਦੋਹਾਂ ਫਾੜਾਂ ਦੇ ਵਿੱਚੋਂ ਆਵਾਜ਼ ਆਉਂਦੀ ਰਹੀ ਹੈ। ਮਾਰ ਨਹੀਂ ਕੋਈ ਸਕਦਾ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਵਿਸ਼ੇਸ਼ ਕਰਕੇ ਮਹਾਰਾਜ ਕਹਿੰਦੇ ਕਾਲ ਨੂੰ ਵੀ ਨਾਸ਼ ਕਰ ਦਿੱਤਾ ਜਾਂਦਾ ਹੈ। ਕਾਲ ਜਿਹੜਾ ਉਹ ਵੀ ਅਧੀਨ ਹੋ ਜਾਂਦਾ ਹੈ। ਕਾਲ ਮਾਰ ਹੀ ਨਹੀਂ ਸਕਦਾ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ। ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪਰਮੇਸ਼ਰ ਦਾ ਸਿਮਰਨ ਕਰਨੇ ਦੇ ਨਾਲ ਦੁਸ਼ਮਣ ਵੀ ਟਲ ਜਾਂਦੇ ਹਨ, ਦੁਸ਼ਮਣ ਵੀ ਮਿੱਤਰ ਬਣ ਜਾਂਦੇ ਆ। ਜਿਵੇਂ ਮਹਾਰਾਜ ਜੀ ਦਾ ਬਚਨ ਆਉਂਦਾ ਸਹਿਸਕ੍ਰਿਤੀ ਸ਼ਲੋਕਾਂ ਵਿੱਚ, ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾ ਸਖਾ ਸਵਜਨ ਹੈ, ਕਿ ਮਹਾਰਾਜ ਜਦੋਂ ਗੁਰੂ ਕਿਰਪਾ ਹੁੰਦੀ ਫਿਰ ਕੀ ਦਾਤ ਪ੍ਰਾਪਤ ਹੁੰਦੀ ਹੈ। ਪਰਮਾਤਮਾ ਦਾ ਸਿਮਰਨ ਕਰਨੇ ਦੇ ਨਾਲ ਮਹਾਰਾਜ ਕਹਿੰਦੇ ਕੋਈ ਜ਼ਹਿਰ ਵੀ ਦੇ ਦੇਵੇ ਨਾ ਤੇ ਉਹ ਵੀ ਅੰਮ੍ਰਿਤ ਬਣ ਜਾਂਦਾ ਹੈ। ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦਾ ਹੈ, ਦੁਸ਼ਮਣ ਤੋਂ ਮਿੱਤਰ ਬਣ ਜਾਂਦੇ ਹੈ। ਐਸੀ ਪਰਮਾਤਮਾ ਦੀ ਇਹ ਹਵਾ ਫਿਰ ਜਾਂਦੀ, ਕਲਾ ਵਰਤ ਜਾਂਦੀ ਹੈ ਪਰਮਾਤਮਾ ਦੀ ਸਿਮਰਨ ਦੀ ਸ਼ਕਤੀ ਦੇ ਨਾਲ। ਜਿਵੇਂ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਇੱਕ ਪਠਾਨ ਆਇਆ, ਕੁਝ ਭੇਟਾ ਅਰਪਣ ਕਰਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਹੈ, ਮਹਾਂਪੁਰਖੋ ਜੋ ਵੀ ਕੋਈ ਆਪ ਜੀ ਦੇ ਕੋਲ ਮਾਈ ਭਾਈ ਸਿੱਖ ਸੇਵਕ ਆਉਂਦਾ ਉਹਦੀ ਅਰਦਾਸ ਕਰ ਦਿਓ ਤੇ ਉਹਨੂੰ ਪੂਰਾ ਫਲ ਮਿਲਦਾ ਹੈ। ਤੇ ਮਹਾਂਪੁਰਖੋ ਮੇਰੀ ਵੀ ਇੱਛਾ ਪੂਰੀ ਕਰੋ। ਤੇ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਤੇਰੀ ਕੀ ਇੱਛਾ ਹੈ, ਤੇਰਾ ਕੀ ਵਿਚਾਰ ਹੈ ਮਨ ਦਾ। ਉਹ ਪਠਾਨ ਕਹਿੰਦਾ ਕਿ ਇੱਕ ਹਿੰਦੂਆਂ ਦੀ ਜਵਾਨ ਲੜਕੀ, ਮੈਂ ਉਹਦੇ ਨਾਲ ਨਿਕਾਹ ਕਰਾਉਣਾ ਚਾਹੁੰਦਾ, ਉਹਦੇ ਨਾਲ ਮੈਂ ਸ਼ਾਦੀ ਕਰਾਉਣੀ ਚਾਹੁੰਦਾ ਹਾਂ। ਤੇ ਫਿਰ ਜਿਹੜੇ ਕੋਈ ਮੁਸਲਮਾਨ ਹੈ ਨਾ ਉਹ ਮੇਰੇ ਨਾਲ ਬਾਰ-ਬਾਰ ਲੜਾਈ ਕਰਦੇ, ਝਗੜਾ ਕਰਦੇ, ਉਹ ਮੇਰੇ ਮਿੱਤਰ ਬਣ ਜਾਣ, ਐਸੀ ਕਿਰਪਾ ਕਰ ਦੇਵੋ। ਤੇ ਮਹਾਂਪੁਰਖਾਂ ਨੇ ਸੁਭਾਵਿਕ ਹੀ ਬਚਨ ਕੀਤਾ, ਕਹਿੰਦੇ ਕਿ ਸਭ ਕੁਝ ਹੋ ਜਾਵੇਗਾ, ਤੇਰੀ ਮਨ ਦੀ ਇੱਛਾ ਪੂਰੀ ਹੋ ਜਾਵੇਗੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋ ਕਲਾਮ ਰਸਨਾ ਤੋਂ ਉਚਾਰਨ ਕਰੇਗਾ। ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਉਹਨੂੰ ਜਾਪ ਮੂਲ ਮੰਤਰ ਦਾ ਜਾਪ ਦ੍ਰਿੜ ਕਰਵਾ ਦਿੱਤਾ ਤੇ ਕਿਹਾ ਕਿ ਮਸੀਰ ਦੇ ਵਿੱਚ ਬੈਠ ਕੇ ਗੁਪਤ ਰੂਪ ਦੇ ਵਿੱਚ 8 ਘੰਟੇ ਹਰ ਰੋਜ਼ ਜਾਪ ਕਰਿਆ ਕਰ। 40 ਦਿਨ ਲਗਾਤਾਰ ਜਾਪ ਕਰਨਾ, ਪੂਰਨ ਵਿਸ਼ਵਾਸ ਤੇ ਹਿਰਦੇ ਅੰਦਰ ਭਾਵਨਾ ਭਰੋਸਾ ਧਾਰਨ ਕਰਕੇ, ਤੇ ਸਾਰੇ ਕਾਰਜ ਸਿੱਧ ਹੋ ਜਾਣਗੇ। ਇਸੇ ਤਰ੍ਹਾਂ ਹੀ ਹੋਇਆ। ਸਾਧ ਸੰਗਤ ਜੀ ਅਜੇ ਥੋੜੇ ਦਿਨ ਹੀ ਸ਼ੁਰੂ ਕੀਤੇ, ਜਾਪ ਸ਼ੁਰੂ ਕੀਤੇ ਹੋਏ ਸਨ, ਤੇ ਜਿਹੜੇ ਕੋਈ ਦੁਸ਼ਮਣ ਸਨ ਉਹ ਫਿਰ ਉਹਨਾਂ ਦੇਖਿਆ ਕਿ ਇਹ ਤਾਂ ਹੁਣ ਬੰਦਗੀ ਕਰਨ ਲੱਗ ਪਿਆ, ਖੁਦਾ ਦੀ ਇਬਾਦਤ ਕਰਨ ਲੱਗ ਪਿਆ, ਭਗਤ ਜਾਣ ਕਰਕੇ ਕਿ ਇਹ ਤਾਂ ਪ੍ਰਮਾਤਮਾ ਦੀ ਭਗਤੀ ਕਰਨ ਲੱਗ ਪਿਆ। ਵੈਰ ਭਾਵਨਾ ਛੱਡ ਕੇ ਇਹਨੂੰ ਨਮਸਕਾਰਾਂ ਕਰਨ ਲੱਗ ਪਏ। ਉਹ ਪਠਾਨ ਨੂੰ ਬੜੇ ਪਿਆਰ ਦੇ ਨਾਲ, ਸਤਿਕਾਰ ਨਾਲ ਤਿਨਾਂ ਨੇ ਵਡਿਆਈ ਮਾਣ ਬਖਸ਼ਿਸ਼ ਕਰਨਾ, ਨਮਸਕਾਰਾਂ ਕਰਨੀਆਂ। ਤੇ ਜਦੋਂ ਕੋਈ ਸਮਾਂ ਲੰਘਿਆ ਤੇ ਉਹਨਾਂ ਨੇ ਹਥਿਆਰ ਸੁੱਟ ਦਿੱਤੇ। ਇਹਦੇ ਵਿੱਚ ਮਨ ਦੇ ਵਿੱਚੋਂ ਵੀ ਵੈਰ ਭਾਵਨਾ ਖਤਮ ਹੋ ਗਈ। ਤੇ ਜਦੋਂ 30 ਕੁ ਦਿਨ ਲੰਘੇ ਨਾ ਸਾਧ ਸੰਗਤ ਜੀ ਜਾਪ ਕਰਦਿਆਂ ਹੋਇਆਂ, ਤੇ ਜਿਸ ਹਿੰਦੂਆਂ ਦੀ ਲੜਕੀ ਦੇ ਪ੍ਰਤੀ ਮਨ ਵਿੱਚ ਵਿਕਾਰ ਭਾਵਨਾ ਸੀ ਕਿ ਇਹਦੇ ਨਾਲ ਹੀ ਮੈਂ ਵਿਆਹ ਕਰਾਉਣਾ, ਇਹ ਸਾਧ ਸੰਗਤ ਜੀ ਉਹ ਮਨ ਦੇ ਵਿੱਚੋਂ ਵਿਕਾਰ ਭਾਵਨਾ ਵੀ ਖਤਮ ਹੋ ਗਈ ਤੇ ਉਹਨੂੰ ਆਪਣੀ ਧੀ ਬਣਾ ਕੇ ਨੇ ਆਪਣੇ ਹੱਥੀਂ ਫਿਰ ਵਿਆਹ ਕੀਤਾ ਸੀ। ਜੋ ਹਿੰਦੂ ਮਰਦ ਦੇ ਅਨੁਸਾਰ ਰੀਤੀ ਰਿਵਾਜ ਹੈ, ਕੋਈ ਦਾਜ ਆਦਿਕ ਦੇਣਾ, ਉਹ ਵੀ ਸਾਰਾ ਆਪਣੇ ਹੱਥੀਂ ਪਠਾਨ ਨੇ ਕੀਤਾ। ਤੇ ਮਹਾਂਪੁਰਖਾਂ ਦੇ ਕੋਲ ਆ ਕੇ ਕਹਿਣ ਲੱਗਾ ਕਿ ਮਹਾਂਪੁਰਖੋ ਜਿਹੜੀ ਤੁਸੀਂ ਕਲਾਮ ਦਿੱਤੀ ਬੜੀ ਸ਼ਕਤੀ ਵਾਲੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਕਲਾਮ ਬੜੀ ਸ਼ਕਤੀ ਵਾਲੀ, ਸਾਰੇ ਕਾਰਜ ਸਿੱਧ ਹੋ ਗਏ। ਹੁਣ ਮੇਰੇ ਮਨ ਦੇ ਵਿੱਚ ਵਿਕਾਰ ਦਾ ਵੀ ਕੋਈ ਫੁਰਨਾ ਨਹੀਂ ਫੁਰਦਾ। ਇਹ ਮਹਾਰਾਜ ਸਤਿਗੁਰੂ ਜੀ ਕਹਿੰਦੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਆ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਦੁਸ਼ਮਣ ਵੀ ਟਲ ਜਾਂਦੇ ਆ। ਵਿਕਾਰਾ ਰੂਪੀ ਪ੍ਰਤੱਖ ਵੀ ਦੁਸ਼ਮਣ ਟਲ ਜਾਂਦੇ ਹਨ। ਪ੍ਰਭ ਸਿਮਰਤ
ਕਛ ਬਿਗਨ ਨਾ ਲਾਗੈ। ਪ੍ਰਭੂ ਦਾ ਸਿਮਰਨ ਕਰਨੇ ਦੇ ਨਾਲ ਜੀਵਨ ਦੇ ਵਿੱਚ ਕੋਈ ਵਿਘਨ ਵੀ ਨਹੀਂ ਲੱਗਦਾ, ਕੋਈ ਔਕੜ ਵੀ ਨਹੀਂ ਆਵਣਾ ਕਰਦੀ। ਜੀਵ ਨੂੰ ਮਹਾਰਾਜ ਕਹਿੰਦੇ ਕੋਈ ਔਕੜ ਨਹੀਂ ਆ ਕੇ ਸਤਾ ਸਕਦੀ। ਪ੍ਰਭ ਕਾ ਸਿਮਰਨ ਆਨ ਦਿਨ ਜਾਗੈ। ਵਾਹਿਗੁਰੂ ਦਾ ਸਿਮਰਨ ਕਰਨੇ ਵਾਲਾ ਮਨੁੱਖ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਤਨ ਕਰਕੇ ਭਾਵੇਂ ਵਿਸ਼ਰਾਮ ਕਰਦਾ ਹੋਵੇ, ਪਰ ਮਨ ਕਰਕੇ ਰਾਤ ਦਿਨ ਅੱਠੇ ਪਹਿਰ ਜਾਗਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹਦਾ ਮਨ ਕਦੇ ਵੀ ਅਵਿਦਿਆ ਰੂਪ ਨੀਂਦਰਾ ਵਿੱਚ ਸੌਂਦਾ ਨਹੀਂ, ਜਾਗਰਤ ਰਹਿੰਦਾ ਹੈ। ਪ੍ਰਭ ਕਾ ਸਿਮਰਨ ਭਾਉ ਨਾ ਵਿਆਪੈ। ਪ੍ਰਭੂ ਦਾ ਸਿਮਰਨ ਕਰਨੇ ਦੇ ਨਾਲ ਕਿਸੇ ਪ੍ਰਕਾਰ ਦਾ ਭੈ ਨਹੀਂ ਜੀਵ ਨੂੰ ਵਿਆਪਦਾ, ਕਿਸੇ ਤਰ੍ਹਾਂ ਦਾ ਵੀ ਮੌਤ ਦਾ ਵੀ ਡਰ ਮਨ ਦੇ ਵਿੱਚੋਂ ਮਿਟ ਜਾਂਦਾ ਹੈ। ਪਰਮਾਤਮਾ ਦੀ ਸਿਮਰਨ ਦੀ ਐਸੀ ਸ਼ਕਤੀ ਹੈ। ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ। ਹਜੂਰ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਇਹ ਜੀਵ ਕੋਈ ਦੁੱਖ ਕੋਈ ਤਾਪ ਨਹੀਂ ਤੈਨੂੰ ਆ ਕੇ ਲੱਗ ਸਕਦਾ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਨਾ, ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ, ਤਾ ਕੋ ਬਿਗਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਵਾਹਿਗੁਰੂ ਦਾ ਸਿਮਰਨ ਕਰਨਾ ਵੀ ਇੱਕ ਅਰਦਾਸਾਂ ਹਨ, ਇਹ ਵੀ ਭਗਤੀ ਹੈ। ਸਿਮਰਨ ਕਰਨਾ ਜੋ ਇਹ ਵੀ ਅਰਦਾਸ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੀ ਹੈ, ਇਹ ਜੀਵ ਕੋਈ ਦੁੱਖ ਕੋਈ ਤਾਪ ਨਹੀਂ ਤੈਨੂੰ ਆ ਕੇ ਲੱਗ ਸਕਦਾ ਜੇ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਸਿਮਰਨ ਕਰੇ। ਪ੍ਰਭ ਕਾ ਸਿਮਰਨ ਸਾਧ ਕਾ ਸੰਗ। ਪਰਮੇਸ਼ਰ ਦੇ ਸਿਮਰਨ ਕਰਨੇ ਦੀ ਦਾਤ ਕਿੱਥੋਂ ਪ੍ਰਾਪਤ ਹੁੰਦੀ ਹੈ? ਰੱਬ ਦਾ ਨਾਮ ਜਪਣੇ ਦਾ ਰੰਗ ਮਨ ਨੂੰ ਕਿੱਥੋਂ ਲੱਗਦਾ ਹੈ? ਮਹਾਰਾਜ ਕਹਿੰਦੇ ਸਾਧ ਕੈ ਸੰਗ। ਵਾਹਿਗੁਰੂ ਦੇ ਪਿਆਰਿਆਂ ਦੀ ਭਲੇ ਪੁਰਸ਼ਾਂ ਦੀ ਸਾਧ ਸੰਗਤ ਕਰਨੇ ਕਰਕੇ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਦਾ ਹੈ। ਵਾਹਿਗੁਰੂ ਦੀ ਸਿਮਰਨ ਦੀ ਦਾਤ ਜਪਣੇ ਦਾ ਮਨ ਪ੍ਰੇਰਿਤ ਹੁੰਦਾ ਹੈ। ਸਰਬ ਨਿਧਾਨ ਨਾਨਕ ਹਰ ਰੰਗ। ਸਭ ਨੌ ਨਿਧੀਆਂ ਦੇ ਖਜ਼ਾਨੇ ਉਹ ਜੀਵ ਨੂੰ ਪ੍ਰਾਪਤ ਹੋ ਜਾਂਦੇ ਹੈ ਜੋ ਪ੍ਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਮਨ ਨੂੰ ਰੰਗ ਲੈਂਦਾ ਹੈ। ਵਾਹਿਗੁਰੂ ਦੇ ਆਨੰਦ ਸਰੂਪ ਦੇ ਵਿੱਚ ਜੋ ਚਿਰ ਦੀ ਬਿਰਤੀ ਕਰਕੇ ਲੀਨ ਰਹਿੰਦਾ ਹੈ। ਪ੍ਰਭ ਕਾ ਸਿਮਰਨ ਰਿੱਧ ਸਿੱਧ ਨਾਉ ਨਿਧ। ਹਜੂਰ ਕਹਿੰਦੇ ਹਨ ਕਿ ਪ੍ਰਭੂ ਦਾ ਸਿਮਰਨ ਕਰਨੇ ਦੇ ਨਾਲ ਰਿੱਧੀਆਂ ਸਿੱਧੀਆਂ ਨੌ ਨਿਧੀਆਂ, ਇਹ ਜੋ ਕਰਮਾਤਾਂ ਸ਼ਕਤੀਆਂ ਹਨ ਜਿਨ੍ਹਾਂ ਨੂੰ ਪਾਉਣ ਦੇ ਲਈ ਸੰਸਾਰ ਦੇ ਲੋਕ ਬਹੁਤ ਯਤਨ ਕਰਦੇ ਹਨ, ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਹੀ ਸਭ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਜੀ ਦਾ ਸਿਮਰਨ ਕਰਨੇ ਦੇ ਨਾਲ ਨਿਰਗੁਣ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਸਰਗੁਣ ਸਰੂਪ ਦਾ ਧਿਆਨ ਧਾਰਨੇ ਦੀ ਦਾਤ ਮਿਲ ਜਾਂਦੀ ਹੈ। ਫਿਰ ਤਤ ਜੋ ਸਾਰ ਸਰੂਪ ਪਰਮਾਤਮਾ ਹੈ, ਮਹਾਰਾਜ ਕਹਿੰਦੇ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ। ਤਤ ਸਰੂਪ ਪਰਮੇਸ਼ਰ ਨੂੰ ਜਾਣਨੇ ਵਾਲੀ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੀਏ। ਔਰ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦੇ ਸਰੂਪ ਦੇ ਗਿਆਨ ਦੇ ਲਈ ਧਿਆਨ ਧਾਰਨ ਦੇ ਕਈ ਤਰ੍ਹਾਂ ਦੇ ਦੁਨੀਆ ਦੇ ਸਾਧਨ ਸਾਧੇ ਜਾਂਦੇ ਹੈ, ਪਰ ਜੋ ਸਿਮਰਨ ਕਰਨੇ ਕਰਕੇ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ, ਹੋਰ ਕਿਸੇ ਸਾਧਨ ਵਿੱਚੋਂ ਨਹੀਂ ਪਾਈ ਜਾ ਸਕਦੀ। ਪ੍ਰਭ ਕਾ ਸਿਮਰਨ ਜਾਪ ਤਪ ਪੂਜਾ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਜਿੰਨੇ ਮਰਜ਼ੀ ਤਰ੍ਹਾਂ ਦੇ ਕੋਈ ਜਾਪ ਕਰ ਕਰਕੇ ਦੇਖ ਲਵੇ, ਜਿੰਨੇ ਮਰਜ਼ੀ ਤਾਪ ਕਰ ਕਰਕੇ ਦੇਖ ਲਵੇ, ਪਰ ਜੋ ਪਰਮੇਸ਼ਰ ਦੇ ਸਿਮਰਨ ਕਰਨੇ ਦੇ ਨਾਲ ਫਲ ਪ੍ਰਾਪਤ ਹੋਣਾ ਹੋਰ ਕਿਸੇ ਜਾਪ ਤਾਪ ਦੇ ਵਿੱਚੋਂ ਨਹੀਂ ਹੋ ਸਕਦਾ। ਪ੍ਰਭ ਕੈ ਸਿਮਰਨ, ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਮਹਾਰਾਜ ਕਹਿੰਦੇ ਕੀਤੇ ਹੋਏ ਜਾਪ ਕੀਤੇ ਹੋਏ ਤਪ ਸਾਧਨਾ ਪੂਜਾ ਕੀਤੀ ਹੋਈ ਸਭ ਕੁਝ ਸਫਲ ਹੋ ਜਾਂਦਾ ਹੈ। ਪਰ ਨਾਮ ਨਾ ਜਪੇ ਤੇ ਭਾਵੇਂ ਜਾਪ ਕਰ ਲਵੇ, ਤਰ੍ਹਾਂ ਤਰ੍ਹਾਂ ਦੇ ਤਪ ਸਾਧਨਾ ਕਰ ਲਵੇ, ਕਦੇ ਕਿਸੇ ਦੀ ਪੂਜਾ ਕਦੇ ਕਿਸੇ ਦਾ ਪੂਜਨ ਕਰ ਕਰਕੇ ਦੇਖ ਲਵੇ, ਸਾਰੇ ਅਸਫਲ ਰਹਿ ਜਾਂਦੇ ਹਨ, ਸਫਲਤਾ ਨਹੀਂ ਪ੍ਰਾਪਤ ਹੋ ਸਕਦੀ। ਮਹਾਰਾਜ ਜੀ ਦਾ ਬਚਨ ਆਉਂਦਾ ਹੈ ਕਿ ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਜੇ ਪੂਜਾ ਕਰਨੀ ਹੈ ਤਾਂ ਨਾਮ ਜਪਿਆ ਕਰ। ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਕੀਤੀ ਹੋਈ ਪੂਜਾ ਵੀ ਅਧੂਰੀ ਹੈ।
ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਜੀਵ ਦੇ ਮਨ ਦੇ ਵਿੱਚੋਂ ਦਵੈਸ਼ ਭਾਵਨਾ ਮਿਟ ਜਾਂਦੀ ਜੇ ਪ੍ਰਮਾਤਮਾ ਦਾ ਸਿਮਰਨ ਕਰੇ। ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਦੁਬਦਾ ਦੁੰਦਵਾਦ ਈਰਖਾ ਦਵੈਸ਼ ਭਾਵਨਾ ਮਿਟ ਜਾਂਦੀ ਹੈ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ। ਪਰਮਾਤਮਾ ਦਾ ਸਿਮਰਨ ਕਰਨੇ ਦੇ ਨਾਲ 68 ਤੀਰਥਾਂ ਤੇ ਇਸ਼ਨਾਨ ਕਰਨੇ ਦਾ ਫਲ ਸੁਭਾਵਕ ਹੀ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਜਪਜੀ ਸਾਹਿਬ ਪਾਵਨ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਮਹਾਰਾਜ ਕਹਿੰਦੇ ਅੰਤਰਾਤਮੇ ਉਹ ਆਪਣੇ ਹਿਰਦੇ ਦਾ ਮਨ ਦਾ ਇਸ਼ਨਾਨ ਕਰਾ ਲੈਂਦੇ ਨਾਮ ਰੂਪ ਤੀਰਥ ਦੇ, ਜੋ ਵਾਹਿਗੁਰੂ ਦੇ ਨਾਮ ਦਾ ਮੰਨਣ ਕਰ ਲੈਂਦੇ ਹਨ। ਪਿਆਰ ਦੇ ਨਾਲ ਇੱਕ ਚਿੱਤ ਹੋ ਕੇ ਪਰਮਾਤਮਾ ਦੇ ਸਿਮਰਨ ਦਾ ਜਾਪ ਕਰਦੇ ਆ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ। ਉਹ ਜਾਣੋ ਕਿ ਮਨ ਕਰਕੇ ਮਨ ਰੂਪੀ ਤੀਰਥ ਤੇ ਵਾਹਿਗੁਰੂ ਦੇ ਨਾਮ ਰੂਪ ਤੀਰਥ ਤੇ ਮਨ ਦਾ ਇਸ਼ਨਾਨ ਕਰਾਉਣ ਵਾਲੇ ਇਸ਼ਨਾਨੀ ਬਣ ਜਾਂਦੇ ਆ, ਜੋ ਇੱਕ ਚਿੱਤ ਹੋ ਕੇ ਪਰਮਾਤਮਾ ਦਾ ਸਿਮਰਨ ਕਰਦੇ ਹਨ। ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਪੁਰਖ ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੰਨਣ ਯੋਗ ਹੋ ਜਾਂਦਾ ਹੈ, ਮੰਨਿਆ ਜਾਂਦਾ ਹੈ, ਪ੍ਰਵਾਨ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਘਰ ਦੇ ਵਿੱਚ ਵੀ ਉਹਦੀ ਮੰਨੀ ਜਾਂਦੀ ਜੋ ਪਰਮਾਤਮਾ ਦਾ ਸਿਮਰਨ ਕਰਦਾ ਹੈ। ਪ੍ਰਭ ਕਾ ਸਿਮਰਨ ਹੋਏ ਸੋ ਭਲਾ। ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਮਨੁੱਖ ਜੀਵਨ ਦੇ ਵਿੱਚ ਜੋ ਵੀ ਕਰਮ ਕਰਦਾ ਉਹ ਭਲਾ ਹੀ ਕਰਦਾ ਹੈ। ਨਾਮ ਜਪਣ ਵਾਲਾ ਮਨੁੱਖ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਕਰਨਾ ਤਾਂ ਕੀ ਕਦੇ ਕਿਸੇ ਦਾ ਬੁਰਾ ਸੋਚ ਵੀ ਨਹੀਂ ਸਕਦਾ। ਜੋ ਪਰਮੇਸ਼ਰ ਦਾ ਸਿਮਰਨ ਕਰਦਾ ਹਿਰਦੇ ਹੋ ਕੇ ਪਿਆਰ ਦੇ ਨਾਲ, ਪੂਰਨ ਵਿਸ਼ਵਾਸ ਦੇ ਨਾਲ, ਮਹਾਰਾਜ ਕਹਿੰਦੇ ਉਹਦੇ ਮਨ ਦੇ ਬੁਰੇ ਸੁਭਾਅ ਹੀ ਮਹਾਰਾਜ ਮੇਟ ਦਿੰਦੇ ਆ। ਐਸੀ ਪਰਮਾਤਮਾ ਦੇ ਸਿਮਰਨ ਦੇ ਵਿੱਚ ਸ਼ਕਤੀ ਹੈ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਅਥਵਾ ਜੋ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਰੱਬ ਦਾ ਪਿਆਰਾ ਹੁੰਦਾ ਹੈ, ਉਹ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦਾ ਹੈ। ਦੁੱਖ ਹੋਵੇ ਸੁੱਖ ਹੋਵੇ ਕਹਿੰਦੇ ਕਿ ਭਲਾ ਹੀ ਹੋਇਆ, ਇਹ ਪਰਮਾਤਮਾ ਦਾ ਭਾਣਾ ਹੀ ਹੈ। ਪ੍ਰਭ ਕਾ ਸਿਮਰਨ ਸੁਫਲ ਫਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਜੋ ਜੀਵਨ ਹੈ ਨਾ ਗੁਰਮੁਖ ਪਿਆਰੇ ਦਾ, ਉਹ ਜੀਵਨ ਦੇ ਅੰਦਰ ਜੋ ਉਹਨੂੰ ਗਿਆਨ ਦੀ ਸਫਲਤਾ ਪ੍ਰਾਪਤ ਹੋਈ ਹੈ, ਸੁਫਲ ਫਲਾ। ਮਹਾਰਾਜ ਕਹਿੰਦੇ ਜੀਵਨ ਦੀ ਸਫਲਤਾ ਵਾਲਾ ਗਿਆਨ ਦਾ ਫਲ ਪ੍ਰਾਪਤ ਹੋ ਗਿਆ ਹੈ, ਔਰ ਨਿਤਾ ਪ੍ਰਤੀ ਜੀਵਨ ਦੀ ਸਫਲਤਾ ਲਈ ਉਹ ਪਿਆਰਾ ਸਿਮਰਨ ਕਰਦਾ ਹੈ। ਸੇ ਸਿਮਰਹਿ ਜਿਨ ਆਪ ਸਿਮਰਾਏ। ਪ੍ਰਭ ਕੈ ਸਿਮਰਨ ਸੁਫਲ ਫਲਾ। ਦੁਨੀਆ ਅੰਦਰ ਜਿੰਨੇ ਵੀ ਫਲ ਹਨ, ਸਭ ਤੋਂ ਸ੍ਰੇਸ਼ਟ ਫਲ ਕੀ ਹੈ? ਵਾਹਿਗੁਰੂ ਦੇ ਗਿਆਨ ਦਾ ਫਲ। ਗਿਆਨ ਦੁਆਰਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਜਦੋਂ ਤੱਕ ਗਿਆਨ ਨਾ ਜੀਵ ਦੇ ਹਿਰਦੇ ਅੰਦਰ ਆਵੇ, ਭਾਵੇਂ ਜ਼ਿੰਦਗੀ ਭਰ ਜਾਪ ਕਰਦਾ ਰਹੇ, ਨਾਮ ਜਪਦਾ ਰਹੇ, ਗਿਆਨ ਤੋਂ ਬਿਨਾਂ ਕਦੇ ਮੁਕਤ ਨਹੀਂ ਹੋ ਸਕਦਾ। ਮਹਾਰਾਜ ਕਹਿੰਦੇ ਇਸ ਲਈ ਸੰਸਾਰ ਦੇ ਸਭ ਫਲਾਂ ਤੋਂ ਉੱਤਮ ਫਲ, ਸ੍ਰੇਸ਼ਟ ਫਲ ਪਰਮੇਸ਼ਰ ਦੇ ਗਿਆਨ ਦਾ ਪ੍ਰਾਪਤ ਹੋ ਜਾਂਦਾ ਹੈ, ਜੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੇ। ਸੇ ਸਿਮਰਹਿ ਜਿਨ ਆਪ ਸਿਮਰਾਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਆਪਣੇ ਬਲ ਦੇ ਨਾਲ ਪਰਮਾਤਮਾ ਦਾ ਸਿਮਰਨ ਨਹੀਂ ਕਰ ਸਕਦਾ। ਪਰਮਾਤਮਾ ਜਿਸ ਜੀਵ ਨੂੰ ਆਪਣਾ ਸਿਮਰਨ ਕਰਵਾਉਣਾ ਚਾਹੇ ਉਹ ਹੀ ਕਰਦਾ ਹੈ। ਪਰਮਾਤਮਾ ਜਿਸ ਦੀ ਸੀਸ ਤੇ ਮਿਹਰ ਭਰੇ ਹੱਥ ਰੱਖ ਦੇਵੇ, ਉਹ ਪਰਮਾਤਮਾ ਦਾ ਸਿਮਰਨ ਕਰਦਾ ਹੈ। ਨਾਨਕ ਤਾ ਕੈ ਲਾਗੋ ਪਾਏ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੇ ਚਰਨ ਹੀ ਲੱਗਣਾ ਚਾਹੀਦਾ ਹੈ। ਨਿਮਰਤਾਵਾਨ ਹੋ ਕੇ ਤਿਨਾਂ ਦੀ ਸੰਗਤ ਵਿੱਚ ਜੁੜਨਾ ਚਾਹੀਦਾ ਹੈ, ਜਿਨ੍ਹਾਂ ਤੇ ਪਰਮਾਤਮਾ ਨੇ ਸੀਸ ਦੀ ਮਿਹਰ ਭਰੇ ਹੱਥ ਰੱਖਿਆ ਹੈ। ਹਰ ਸਵਾਸ ਦੇ ਨਾਲ ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ। ਪ੍ਰਭ ਕਾ ਸਿਮਰਨ ਸਭ ਤੇ ਊਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਗੁਰਸਿੱਖੋ, ਪਰਮਾਤਮਾ ਦਾ ਸਿਮਰਨ ਸਭ ਤੋਂ ਉੱਚਾ ਹੈ। ਇਹਦੇ ਸਮਾਨ ਕੋਈ ਹੋਰ ਉੱਚਾ ਸੰਸਾਰ ਦੇ ਅੰਦਰ ਸਾਧਨ ਨਹੀਂ ਹੋ ਸਕਦਾ। ਪ੍ਰਭ ਕਾ ਸਿਮਰਨ ਉਦਰੇ ਮੂਚਾ। ਸੰਸਾਰ ਭਰ ਦੇ ਮੂਚਾ ਬੇਅੰਤ ਅਣਗਿਣਤ ਜੀਵ ਸਿਮਰਨ ਕਰਨੇ ਕਰਕੇ ਉਧਰ ਗਏ ਆ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਗਏ ਹਨ। ਤਿਨਾਂ ਦੇ ਸੰਸਾਰ ਦੇ ਬੰਧਨਾਂ ਤੋਂ ਆਜ਼ਾਦੀ ਪ੍ਰਾਪਤ ਹੋ ਗਈ, ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਪ੍ਰਭ ਕੈ ਸਿਮਰਨ ਉਦਰੇ ਮੂਚਾ। ਮਹਾਰਾਜ ਕਹਿੰਦੇ ਭਾਵੇਂ ਕੋਈ ਨੀਵੀਂ ਜਾਤ ਵਾਲਾ, ਭਾਵੇਂ ਉੱਚੀ ਜਾਤ ਵਾਲਾ ਹੈ, ਪਰਮੇਸ਼ਰ ਦਾ ਸਿਮਰਨ ਕਰਕੇ ਹੀ ਉਧਰਿਆ ਹੈ।
ਭਾਵੇਂ ਕਿਸੇ ਜਾਤ ਕਿਸੇ ਵੰਸ਼ ਦੇ ਵਿੱਚ ਜਨਮੇ ਹੈ, ਜੇ ਪ੍ਰਮਾਤਮਾ ਦਾ ਸਿਮਰਨ ਕੀਤਾ ਤੇ ਉਹਦਾ ਉਧਾਰ ਹੋ ਗਿਆ ਹੈ। ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਜੈ। ਵਾਹਿਗੁਰੂ ਦੀ ਸਿਮਰਨ ਰੂਪ ਜਲ ਦੇ ਨਾਲ ਹੀ ਤ੍ਰਿਸ਼ਨਾ ਰੂਪੀ ਅੱਗ ਬੁਝਦੀ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਤੇ ਇਹਨਾਂ ਦੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਲਟ ਲਟ ਪ੍ਰਚੰਡ ਬਲਦੇ ਹੀ ਅੱਗ ਹਿਰਦੇ ਅੰਦਰ ਬੁਝ ਗਈ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ। ਵਾਹਿਗੁਰੂ ਦੇ ਨਾਲ ਧਿਆਨ ਵੀ ਤਾਂ ਜੁੜਦਾ ਜੇ ਹਿਰਦੇ ਵਿੱਚੋਂ ਤ੍ਰਿਸ਼ਨਾ ਰੂਪੀ ਅੱਗ ਬੁਝ ਜਾਣਾ ਕਰੇ। ਪ੍ਰਭ ਕਾ ਸਿਮਰਨ ਸਭ ਕਿਛ ਸੁਝੈ। ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਗਿਆਤ ਪ੍ਰਾਪਤ ਹੋ ਜਾਂਦੀ ਹੈ, ਜੀਵ ਨੂੰ ਅੰਤਰਜਾਮਤਾ ਹੋ ਜਾਂਦੀ ਹੈ। ਤਿੰਨਾਂ ਭਵਨਾਂ ਦਾ ਤਿੰਨਾਂ ਸਮਿਆਂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਲੰਬੇ ਹੋਏ ਸਮੇਂ ਵਿੱਚ ਕੀ ਹੋਇਆ ਸੀ, ਹੁਣ ਕੀ ਹੋ ਰਿਹਾ, ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਅੰਤਰਜਾਮਤਾ, ਉਹ ਜੀਵ ਅੰਤਰਜਾਮੀ ਬਣ ਜਾਂਦਾ ਹੈ ਜੇ ਪ੍ਰਮਾਤਮਾ ਦਾ ਪਿਆਰ ਵਿੱਚ ਭਿੱਜ ਕੇ ਸਿਮਰਨ ਕਰਦਾ ਹੈ। ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ। ਪ੍ਰਭੂ ਦਾ ਸਿਮਰਨ ਕਰਨੇ ਦੇ ਨਾਲ ਜਮਾਂ ਦੀ ਤਰਾਸ ਵੀ ਮਨ ਦੇ ਵਿੱਚ ਨਹੀਂ ਰਹਿਣਾ ਕਰਦੀ। ਜਮਾਂ ਦਾ ਭੈ ਬਣਿਆ ਰਹਿੰਦਾ ਮਨ ਦੇ ਵਿੱਚ ਕਿ ਜਮ ਬੜੀਆਂ ਬੜੀਆਂ ਭੈੜੀਆਂ ਸਜ਼ਾਵਾਂ ਦਿੰਦੇ ਐ, ਬਹੁਤ ਦੁਖਦਾਇਕ ਸਜ਼ਾ ਦਿੰਦੇ ਐ। ਹਜੂਰ ਕਹਿੰਦੇ ਸਿਮਰਨ ਕਰਨੇ ਦੇ ਨਾਲ ਜਮਾਂ ਦਾ ਤਰਾਸ ਵੀ ਮਨ ਵਿੱਚੋਂ ਮਿਟ ਜਾਂਦਾ ਹੈ। ਪ੍ਰਭ ਕਾ ਸਿਮਰਨ ਪੂਰਨ ਆਸਾ। ਪ੍ਰਭੂ ਦਾ ਸਿਮਰਨ ਕਰਨੇ ਕਰਕੇ ਮਨ ਦੀਆਂ ਸਭ ਆਸਾਂ ਪੂਰਨ ਹੋ ਜਾਂਦੀਆਂ ਹਨ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਕਿਹੜੀ ਆਸ ਹੈ ਜਿਹੜੀ ਨਹੀਂ ਪੂਰੀ ਹੁੰਦੀ। ਸਭ ਆਸਾਂ ਸਭ ਇੱਛਾਵਾਂ ਭਾਵਨਾਵਾਂ ਨੂੰ ਪੂਰੀਆਂ ਕਰਨ ਵਾਲਾ ਵਾਹਿਗੁਰੂ ਦਾ ਸਿਮਰਨ ਹੈ। ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ। ਜੋ ਮਹਾਰਾਜ ਕਹਿੰਦੇ ਮਨ ਦੇ ਉੱਪਰ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਹੰਗਤਾ ਮਮਤਾ ਦੀ ਮੈਲ ਲੱਗੀ ਹੈ, ਉਹ ਵੀ ਵਾਹਿਗੁਰੂ ਦੇ ਸਿਮਰਨ ਕਰਕੇ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਰੱਬ ਦੇ ਗੁਣ ਗਾਇਆ ਕਰ। ਐ ਜੀ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਅਵਿਦਿਆ ਦੀ ਹੰਕਾਰ ਦੀ ਪਾਪ ਕਰਮਾਂ ਦੀ ਮੈਲ ਆਪਣੇ ਆਪ ਹੀ ਚਲੀ ਜਾਵੇਗੀ, ਹਿਰਦਾ ਉਜਲ ਹੋ ਜਾਵੇਗਾ। ਅੰਮ੍ਰਿਤ ਨਾਮ ਰਿਦ ਮਾਹਿ ਸਮਾਏ। ਇਹ ਨਾਮ ਅੰਮ੍ਰਿਤ ਪਰਮੇਸ਼ਰ ਦਾ ਅਮੋਲਕ ਦਾਤ ਹੈ, ਉਹ ਫਿਰ ਮਨ ਵਿੱਚ ਸਮਾ ਜਾਂਦੀ ਹੈ। ਜੋ ਅਮੋਲਕ ਪਰਮੇਸ਼ਰ ਦੇ ਨਾਮ ਦੀ ਦਾਤ ਹੈ। ਮਹਾਰਾਜ ਸਾਹਿਬ ਜੀ ਦਾ ਨਾਮ ਉਜਲ ਹੈ, ਪਵਿੱਤਰ ਹੈ। ਜੇ ਹਿਰਦਾ ਅਪਵਿੱਤਰ ਹੋਵੇਗਾ, ਵਿਕਾਰਾਂ ਰੂਪੀ ਗੰਦਗੀ ਦੇ ਨਾਲ ਭਰਿਆ ਹੋਵੇਗਾ, ਹਉਮੈ ਦੀ ਬਦਬੂ ਆ ਰਹੀ ਹੋਵੇਗੀ, ਉੱਥੇ ਨਾਮ ਅੰਮ੍ਰਿਤ ਨਹੀਂ ਟਿਕ ਸਕਦਾ। ਇਸ ਲਈ ਮਹਾਰਾਜ ਕਹਿੰਦੇ ਹਿਰਦਾ ਉਜਲ ਹੋ ਜਾਵੇ, ਭਗਤੀ ਦੀ ਸੁਗੰਧੀ ਆ ਰਹੀ ਹੋਵੇ, ਉੱਥੇ ਨਾਮ ਪਰਮੇਸ਼ਰ ਦਾ ਆ ਕੇ ਟਿਕਦਾ ਹੈ। ਮਹਾਰਾਜ ਸਤਿਗੁਰੂ ਜੀ ਨਾਮ ਦੀ ਮਹਾਨਤਾ ਦੱਸ ਰਹੇ ਹੈ। ਕਹਿੰਦੇ ਹਨ ਕਿ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਸਿਮਰਨ ਦੀ ਦਾਤ ਬਖਸ਼ੀ, ਮਨ ਵਿੱਚ ਹਉਮੈ ਦੀ ਪਾਪ ਕਰਮਾਂ ਦੀ ਮਲ ਚਲੀ ਗਈ ਹੈ। ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਨਾਮ ਅੰਮ੍ਰਿਤ ਉਹਨਾਂ ਦੇ ਮਨ ਵਿੱਚ ਸਮਾ ਗਿਆ ਹੈ। ਪ੍ਰਭ ਜੀ ਬਸਹਿ ਸਾਧ ਕੀ ਰਸਨਾ। ਪਰਮਾਤਮਾ ਆਪਣੇ ਪਿਆਰਿਆਂ ਦੀ ਰਸਨਾ ਤੇ ਸਦਾ ਹੀ ਨਿਵਾਸ ਕਰਦਾ ਹੈ। ਤਾਂ ਹੀ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਕੋਈ ਮੋੜ ਨਹੀਂ ਸਕਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਜਿੰਨਾ ਮਰਜ਼ੀ ਕੋਈ ਯਤਨ ਕਰ ਕਰਕੇ ਦੇਖ ਲਵੇ, ਪੂਰਨ ਸਾਧੂ ਦੀ ਰਸਨਾ ਤੋਂ ਨਿਕਲਿਆ ਹੋਇਆ ਬਚਨ ਕੋਈ ਟਾਲ ਨਹੀਂ ਸਕਦਾ। ਪਰਮਾਤਮਾ ਆਪ ਰਸਨਾ ਤੇ ਨਿਵਾਸ ਕਰਦਾ ਹੈ, ਸਦਾ ਹੀ ਵਸਦਾ ਹੈ। ਨਾਨਕ ਜਨ ਕਾ ਦਾਸਨ ਦਸਨਾ। ਇਹ ਮਹਾਰਾਜ ਕਹਿੰਦੇ ਇਸ ਲਈ ਵਾਹਿਗੁਰੂ ਦੇ ਦਾਸਾਂ ਦੇ ਦਾਸ ਅਸੀਂ ਬਣਦੇ ਹਾਂ, ਅਖਵਾਉਂਦੇ ਹਾਂ। ਇਹ ਗੁਰਸਿੱਖੋ, ਵਾਹਿਗੁਰੂ ਦੇ ਪਿਆਰੇ ਜਿਹੜੇ ਭਾਲੇ ਪੁਰਸ਼ ਹਨ, ਜਿਨ੍ਹਾਂ ਦੀ ਰਸਨਾ ਤੇ ਰੱਬ ਵਸਦਾ, ਉਹਨਾਂ ਦੇ ਦਾਸਾਂ ਦੇ ਦਾਸ ਬਣਨਾ ਚਾਹੀਦਾ। ਨਿਮਰਤਾਵਾਨ ਹੋ ਕੇ ਤੇ ਇਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਪ੍ਰਭ ਕਉ ਸਿਮਰਹਿ ਸੇ ਧਨਵੰਤੇ। ਪ੍ਰਭੂ ਦਾ ਸਿਮਰਨ ਕਰਨ ਵਾਲੇ ਗੁਰਮੁਖ ਸੰਸਾਰ ਦੇ ਧਨਾੜ ਪੁਰਸ਼ਾਂ ਤੋਂ ਵੱਡੇ ਧਨਾੜ ਹਨ। ਦੁਨੀਆ ਦਾ ਮਾਇਕੀ ਧਨ ਸਦਾ ਨਹੀਂ ਰਹਿੰਦਾ, ਪਰ ਪਰਮੇਸ਼ਰ ਦਾ ਨਾਮ ਰੂਪੀ ਧਨ ਸਦਾ ਵਾਸਤੇ ਰਹਿੰਦਾ ਹੈ। ਦੋਹਾਂ ਜਹਾਨਾਂ ਵਿੱਚ ਜੀਵ ਦੇ ਨਾਲ ਨਿਭਦਾ ਹੈ। ਹਮ ਧਨਵੰਤ ਭਾਗਟ ਸਚ ਨਾਏ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਰੂਪੀ ਧਨ ਸਾਡੇ ਕੋਲ ਹੈ, ਇਸ ਲਈ ਅਸੀਂ ਧਨ ਵਾਲੇ ਹੋ ਗਏ ਹਾਂ। ਐਸਾ ਮਹਾਰਾਜ ਸਾਹਿਬ ਜੀ ਦਾ ਨਾਮ ਰੂਪੀ ਧਨ ਗੁਰਮਤਿ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਮਨ ਮੱਤਾਂ ਦਾ ਅਭਾਵ ਕਰਨਾ ਪੈਂਦਾ।
ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਸਾਚਾ ਧਨ ਗੁਰਮਤੀ ਪਾਏ। ਗੁਰਮਤਿ ਦੇ ਦੁਆਰਾ ਮਨ ਮੱਤਾਂ ਨੂੰ ਦੂਰ ਕਰਨਾ ਪੈਂਦਾ ਹੈ। ਗਰੀਬ ਨਵਾਜ ਹਜੂਰ ਕਹਿੰਦੇ, ਉਹ ਗੁਰਮੁਖ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਸਭ ਤੋਂ ਵੱਡੇ ਧਨਾੜ ਧਨ ਵਾਲੇ ਹਨ। ਪ੍ਰਭ ਕਉ ਸਿਮਰਹਿ ਸੇ ਪਤਵੰਤੇ। ਵਾਹਿਗੁਰੂ ਦਾ ਸਿਮਰਨ ਕਰਨ ਵਾਲੇ, ਪਰਮੇਸ਼ਰ ਨੂੰ ਯਾਦ ਕਰਨ ਵਾਲੇ ਗੁਰਮੁਖ ਪਿਆਰੇ ਸੱਚੀ ਪਤ ਇੱਜ਼ਤ ਵਾਲੇ ਹੈ। ਬਹੁਤਾ ਧਨ ਵਾਲਾ ਜਿਹੜਾ ਪੁਰਸ਼ ਹੈ ਨਾ, ਉਹਦੀ ਸਾਧ ਸੰਗਤ ਦੀ ਇੱਜ਼ਤ ਨਹੀਂ ਹੈ। ਤੇ ਜਿਹਦੀ ਇੱਜ਼ਤ ਨਾ ਹੋਵੇ ਤੇ ਮਹਾਰਾਜ ਕਹਿੰਦੇ, ਜਿਵੇਂ ਸਿਆਣੇ ਵੀ ਕਹਿੰਦੇ ਆ ਨਾ ਕਿ ਜਿਹਦੀ ਇੱਜ਼ਤ ਨਹੀਂ ਉਹਦਾ ਕੁਝ ਵੀ ਨਹੀਂ ਹੈ। ਜਿਹਦੀ ਇੱਜ਼ਤ ਹੈ, ਪੜਦਾ ਹੈ, ਉਹਦਾ ਸਭ ਕੁਝ ਹੈ। ਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਲਾ ਜੋ ਪੁਰਖ ਹੈ ਸੇ ਪਤਵੰਤੇ। ਮਹਾਰਾਜ ਕਹਿੰਦੇ ਰੱਬੀ ਜਾਤ ਵਿੱਚ ਜੁੜਨ ਵਾਲੀ ਸੱਚੀ ਪਤ ਇੱਜ਼ਤ ਵਾਲੇ ਹੈ। ਲੋਕ ਪਰਲੋਕ ਵਿੱਚ ਉਹਨਾਂ ਦੀ ਸੱਚੀ ਪਤ ਇੱਜ਼ਤ ਵਾਹਿਗੁਰੂ ਆਪ ਕਿਰਪਾ ਕਰਕੇ ਰੱਖਦਾ ਹੈ। ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ। ਵਾਹਿਗੁਰੂ ਦਾ ਸਿਮਰਨ ਕਰਨ ਦਾ ਹੈ ਜੋ ਪ੍ਰਮਾਤਮਾ ਦੀ ਯਾਦ ਵਿੱਚ ਜੁੜਦਾ ਹੈ, ਉਹ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਉਹ ਰੱਬ ਦੇ ਦਰ ਤੇ ਮੰਨਣ ਯੋਗ ਹੈ। ਪਰਮੇਸ਼ਰ ਦੇ ਦਰ ਤੇ ਪ੍ਰਵਾਨਗੀ ਹੋ ਗਈ। ਜਿਸ ਨੇ ਵਾਹਿਗੁਰੂ ਦਾ ਸਿਮਰਨ ਕੀਤਾ, ਰੱਬ ਨੂੰ ਯਾਦ ਕੀਤਾ ਹੈ। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ। ਜੋ ਪੁਰਖ ਪਰਮੇਸ਼ਰ ਦਾ ਸਿਮਰਨ ਕਰਦੇ ਆ, ਵਾਹਿਗੁਰੂ ਦੀ ਯਾਦ ਵਿੱਚ ਜੁੜਦੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜਾਣੋ ਕਿ ਸਭ ਤੋਂ ਮੁਖੀ ਹਨ, ਪ੍ਰਧਾਨ ਹਨ। ਲੋਕ ਪਰਲੋਕ ਵਿੱਚ ਤਿੰਨਾਂ ਦੀ ਪ੍ਰਧਾਨਤਾ ਹੈ। ਪਰਮਾਤਮਾ ਦੇ ਦਰ ਤੇ ਵੀ ਉਹ ਮੁਖੀ ਗਿਣੇ ਜਾਂਦੇ ਆ ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ। ਜਿਨ੍ਹਾਂ ਨੇ ਮਹਾਰਾਜ ਕਹਿੰਦੇ ਵਿਕਾਰਾਂ ਦੇ ਨਾਲ ਲੜ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ, ਉਹ ਵਾਹਿਗੁਰੂ ਦੇ ਦਰ ਤੇ ਵੀ ਮੁਖੀ ਹਨ, ਪ੍ਰਧਾਨ ਹਨ। ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੀ। ਵਾਹਿਗੁਰੂ ਨੂੰ ਯਾਦ ਕਰਨ ਵਾਲੇ ਪੁਰਖ ਉਹ ਕਦੇ ਵੀ ਕਿਸੇ ਦੇ ਮੁਹਤਾਜ ਨਹੀਂ ਹੁੰਦੇ, ਬੇਪਰਵਾਹ ਹੁੰਦੇ ਹੈ। ਜਿਨ੍ਹਾਂ ਦਾ ਪੱਖ ਪਰਮਾਤਮਾ ਕਰਦਾ ਹੈ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਕ ਸੁਆਮੀ। ਪਰਮਾਤਮਾ ਜਿਨ੍ਹਾਂ ਦਾ ਪੱਖ ਕਰਦਾ, ਉਹ ਰੱਬ ਦਾ ਹੀ ਭੈ ਮੰਨਦੇ ਆ, ਹੋਰ ਕਿਸੇ ਦਾ ਨਹੀਂ ਮੰਨਦੇ। ਨਾ ਕਿਸੇ ਨੂੰ ਭੈ ਦਿੰਦੇ ਐ, ਨਾ ਕਿਸੇ ਦਾ ਭੈ ਮੰਨਦੇ ਐ। ਮਹਾਰਾਜ ਕਹਿੰਦੇ, ਪ੍ਰਭ ਕੋ ਸਿਮਰਹਿ ਸੇ ਬੇਮੁਹਤਾਜੇ। ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਬੇਪਰਵਾਹ ਹੋ ਕੇ ਹਿਰਦੇ ਦੀ ਅਡੋਲਤਾ ਕਰਕੇ ਜੀਵਨ ਨਿਰਵਾਹ ਕਰਦੇ ਹਨ। ਪ੍ਰਭ ਕਉ ਸਿਮਰਹਿ ਸੇ ਸਰਬ ਕੀ ਰਾਜੇ। ਜੋ ਵਾਹਿਗੁਰੂ ਨੂੰ ਯਾਦ ਕਰਦੇ ਆ, ਉਹ ਜਾਣੋ ਕਿ ਸਾਰੀ ਸ੍ਰਿਸ਼ਟੀ ਦੇ ਰਾਜੇ ਹਨ। ਕੋਈ ਰਾਜਾ ਹੋਵੇ, ਆਪਣੇ ਦੇਸ਼ ਦੇ ਵਿੱਚ ਹੀ ਰਾਜਾ ਹੁੰਦਾ ਹੈ। ਮਹਾਰਾਜ ਕਹਿੰਦੇ, ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਹੈ ਜੋ ਪਰਮਾਤਮਾ ਦਾ ਸਿਮਰਨ ਕਰਦੇ ਹਨ। ਭਾਵੇਂ ਬਾਹਰੀ ਤੌਰ ਤੇ ਸਾਡੀਆਂ ਨਜ਼ਰਾਂ ਵਿੱਚ ਉਹ ਗਰੀਬ ਹਨ, ਕੰਗਾਲ ਹੈ, ਟੁੱਟੀ ਹੋਈ ਛੱਪਰੀ ਹੈ, ਫਟੇ ਹੋਏ ਕੱਪੜੇ ਪਾਏ ਹੈ, ਪਰ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਨਾ ਕਿ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਇਸ਼ਟ ਨਾ ਮੀਤ ਧਨਹੀਣ, ਜਿਹੜਾ ਧਨ ਤੋਂ ਵੀ ਹੀਣ ਆ। ਚੰਗੇ ਮਿੱਤਰ ਵੀ ਨਹੀਂ ਹੈ, ਚੰਗੇ ਸਖੇ ਵੀ ਨਹੀਂ ਹੈ। ਕਿਛ ਸਾਕ ਨਾ ਸਿੰਨਾ, ਕੋਈ ਸਕੇ ਸੰਬੰਧੀ ਵੀ ਚੰਗੇ ਨਹੀਂ ਹੈ। ਪਰ ਮਹਾਰਾਜ ਕਹਿੰਦੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਜਿਹਦਾ ਮਨ ਵਾਹਿਗੁਰੂ ਦੇ ਨਾਮ ਅੰਮ੍ਰਿਤ ਵਿੱਚ ਭਿੱਜਾ ਰਹਿੰਦਾ ਹੈ, ਪਿਆਰ ਦੇ ਵਿੱਚ ਭਿੱਜ ਕੇ ਰੱਬ ਨੂੰ ਯਾਦ ਕਰਦਾ। ਉਹ ਜਾਣੋ ਕਿ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਪ੍ਰਭ ਕਉ ਸਿਮਰਹਿ ਸੇ ਸੁਖ ਵਾਸੀ। ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਜੀਵ ਸਦਾ ਹੀ ਸੁਖ ਸਰੂਪ ਦੇ ਵਿੱਚ ਨਿਵਾਸ ਰੱਖਦੇ ਹਨ। ਸੁਖ ਵਾਸੀ ਪ੍ਰਮਾਤਮਾ ਸੁਖ ਸਰੂਪ ਤਿਨਾਂ ਦੇ ਹਿਰਦੇ ਵਿੱਚ ਵਸ ਗਿਆ ਹੈ। ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ। ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਪੁਰਖ ਸਦਾ ਹੀ ਮਹਾਰਾਜ ਕਹਿੰਦੇ ਅਬਿਨਾਸੀ, ਨਾਸ ਤੋਂ ਰਹਿਤ ਪ੍ਰਮਾਤਮਾ ਦੇ ਸਰੂਪ ਵਿੱਚ ਅਭੇਦ ਹੋਏ ਰਹਿੰਦੇ ਹਨ। ਤਿਨਾਂ ਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਤਿਨਾਂ ਨੂੰ ਕੋਈ ਮਾਰ ਨਹੀਂ ਸਕਦਾ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਜਿਨ੍ਹਾਂ ਤੇ ਵਾਹਿਗੁਰੂ ਨੇ ਆਪਣੀ ਦਇਆਲਤਾ ਕੀਤੀ ਹੈ, ਉਹ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਲੱਗੇ ਹਨ। ਉਹ ਵਾਹਿਗੁਰੂ ਦੀ ਯਾਦ ਵਿੱਚ ਜੁੜ ਗਏ ਹਨ। ਨਾਨਕ ਜਨ ਕੀ ਮੰਗੈ ਰਵਾਲਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਤਿਨਾਂ ਵਾਹਿਗੁਰੂ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਮੰਗਦੇ ਹਾਂ, ਜੋ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਪ੍ਰਮਾਤਮਾ ਨੇ ਲਗਾਏ ਹੈ।
ਜੋ ਵਾਹਿਗੁਰੂ ਦੀ ਯਾਦ ਵਿੱਚ ਜੁੜੇ ਰਹਿੰਦੇ ਐ ਤਿਨਾਂ ਦੀ ਚਰਨ ਧੂੜੀ ਮੰਗਣੀ ਚਾਹੀਦੀ ਐ। ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ। ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਪੁਰਖ ਸਦਾ ਹੀ ਪਰਉਪਕਾਰੀ ਹੁੰਦੇ ਐ। ਐਸੇ ਗੁਰਮੁਖ ਪਿਆਰੇ ਜੋ ਆਪਣਾ ਸਾਧ ਸੰਗਤ ਜੀ ਤਨ ਦੇ ਉੱਪਰ ਦਾ ਕਸ਼ਟ ਝੱਲ ਕਰਕੇ ਵੀ ਦੂਜਿਆਂ ਨੂੰ ਸਾਧ ਸੰਗਤ ਜੀ ਸੁਖ ਦਿੰਦੇ ਹਨ। ਆਪ ਦੁੱਖ ਸਹਿਨ ਕਰਕੇ ਵੀ ਦੂਜਿਆਂ ਨੂੰ ਉਪਕਾਰ ਕਰਦੇ ਐ, ਸੁਖ ਦਿੰਦੇ ਐ। ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਉਪਕਾਰੀ ਸੁਭਾਅ ਹੁੰਦਾ ਸਿਮਰਨ ਕਰਨ ਵਾਲੇ ਗੁਰਮੁਖਾਂ ਦਾ। ਗਰੀਬ ਨਵਾਜ ਮਹਾਰਾਜ ਕਹਿੰਦੇ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ। ਉਪਰਾਇਆਂ ਤੇ ਉਪਕਾਰ ਕਰਦੇ ਐ, ਸਭ ਦਾ ਭਲਾ ਹੀ ਸੋਚਦੇ ਹਨ, ਐਸੇ ਪਰ ਉਪਕਾਰੀ ਹਨ। ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ। ਜੋ ਵਾਹਿਗੁਰੂ ਦਾ ਸਿਮਰਨ ਕਰਦੇ ਐ ਤਿਨਾਂ ਤੋਂ ਸਦਾ ਹੀ ਬਲਿਹਾਰ ਜਾਣਾ ਚਾਹੀਦਾ ਹੈ। ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਸਿਮਰਨ ਕਰਨ ਵਾਲਿਆਂ ਦਾ ਮੁਖ ਸਦਾ ਹੀ ਸੋਭਾ ਵਾਲਾ ਹੁੰਦਾ ਹੈ। ਲੋਕ ਪਰਲੋਕ ਦੇ ਵਿੱਚ ਤਿਨਾਂ ਦਾ ਮੁਖ ਉਜਲਾ ਹੈ। ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਐ ਤਿਨਾਂ ਦੀ ਸਾਰੀ ਆਰਜਾ ਸਾਰੀ ਉਮਰ ਉਹਨਾਂ ਦੀ ਸੁੱਖਾਂ ਦੇ ਵਿੱਚ ਹੀ ਬਤੀਤ ਹੁੰਦੀ ਹੈ। ਮਨ ਕਰਕੇ ਕਦੀ ਦੁਖੀ ਹੋਣਾ ਨਹੀਂ ਪੈਂਦਾ, ਹਿਰਦਾ ਅਡੋਲ ਹੋ ਜਾਂਦਾ ਹੈ। ਸੁਖ ਸਰੂਪ ਵਾਹਿਗੁਰੂ ਦੇ ਵਿੱਚ ਸਮਾਏ ਰਹਿੰਦੇ ਹਿਰਦੇ ਕਰਕੇ। ਇਸ ਕਰਕੇ ਸਾਰੀ ਆਰਜਾ ਸਾਰੀ ਉਮਰਾਂ ਉਹਨਾਂ ਦੀ ਸੁੱਖਾਂ ਦੇ ਵਿੱਚ ਬਤੀਤ ਹੁੰਦੀ ਹੈ। ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ। ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਤਿਨਾਂ ਨੇ ਮਨ ਨੂੰ ਜਿੱਤਿਆ ਹੈ। ਤਿਨਾਂ ਨੇ ਅੰਤਰ ਆਤਮੇ ਤੇ ਜਿੱਤ ਪ੍ਰਾਪਤ ਕੀਤੀ ਹੈ। ਦੁਨੀਆ ਦੇ ਸਾਧਨ ਕਰਨ ਵਾਲੇ ਸਾਰੇ ਥੱਕ ਹਾਰ ਗਏ, ਮਨ ਕੇ ਮਾਰੇ ਮਰ ਗਏ। ਕਾਜੀ ਮੁੱਲਾ ਸੇਖ ਵੱਡਿਆਂ ਵੱਡਿਆਂ ਨੇ ਬੜੀਆਂ ਬੜੀਆਂ ਜ਼ਿੰਦਗੀਆਂ ਗਾਲ ਦਿੱਤੀਆਂ ਨੇ, ਪਰ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਮਹਾਰਾਜ ਕਹਿੰਦੇ ਤਿਨਾਂ ਨੇ ਮਨ ਨੂੰ ਜਿੱਤ ਲਿਆ ਹੈ। ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਕਰਕੇ ਮਨ ਨੂੰ ਵਸ ਵਿੱਚ ਕਰ ਲਿਆ ਹੈ। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ। ਉਸ ਗੁਰਮੁਖ ਪਿਆਰੇ ਦੀ ਮਰਜ਼ਾਦਾ ਵੀ ਚੰਗੀ ਹੈ, ਸਫਲੀ ਹੈ। ਮਹਾਰਾਜ ਕਹਿੰਦੇ ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਉਜਲ ਰੀਤੀ ਹੈ, ਉਜਲ ਮਰਜ਼ਾਦਾ ਹੈ ਉਹ ਜੀਵਨ ਦੀ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਪ੍ਰਭ ਕਉ ਸਿਮਰਹਿ ਤਿਨ ਆਨੰਦ ਘਨੇਰੇ। ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਘਨੇਰੇ ਬਹੁਤ ਜ਼ਿਆਦਾ ਜੀਵ ਨੂੰ ਆਨੰਦ ਪ੍ਰਾਪਤ ਹੋ ਜਾਂਦੇ ਹੈ। ਘਣਿਆ ਆਨੰਦਾਂ ਦਾ ਸੁੱਖਾਂ ਦਾ ਜੋ ਆਨੰਦ ਸਰੂਪ ਪਰਮਾਤਮਾ ਹੈ ਉਹ ਵਾਹਿਗੁਰੂ ਦੀ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ। ਪਰਮਾਤਮਾ ਦਾ ਸਿਮਰਨ ਕਰਨੇ ਦੇ ਨਾਲ ਜੀਵ ਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਪਰਮਾਤਮਾ ਮੇਰੇ ਨੇੜੇ ਹੀ ਵਸਦਾ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਗੁਰਬਾਣੀ ਅੰਦਰ, ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਏ ਸੋ ਹੋਈ, ਕਿ ਮਹਾਰਾਜ ਸਾਡੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਆਪ ਜੀ ਨੇੜੇ ਵਸਦੇ ਹੋ। ਇਹ ਪੂਰਨ ਵਿਸ਼ਵਾਸ ਹੋ ਜਾਂਦਾ ਹੈ। ਅਥਵਾ ਪਰਮਾਤਮਾ ਸਦਾ ਹੀ ਉਹਨਾਂ ਦੇ ਨੇੜੇ ਰਹਿੰਦਾ ਹੈ। ਪਰਮਾਤਮਾ ਸਦਾ ਹੀ ਉਹਨਾਂ ਦੇ ਅੰਗ ਸੰਗ ਹੋ ਕਰਕੇ ਰਹਿੰਦਾ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਸੰਤ ਕਿਰਪਾ ਤੇ ਆਨ ਦਿਨ ਜਾਗ। ਸਤਿਪੁਰਸ਼ਾਂ ਦੀ ਕਿਰਪਾ ਹੋ ਜਾਵੇ, ਸਤ ਸੰਗਤ ਦੀ ਮਿਹਰ ਪ੍ਰਾਪਤ ਹੋ ਜਾਵੇ ਤੇ ਜੀਵ ਰਾਤ ਦਿਨ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਦਿਨੇ ਵੀ ਰਾਤ ਵੀ ਮਨ ਕਰਕੇ ਕਦੇ ਅਵਿਦਿਆ ਦੀ ਨੀਂਦਰਾ ਵਿੱਚ ਨਹੀਂ ਸੌਂਦਾ, ਮਨ ਕਰਕੇ ਜਾਗਦਾ ਹੀ ਰਹਿੰਦਾ ਹੈ। ਨਾਨਕ ਸਿਮਰਨ ਪੂਰੈ ਭਾਗ। ਜੀਵ ਦੇ ਪੂਰਨ ਭਾਗ ਜਾਗਣ ਤੇ ਤਾਂ ਵਾਹਿਗੁਰੂ ਦੇ ਸਿਮਰਨ ਦੀ ਦਾਤ ਮਿਲਦੀ ਹੈ, ਤਾਂ ਸਤ ਸੰਗਤ ਵਿੱਚ ਮਿਲ ਕੇ ਰੱਬੀ ਜਾਤ ਵਿੱਚ ਜੁੜਨਾ ਪ੍ਰਾਪਤ ਹੁੰਦਾ ਹੈ। ਪ੍ਰਭ ਕਾ ਸਿਮਰਨ ਕਾਰਜ ਪੂਰੇ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਵਿਵਹਾਰਕ ਅਤੇ ਪਰਮਾਰਥਿਕ ਸਭ ਕਾਰਜ ਪੂਰੇ ਹੋ ਜਾਂਦੇ ਹਨ। ਪ੍ਰਭ ਕਾ ਸਿਮਰਨ ਕਬਹੁ ਨਾ ਚੂਰੇ। ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਮਨ ਕਰਕੇ ਕਦੇ ਝੂਰਨਾ ਨਹੀਂ ਪੈਂਦਾ, ਕਿਉਂਕਿ ਕੋਈ ਦੁਨੀਆ ਦਾ ਕਾਰਜ ਕਰ ਲਈਏ ਨਾ, ਕੋਈ ਮੁਸ਼ੱਕਤ ਘਾਲ ਲਈਏ, ਸਫਲਤਾ ਨਾ ਪ੍ਰਾਪਤ ਹੋਵੇ, ਘਾਟਾ ਪੈ ਜਾਵੇ ਤੇ ਮਨ ਕਰਕੇ ਝੂਰਿਆ ਹੀ ਜਾਂਦਾ, ਬਾਰ-ਬਾਰ ਜੀਵ ਝੂਰਦਾ ਰਹਿੰਦਾ ਹੈ। ਪਰ ਮੁਖ ਤੋਂ ਇੱਕ ਵਾਰ ਵੀ ਵਾਹਿਗੁਰੂ ਸ਼ਬਦ ਉਚਾਰਨ ਕਰ ਦੇਵੇ ਤੇ ਉਹਦਾ ਸਾਧ ਸੰਗਤ ਜੀ ਘਾਟਾ ਨਹੀਂ ਪੈਂਦਾ, ਮਹਾਰਾਜ ਲਾਭ ਵੀ ਦਿੰਦੇ ਆ, ਲਾਹਾ ਹੀ ਪ੍ਰਾਪਤ ਹੁੰਦਾ। ਇਸ ਕਰਕੇ ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ।
ਕਦੇ ਝੂਰਨਾ ਨਹੀਂ ਪੈਂਦਾ ਕਿ ਇੰਨਾ ਸਮਾਂ ਨਾਮ ਜਪਿਆ ਤੇ ਮਹਾਰਾਜ ਮੈਨੂੰ ਕੁਝ ਮਿਲਿਆ ਹੀ ਨਹੀਂ, ਮੇਰੀ ਝੋਲੀ ਵਿੱਚ ਕੋਈ ਦਾਤ ਨਹੀਂ ਪਾਈ। ਮਹਾਰਾਜ ਕਹਿੰਦੇ ਕਦੇ ਝੂਰਨਾ ਨਹੀਂ ਪੈਂਦਾ, ਭਾਵੇਂ ਇੱਕ ਤਿਲ ਮਾਤਰ ਵੀ ਸਮਾਂ ਜਪਦਾ, ਇੱਕ ਤਿਲ ਨਹੀਂ ਭੰਨਿਆ ਘਾਲੇ। ਪਰਮਾਤਮਾ ਘਾਲੀ ਹੀ ਘਾਲਣਾ, ਰਾਈ ਮਾਤਰ ਵੀ ਤਿਲ ਮਾਤਰ ਵੀ ਕਦੇ ਅਜਾਈ ਨਹੀਂ ਜਾਣ ਦਿੰਦਾ। ਵਾਹਿਗੁਰੂ ਜਪੇ ਹੋ ਨਾਮ ਦਾ ਫਲ ਜ਼ਰੂਰ ਬਖਸ਼ਦਾ ਹੈ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ। ਹਜੂਰ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਦੀ ਰਸਨਾ ਤੋਂ ਬੋਲ ਬਾਣੀ ਨਿਕਲਦੀ ਹੈ। ਹਰ ਗੁਣ ਬਾਣੀ ਜੋ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ, ਵਾਹਿਗੁਰੂ ਦੇ ਗੁਣ ਗਾਉਣ ਵਾਲੀ ਮੁਖ ਤੋਂ ਰਸਨਾ ਤੋਂ ਬਾਣੀ ਨਿਕਲਦੀ ਹੈ। ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪਰਮਾਤਮਾ ਦਾ ਸਿਮਰਨ ਕਰਨੇ ਦੇ ਨਾਲ ਅਡੋਲ ਅਵਸਥਾ ਦੇ ਵੀ ਜੀਵ ਦਾ ਸਮਾਉਣਾ ਹੋ ਜਾਂਦਾ ਹੈ। ਸਹਿਜ ਹਿਰਦੇ ਅੰਦਰ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਗਿਆਨ ਕਰਕੇ ਪਰਮਾਤਮਾ ਵੀ ਸਮਾਵੰਦਾ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ। ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਜੀਵ ਚਲਾਈ ਮਾਨ ਤੋਂ ਰਹਿਤ ਹੋ ਜਾਂਦਾ ਹੈ, ਅਚਲ ਪਦਵੀ ਦੀ ਪ੍ਰਾਪਤੀ ਕਰ ਲੈਂਦਾ ਹੈ, ਵਾਹਿਗੁਰੂ ਦਾ ਸਰੂਪ ਰੂਪੀ ਆਸਣ ਪਾ ਲੈਂਦਾ ਹੈ। ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਹਿਰਦਾ ਕਮਲ ਦੀ ਤਰ੍ਹਾਂ ਖਿੜਿਆ ਰਹਿੰਦਾ ਹੈ। ਮੁੰਦਰਾ ਮੈਤਰੀ ਉਪੇਖਿਆ ਆਦਿਕ ਇਹ ਪੰਖੜੀਆਂ ਸਹਿਤ ਖਿਲਿਆ ਰਹਿੰਦਾ ਹੈ। ਫਿਰ ਹਿਰਦੇ ਦੇ ਵਿੱਚੋਂ ਭਗਤੀ ਰੂਪ ਸੁਗੰਧੀ ਆਵੰਦੀ ਹੈ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ। ਹਜੂਰ ਕਹਿੰਦੇ ਹਰ ਤੋਂ ਰਹਿਤ ਪਰਮੇਸ਼ਰ ਦੇ ਨਾਮ ਦੇ ਵਾਜੇ ਵੱਜ ਆਵੰਦੇ ਆ ਹਿਰਦੇ ਅੰਦਰ ਸਿਮਰਨ ਕਰਨੇ ਦੇ ਨਾਲ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਪ੍ਰਭ ਕੈ ਸਿਮਰਨ ਮਹਾਰਾਜ ਕਹਿੰਦੇ ਅਨਹਦ ਝੁਨਕਾਰ ਲਗਾਤਾਰ ਪਰਮੇਸ਼ਰ ਦੇ ਨਾਮ ਦੀ ਚਰਨਾਹਟ ਹਿਰਦੇ ਅੰਦਰ ਚੱਲ ਪੈਂਦੀ ਹੈ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਸਿੱਖੋ, ਇੰਨਾ ਜ਼ਿਆਦਾ ਸੁਖ, ਵੱਡਾ ਸੁਖ ਪ੍ਰਾਪਤ ਹੁੰਦਾ ਸਿਮਰਨ ਕਰਨੇ ਦੇ ਨਾਲ, ਅੰਤ ਨਾ ਪਾਰ। ਉਹਦਾ ਅੰਤ ਪਾਏ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਮਿਣਿਆ ਤੋਲਿਆ ਗਿਣਿਆ ਨਹੀਂ ਜਾ ਸਕਦਾ ਕਿੰਨਾ ਵੱਡਾ ਸੁਖ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ। ਹਜੂਰ ਕਹਿੰਦੇ ਪ੍ਰਭੂ ਦੀ, ਪ੍ਰਮਾਤਮਾ ਦੀ ਜਿਨ੍ਹਾਂ ਤੇ ਮਇਆ ਕਿਰਪਾ ਹੋਈ ਹੈ ਨਾ, ਤਿਨਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ। ਕਿਰਪਾ ਤੋਂ ਬਿਨਾਂ ਵੀ ਰੱਬੀ ਜਾਤ ਵਿੱਚ ਨਹੀਂ ਜੁੜਿਆ ਜਾਂਦਾ। ਸਾਰਾ ਦਿਨ ਸਾਧ ਸੰਗਤ ਜੀ ਗੱਲਾਂ ਬਾਤਾਂ ਵਿੱਚ ਹੀ ਲੰਘ ਜਾਂਦਾ ਹੈ। ਜੇ ਪ੍ਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਵੇ ਤਾਂ ਹੀ ਸਿਮਰਨ ਕੀਤਾ ਜਾਂਦਾ ਹੈ, ਤਾਂ ਵਾਹਿਗੁਰੂ ਦੀ ਜਾਤ ਵਿੱਚ ਜੁੜੀਦਾ ਹੈ। ਨਾਨਕ ਤਿਨ ਜਨ ਸਰਨੀ ਪਿਆ। ਹਜੂਰ ਕਹਿੰਦੇ ਹਨ ਤਿਨਾਂ ਵਾਹਿਗੁਰੂ ਦੇ ਪਿਆਰਿਆਂ ਦੀ ਜਨਾਂ ਦੀ ਅਸੀਂ ਸ਼ਰਨ ਵਿੱਚ ਪੈਂਦੇ ਹਾਂ। ਐ ਜੀਵ ਤੂੰ ਵੀ ਨਾਮ ਜਪਣ ਵਾਲਿਆਂ ਦੀ ਸ਼ਰਨ ਵਿੱਚ ਪੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਤਿਨਾਂ ਦੀ ਸੰਗਤ ਕਰਨੇ ਕਰਕੇ ਤੇਰੇ ਤੇ ਵੀ ਕਿਰਪਾ ਹੋ ਜਾਵੇਗੀ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਵਾਹਿਗੁਰੂ ਦੀ ਸਿਮਰਨ ਦੀ ਬਦੌਲਤ ਹੀ ਪ੍ਰਮਾਤਮਾ ਨੇ ਭਗਤਾਂ ਨੂੰ ਸੰਸਾਰ ਅੰਦਰ ਪ੍ਰਗਟ ਕੀਤਾ ਹੈ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਕਦੇ ਛਿਪਿਆ ਨਹੀਂ ਰਹਿ ਸਕਦਾ। ਸੂਰਜ ਚੜ੍ਹੇ ਤੇ ਸੂਰਜ ਦੱਸਦਾ ਥੋੜਾ ਕਿ ਮੈਂ ਚੜ੍ਹ ਗਿਆ, ਸਭ ਨੂੰ ਪਤਾ ਲੱਗ ਜਾਂਦਾ, ਪ੍ਰਕਾਸ਼ ਹੋ ਜਾਂਦਾ। ਇੰਨਾ ਜ਼ਿਆਦਾ ਪ੍ਰਤਾਪ ਹੈ ਸੂਰਜ ਦਾ। ਤੇ ਜਿਸ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ, ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਨਾ ਕਿ ਕਰੋੜਾਂ ਸੂਰਮੇ ਸੂਰਜ ਚੜ੍ਹ ਜਾਣ, ਚੰਦਰਮੇ ਚੜ੍ਹ ਜਾਣ, ਪਰ ਮਹਾਰਾਜ ਜੀ ਦੇ ਗਿਆਨ ਤੋਂ ਬਿਨਾਂ ਹਿਰਦੇ ਅੰਦਰ ਅੰਧਤਾ ਹੀ ਰਹਿੰਦੀ ਹੈ। ਇੰਨਾ ਵੱਡਾ ਪ੍ਰਤਾਪ ਹੈ ਪਰਮੇਸ਼ਰ ਦੇ ਸਿਮਰਨ ਦਾ। ਇਸ ਕਰਕੇ ਜਿਸ ਵੀ ਭਗਤ ਜਨ ਨੇ ਨਾਮ ਜਪਿਆ, ਉਹਨਾਂ ਦਾ ਅੱਜ ਪ੍ਰਤਾਪ ਸੰਸਾਰ ਦੇ ਅੰਦਰ ਪ੍ਰਗਟ ਹੈ। ਹਰ ਸਿਮਰਨ ਲਗ ਬੇਦ ਉਪਾਏ। ਵਾਹਿਗੁਰੂ ਦਾ ਸਿਮਰਨ ਕਰਨੇ ਦੇ ਨਾਲ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਬ੍ਰਹਮਾ ਜੀ ਨੇ ਵੇਦਾਂ ਨੂੰ ਪੈਦਾ ਕੀਤਾ, ਵੇਦਾਂ ਦੀਆਂ ਧੁਨੀਆਂ, ਵੇਦਾਂ ਦੀ ਬਾਣੀ ਨੂੰ ਉਚਾਰਨ ਕੀਤਾ ਹੈ। ਕਿਉਂਕਿ ਮਨ ਦੇ ਵਿੱਚ ਹੰਕਾਰ ਸੀ ਕਮਲ ਤੋਂ ਜਦੋਂ ਜਨਮ ਹੋਇਆ ਸੀ ਕਿ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ। ਹੰਕਾਰ ਕਰਕੇ ਕਮਲ ਦੀ ਜੋ ਨਾਲੀ ਦੇ ਵਿੱਚ ਹੀ ਚਲੇ ਗਏ ਸਨ 18 ਯੁੱਗ। ਜਦੋਂ ਬਾਹਰ ਆਏ ਤੇ ਆਕਾਸ਼ਬਾਣ ਹੋਈ, ਬ੍ਰਹਮਾ ਤਪ ਕਰ ਤਪ ਕਰ ਤਪ ਕਰ। ਤਪ ਕੀਤਾ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗਣੇ ਕਰਕੇ ਫਿਰ ਸਾਧ ਸੰਗਤ ਜੀ ਵੇਦ ਬਾਣੀ ਨੂੰ ਉਚਾਰਨ ਕੀਤਾ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਸਿਮਰਨ ਦੇ ਵਿੱਚ ਐਸੀ ਸ਼ਕਤੀ ਹੈ
ਸੋ ਵਿਦਿਆਵਾਂ ਵੀ ਸਫੁਰਨ ਲੱਗ ਪੈਂਦੀਆਂ ਹਨ। ਬ੍ਰਹਮਾ ਨੇ ਵੀ ਨਾਮ ਜਪ ਕੇ ਇਹ ਵੇਦ ਬਾਣੀ ਨੂੰ ਉਚਾਰਿਆ ਹੈ। ਹਰ ਸਿਮਰਨ ਭਏ ਸਿੱਧ ਜਤੀ ਦਾਤੇ। ਭਾਵੇਂ ਸੰਸਾਰ ਦੇ ਅੰਦਰ ਸਿੱਧ ਹਨ ਜਿਨ੍ਹਾਂ ਨੇ ਕਰਮ ਮਾਤਾਂ ਸਾਧਨਾ ਸਾਧ ਲਏ ਹੈ, ਫਿਰ ਜਤੀ ਹਨ, ਫਿਰ ਜੋਗੀ ਹਨ। ਹਰ ਸਿਮਰਨ ਸਿੱਧ ਜਤੀ ਦਾਤੇ, ਦਾਤੇ ਜਿਹੜੇ ਦਾਨ ਪੁੰਨ ਕਰਨ ਵਾਲੇ ਹੈ ਉਹ ਵੀ ਪ੍ਰਮਾਤਮਾ ਦੀ ਸਿਮਰਨ ਕਰਕੇ ਦਾਤੇ ਬਣੇ ਹੈ, ਜੋਗੀ ਬਣੇ ਹਨ, ਜਤੀ ਬਣੇ ਹੈ, ਫਿਰ ਸਿੱਧ ਬਣੇ ਹਨ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸਿਮਰਨ ਦੀ ਸ਼ਕਤੀ ਕਰਕੇ ਹੀ ਹੈ। ਹਰ ਸਿਮਰਨ ਨੀਚ ਚਾਹੁ ਕੁੰਟ ਜਾਤੇ। ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਪੁਰਖ ਭਾਵੇਂ ਨੀਵੀਂ ਜਾਤ ਵਾਲੇ ਹੈ ਪਰ ਦਸਾਂ ਦਿਸ਼ਾਵਾਂ ਵਿੱਚ ਸੰਸਾਰ ਦੇ ਸਭ ਦੇ ਜਾਣਨੇ ਯੋਗ ਹੋ ਗਏ ਹਨ। ਜਿਸ ਨੀਚ ਕਉ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੁ ਕੁੰਟ ਮਾਨੈ। ਸਭ ਥਾਵਾਂ ਤੇ ਮੰਨਣ ਯੋਗ ਹੋ ਜਾਂਦੇ ਆ। ਐਸੀ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ। ਹਰ ਸਿਮਰਨ ਧਾਰੀ ਸਭ ਧਰਨਾ। ਮਹਾਰਾਜ ਕਹਿੰਦੇ ਧਰਤੀ ਦੀ ਤਰ੍ਹਾਂ ਜਿਵੇਂ ਧੀਰਜਤਾ ਨੂੰ ਧਾਰਨ ਕੀਤਾ ਹੈ ਨਾ ਗੁਰਮੁਖਾਂ ਨੇ, ਵਾਹਿਗੁਰੂ ਦੇ ਸਿਮਰਨ ਕਰਕੇ ਹੀ ਹੈ। ਹਰ ਸਿਮਰਨ ਧਾਰੀ ਸਭ ਧਰਨਾ। ਸਾਰੀ ਧਰਤੀ ਦਾ ਭਾਰ ਜਿਹੜਾ ਥੰਮਿਆ ਹੋਇਆ ਧੀਰਜਤਾ ਕਰਕੇ, ਵਾਹਿਗੁਰੂ ਦੇ ਸਿਮਰਨ ਕਰਕੇ ਹੀ ਹੈ। ਜਾਂ ਧਰਤੀ ਨੇ ਧੀਰਜਤਾ ਧਾਰਨ ਕੀਤੀ ਹੈ ਨਾ, ਉਹ ਵਾਹਿਗੁਰੂ ਦੀ ਸਿਮਰਨ ਕਰਕੇ ਹੀ ਹੈ। ਕਿੰਨੀ ਧੀਰਜਤਾ ਧਾਰਨ ਕੀਤੀ ਹੈ, ਕਿੰਨਾ ਕਿੰਨਾ ਭਾਰ, ਕਿੰਨੇ ਕਿੰਨੇ ਬਾਗਾਂ ਦਾ, ਫਿਰ ਜੰਗਲਾਂ ਦਾ, ਪਾਣੀਆਂ ਦਾ, ਪਹਾੜਾਂ ਦਾ, ਵੱਡੇ ਵੱਡੇ ਕਾਰਖਾਨਿਆਂ ਦਾ, ਅਣਗਿਣਤ ਜੀਵਾਂ ਦਾ ਭਾਰ ਧਰਤੀ ਦੇ ਉੱਪਰ ਹੈ। ਫਿਰ ਵੀ ਸਾਧ ਸੰਗਤ ਜੀ ਧੀਰਜਤਾ ਧਾਰਨ ਕੀਤੀ ਹੈ। ਕਿੰਨੇ ਕਿੰਨੇ ਅਤਿਆਚਾਰ ਪਾਪ ਕਰਮ ਹੋ ਰਹੇ ਹੈ। ਮਹਾਰਾਜ ਕਹਿੰਦੇ ਸਾਰੀ ਧੀਰਜਤਾ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਹੈ। ਸਿਮਰ ਸਿਮਰ ਹਰ ਕਾਰਨ ਕਰਨਾ। ਇਹ ਪ੍ਰਾਣਨ ਧਾਰੀ ਜੀਵ ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ, ਜੋ ਸਭ ਕਾਰਨਾਂ ਦੇ ਕਰਨ ਵਾਲਾ ਹੈ। ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਹੈ ਤੇ ਸ੍ਰਿਸ਼ਟੀ ਨੂੰ ਬਣਾ ਕੇ ਕਰਕੇ ਪੈਦਾ ਕਰਕੇ ਜੀਵਾਂ ਤੋਂ ਕਰਮ ਵੀ ਕਰਾਉਣ ਵਾਲਾ ਆਪ ਹੈ। ਸਭ ਕੁਝ ਕਰਨ ਕਰਾਉਣ ਵਾਲਾ, ਵਿਧਾ ਨੂੰ ਬਣਾਉਣ ਵਾਲਾ। ਸਿਮਰਨੇ ਯੋਗ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਹਰ ਸਿਮਰਨ ਕੀਓ ਸਗਲ ਆਕਾਰਾ। ਵਾਹਿਗੁਰੂ ਦੇ ਸਿਮਰਨ ਕਰਕੇ ਹੀ ਸਾਰੀ ਸ੍ਰਿਸ਼ਟੀ ਦਾ ਆਕਾਰ ਹੋਇਆ। ਇਹ ਜੀਵ ਤੇਰਾ ਆਕਾਰ, ਇਹ ਸਰੀਰ ਦਾ ਆਕਾਰ ਵੀ ਸਿਮਰਨ ਕਰਕੇ ਹੀ ਹੈ। ਮਾਨਸ ਦੇਹੀ ਦਾ ਇਹ ਮਨੁੱਖਾ ਸਰੀਰ ਦਾ ਆਕਾਰ ਬਣਿਆ ਪੂਰਬਲੇ ਜਨਮ ਦੀ ਤੇਰੀ ਭਗਤੀ ਹੈ। ਪਰਮਾਤਮਾ ਦੀ ਸਿਮਰਨ ਕਰਕੇ ਹੀ ਸਭ ਦਾ ਆਕਾਰ ਬਣਿਆ ਹੈ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਮਹਾਰਾਜ ਕਹਿੰਦੇ ਵਾਹਿਗੁਰੂ ਆਪਣੇ ਸਿਮਰਨ ਦੇ ਵਿੱਚ ਆਪ ਹੀ ਬੈਠਾ ਹੋਇਆ। ਸਿਮਰਨ ਦੇ ਵਿੱਚ ਉਹ ਪਰਮਾਤਮਾ ਨਿਰੰਕਾਰਾ, ਜਿਹਦਾ ਕੋਈ ਨਿਰਗੁਣ ਸਰੂਪ ਦੇ ਵਿੱਚ ਆਕਾਰ ਨਹੀਂ ਕਥਨ ਕੀਤਾ ਜਾ ਸਕਦਾ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਉਹ ਨਾਮ ਦੇ ਵਿੱਚ ਨਾਮੀ ਪਰਮਾਤਮਾ ਆਪ ਅਭੇਦ ਹੋਇਆ ਹੈ। ਤਾਂ ਹੀ ਤੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਕੀਤਾ, ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਨਾ, ਉਹ ਜਾਣੋ ਕਿ ਪਰਮਾਤਮਾ ਦਾ ਹੀ ਰੂਪ ਹੈ। ਉਹ ਜਾਣੋ ਕਿ ਸਤਿਗੁਰੂ ਜੀ ਦਾ ਸਵਰੂਪ ਹੋ ਗਿਆ। ਜਿਸ ਨੇ ਮਹਾਰਾਜ ਤੋਂ ਨਾਮ ਦੀ ਦਾਤ ਲੈ ਕੇ ਹਿਰਦੇ ਅੰਦਰ ਧਾਰਨ ਕਰ ਲਈ ਹੈ। ਕਰ ਕਿਰਪਾ ਜਿਸ ਆਪ ਬੁਝਾਇਆ। ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਪਰਮਾਤਮਾ ਨੇ ਜਿਸ ਤੇ ਕਿਰਪਾ ਕੀਤੀ ਹੈ, ਸੀਸ ਤੇ ਮਿਹਰ ਭਰਿਆ ਹੱਥ ਰੱਖਿਆ। ਹਜੂਰ ਕਹਿੰਦੇ ਹਨ ਜਿਸ ਨੂੰ ਆਪਣਾ ਸਰੂਪ ਸਮਝਾ ਦਿੱਤਾ ਹੈ, ਨਾਮ ਦਾ ਪ੍ਰਤਾਪ ਮਹਾਰਾਜ ਸਾਹਿਬ ਨੇ ਦੱਸ ਦਿੱਤਾ ਹੈ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਉਹ ਫਿਰ ਸੰਸਾਰ ਦੇ ਟੂਣੇ ਟਾਮਣ ਜੰਤਰ ਮੰਤਰ ਛੱਡ ਕੇ ਮਹਾਰਾਜ ਤੋਂ ਨਾਮ ਸਿਮਰਨ ਦੀ ਦਾਤ ਹੀ ਤਿਸ ਨੇ ਪਾਵਨਾ ਕੀਤੀ ਹੈ। ਉਹ ਫਿਰ ਹੋਰ ਕੁਝ ਨਹੀਂ ਮੰਗਦਾ ਕਿ ਮਹਾਰਾਜ ਆਪ ਦੇ ਨਾਮ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਸੰਸਾਰ ਦੇ ਅੰਦਰ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਿਰਪਾ ਕਰੋ ਸਿਮਰਨ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਮੈਂ ਕੀ ਮੰਗਾ, ਜੋ ਸਦਾ ਵਾਸਤੇ ਕੁਝ ਰਹਿਣ ਵਾਲਾ ਹੈ ਹੀ ਨਹੀਂ, ਤੇ ਫਿਰ ਸਿਮਰਨ ਦੀ ਦਾਤ ਹੀ ਬਖਸ਼ੋ। ਤਿੰਨਾਂ ਸਮਿਆਂ ਵਿੱਚ ਮਹਾਰਾਜ ਆਪ ਜੀ ਦਾ ਨਾਮ ਅਮੋਲਕ ਹੈ, ਸੱਚਾ ਹੈ, ਪਰਮ ਹੈ, ਉੱਚਾ ਹੈ, ਸਭ ਤੋਂ ਵੱਡਾ ਹੈ। ਇਹਦੇ ਸਮਾਨ ਕੋਈ ਦੁਨੀਆ ਦਾ ਜਪ ਤਪ ਕੋਈ ਤੀਰਥ ਆਦਿ ਕੋਈ ਵੀ ਸਾਧਨ ਨਹੀਂ ਹੋ ਸਕਦਾ। ਇਸ ਲਈ ਆਪ ਕਿਰਪਾ ਕਰੋ ਮਹਾਰਾਜ, ਸਾਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰੋ। ਪਰ ਹਜੂਰ ਕਹਿੰਦੇ ਐਸੀ ਅਮੋਲਕ ਦਾਤ ਉਹ ਗੁਰਸੇ ਗੁਰੂ ਚਰਨਾਂ ਵਿੱਚੋਂ ਮੰਗਦਾ ਹੈ ਜਿਸ ਨੂੰ ਮਹਾਰਾਜ ਸੋਝੀ ਬਖਸ਼ਿਸ਼ ਕਰ ਦਿੰਦੇ ਹਨ। ਨਹੀਂ ਤਾਂ ਹਰ ਸਮੇਂ
ਆਪਾਂ ਧਨ ਪਦਾਰਥ ਧੀਆਂ ਪੁੱਤਰ ਜ਼ਮੀਨਾਂ ਜਾਇਦਾਦਾਂ ਹੀ ਮੰਗਦੇ ਰਹਿੰਦੇ ਆ ਨਾ, ਬੇਸਮਝ ਹੋਣੇ ਕਰਕੇ। ਮਹਾਰਾਜ ਜਿਸ ਤੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਆ, ਇਹ ਜੀਵ ਨਾਮ ਤੁਲ ਕਛ ਅਵਰ ਨਾ ਹੋਏ। ਵਾਹਿਗੁਰੂ ਦੇ ਨਾਮ ਦੇ ਸਮਾਨ ਕੁਝ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਿਆ ਕਰ। ਇੱਕ ਚਿੱਤ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰ, ਮਹਾਰਾਜ ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਸੁਖਮਨੀ ਸਾਹਿਬ ਦੀ ਇਹ ਪਹਿਲੀ ਅਸ਼ਟਪਦੀ ਅੰਦਰ ਪਰਮੇਸ਼ਰ ਦੇ ਸਿਮਰਨ ਦਾ ਮਹਾਤਮ ਦਰਸਾਇਆ ਹੈ। ਸਤਿਗੁਰੂ ਜੀ ਮਿਹਰ ਕਰਨ ਸਾਡੇ ਹਿਰਦਿਆਂ ਵਿੱਚ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਵਸ ਜਾਵੇ। ਗੁਰੂ ਚਰਨਾਂ ਵਿੱਚ ਬੇਨਤੀ ਕਰੀਏ, ਸਤਿਗੁਰੂ ਜੀ ਤਰਸ ਕਰਨ, ਸਾਡੇ ਹਿਰਦੇ ਅੰਦਰ ਪਾਵਨ ਉਪਦੇਸ਼ ਵਸਾ ਦੇਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।